शेर पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:11 ਹੋਏ ਤੇ 2 ਜੂਨ ਦਾ ਦਿਨ ਹੈ, ਵਰ੍ਹਾ 2021 ਦਾ ਬੁੱਧਵਾਰ ਹੈ। 20 ਜੇਠ ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਨਵਕੀਰਤ ਸਿੰਘ ਪੱਤੀ ਕਰਨਗੇ। ਫਿਰ ਤੀਸਰੇ ਘੱਲੂਘਾਰੇ ਦੇ 2 ਜੂਨ ਦਾ ਇਤਿਹਾਸ ਤੁਹਾਡੇ ਸਨਮੁਖ ਹੋਏਗਾ। ਉਸ ਤੋਂ ਬਾਅਦ ਡੈਲਟਾ ਸ਼ਹਿਰ ਦੇ ਇੱਕ ਰੈਕ ਸੈਂਟਰ ਦੇ ਵਿੱਚ ਬੈਡਮਿੰਟਨ ਕੋਰਟ ਦੇ ਵਿੱਚ 2 ਪੰਜਾਬੀ ਪਰਿਵਾਰਾਂ ਨਾਲ ਬਦਸਲੂਕੀ ਹੋਈ ਹੈ। ਉਸ ਦੇ ਬਾਰੇ ਉਹ ਪਰਿਵਾਰ ਸ਼ਾਮਲ ਹੋਣਗੇ, ਗੱਲਬਾਤ ਦੱਸਣਗੇ ਮਿਸਟਰ ਗਲੋਤਰਾ ਜੀ ਤੇ ਕੌਸ਼ਲ ਸਾਹਿਬ ਕਿ ਕੀ ਗੱਲ ਹੋਈ, ਕਿਵੇਂ ਫਿਰ ਸ਼ਹਿਰ ਇਨਵੋਲਵ ਹੋਇਆ, ਸਿਟੀ ਦੇ ਮੈਨੇਜਰ ਕਿਵੇਂ ਲਿਖਦੇ ਆ। ਤੇ ਅੱਜ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਮੈਨੇਜਰ ਨੂੰ ਵੀ, ਸਟੀਵ ਨੈਪਰ ਨੇ, ਬਈ ਆ ਜਾਓ। ਤੇ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਆ ਸਕਦੇ। ਉਹਨਾਂ ਨੇ ਇੱਕ ਈਮੇਲ ਭੇਜੀ ਆ, ਉਹ ਈਮੇਲ ਪੜ੍ਹ ਕੇ ਤੁਹਾਨੂੰ ਸੁਣਾਵਾਂਗਾ। ਦੁੱਖ ਦੀ ਕਹਾਣੀ ਇਹ ਹੈ ਕਿ ਉਹ ਸਟਾਫਰ ਵੀ ਪੰਜਾਬੀ ਸੀ ਜਿਸ ਨੇ ਇਹ ਬਦਸਲੂਕੀ ਕੀਤੀ, ਜਿਸ ਨੇ ਐਟੀਟਿਊਡ ਦਿਖਾਇਆ, ਜਿਸ ਨੇ ਗੱਲਾਂ ਬਾਤਾਂ ਕੀਤੀਆਂ। ਪਰ ਹੁਣ ਇਹ ਤਾਂ ਪੜ੍ਹੇ ਲਿਖੇ ਦੋਨੇ ਵੀਰ ਲਿਖਣ ਵਾਲੇ ਤੇ ਜਿਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਧੱਕਾ ਹੋਇਆ, ਇਹਨਾਂ ਨੇ ਤਾਂ ਫੋਲੋ ਕਰ ਲਿਆ, ਈਮੇਲਸ ਲਿਖਤੀਆਂ, ਈਮੇਲ ਦੇ ਜਵਾਬ ਸ਼ੁਰੂ ਹੋ ਗਏ। ਇੱਕ ਤੋਂ ਇੱਕ ਮੈਨੇਜਰ, ਇੱਕ ਤੋਂ ਇੱਕ ਬਿਨਾਂ ਦੱਸੇ ਮੈਨੇਜਰ ਸ਼ਾਮਲ ਹੁੰਦੇ ਹੋਏ। ਸਟੀਵ ਤੋਂ ਬਾਅਦ ਇੱਕ ਹੋਰ ਸੀਨੀਅਰ ਮੈਨੇਜਰ, ਉਸ ਤੋਂ ਬਾਅਦ ਇੱਕ ਹੋਰ ਸੀਨੀਅਰ ਮੈਨੇਜਰ। ਪਰ ਜੇ ਕੋਈ ਬੋਲਦਾ ਨਹੀਂ ਤਾਂ ਉਹਦਾ ਕੀ ਮਤਲਬ ਹੈ? ਇਸ 'ਤੇ ਗੱਲਬਾਤ ਹੋਏਗੀ। ਫਿਰ ਜੇ ਕੁਛ ਸਮਾਂ ਬਚਿਆ ਗੱਲਬਾਤ ਤੋਂ ਬਾਅਦ ਤੁਸੀਂ ਵੀ ਸ਼ਾਮਲ ਹੋਣਾ ਦੇਵਾਂਗੇ। ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਛੇਤੀ ਨਿਬੇੜ ਦੀ ਇਹ ਗੱਲ, ਅਤੇ ਫਿਰ ਤੁਸੀਂ ਰਾਏ ਲੈ ਕੇ ਸ਼ਾਮਲ ਹੋਣਾ। ਰੇਸਿਜ਼ਮ ਦਾ ਰੌਲਾ ਹੈ, ਰੈਜ਼ੀਡੈਂਸ਼ੀਅਲ ਸਕੂਲਾਂ ਦਾ ਰੌਲਾ ਹੈ, ਅਤੇ ਉਸ ਤੋਂ ਸਕੂਪ 60 ਦੇ ਰੌਲੇ, ਜਵਾਕਾਂ ਦੇ ਸਰੀਰ ਜਿਹੜੇ ਨੇ 3-3 ਸਾਲ ਦੇ ਬੱਚਿਆਂ ਦੇ ਸਰੀਰ ਲੱਭ ਰਹੇ ਨੇ। ਮੈਨੀਟੋਬਾ ਦੇ ਵਿੱਚ ਗੱਲ ਚੱਲੀ ਹੈ ਕਿ ਅਸੀਂ ਵੀ ਦੇਖਣਾ। ਇਸ ਸੈਟਰਡੇ ਨੂੰ ਸਿੱਖ ਰਾਈਡਰਸ ਆਫ ਕੈਨੇਡਾ ਇੱਕ ਵੱਡੀ ਰਾਈਡ ਕਰਕੇ ਕੈਮਲੂਸ ਪਹੁੰਚ ਰਿਹਾ ਹੈ। ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਉਸ ਸਕੂਲ ਦੇ ਵਿੱਚ ਜਿੱਥੇ ਇਹ 200 ਤੋਂ ਵੱਧ ਸਰੀਰ ਜਿਹੜੇ ਇਸ ਨਸਲਵਾਦ ਦੇ ਭੇਟ ਚੜ੍ਹ ਗਏ, ਚੜ੍ਹਦੀ ਵਰੇਸ 2-2, 3-3 ਸਾਲ, 4-4 ਸਾਲਾਂ ਦੇ। ਸਾਰਿਆਂ ਨੂੰ ਕਮਿਊਨਿਟੀ ਨੂੰ ਖੁੱਲ੍ਹਾ ਸੱਦਾ, ਉਹ ਆਪਣੀਆਂ ਕਾਰਾਂ ਦੇ ਵਿੱਚ ਵੀ ਨਾਲ ਸਾਡੇ ਜਾ ਸਕਦੇ ਨੇ। ਸੈਟਰਡੇ ਨੂੰ ਜਾਵਾਂਗੇ। ਇੱਕ ਵੱਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਇਸ ਦੇਸ਼ ਦੇ ਵਿੱਚ, ਇਹਨਾਂ ਦੇਸ਼ ਦੇ ਮਾਲਕਾਂ ਨੇ ਜਿਨ੍ਹਾਂ ਨੇ ਸਾਰਾ ਕੁਝ ਦਿੱਤਾ, ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਲਈ ਕੈਮਲੂਪਸ ਜਾ ਰਹੀ ਹੈ। ਪੰਜਾਬ radio.ca ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ ਤੇ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ YouTube ਤੇ ਵੇਖ ਸਕਦੇ ਹੋ। 604 729 1224 WhatsApp ਤੇ ਟੈਕਸਟ ਲਈ ਤੁਹਾਡੇ ਲਈ ਨੰਬਰ ਆ। ਕੋਈ ਵੀ ਸੁਨੇਹਾ ਭੇਜਣਾ ਹੈ ਭੇਜ ਸਕਦੇ ਹੋ। ਤੇਰੀ ਦਿੱਖ ਉੱਤੇ ਸਾਰੇ ਹੀ ਧਿਆਨ ਤਣ ਗਏ, ਖੁੰਡੇ ਚਾਕੂ ਵੀ ਸੀ ਤਿੱਖੀ ਕਿਰਪਾਨ ਬਣ ਗਏ। ਜਿਸ ਜਗ੍ਹਾ ਦੇ ਉੱਤੋਂ ਤੂੰ ਲੰਘਦਾ ਸੀ ਬਾਬਾ, ਤੇਰੇ ਪਿੱਛੇ ਕਿੰਨੇ ਪੈਰਾਂ ਦੇ ਨਿਸ਼ਾਨ ਬਣ ਗਏ। ਕੋਲੋਂ ਸਿੱਖੀ ਦੇ ਨਾਲ ਲੰਘੇ ਜੋ ਸੀ ਕੋਲਿਆਂ ਦੇ ਵਾਂਗ, ਤੇਰੇ ਬੋਲ ਸੁਣੋ ਹੀਰਿਆਂ ਦੀ ਖਾਣ ਬਣ ਗਏ। ਤੇਰਾ ਪ੍ਰਵਾਨ ਹਰ ਬੋਲ ਖਿੜੇ ਮੱਥੇ ਸਿੰਘਾਂ ਲਈ, ਚੋਬੇ ਬੱਖੀ ਵਿੱਚ ਤੀਰ ਸਨਮਾਨ ਬਣ ਗਏ। ਚੱਪਾ ਰੋਟੀ ਦਾ ਸੀ ਖਾ ਕੇ ਕੀਤੇ ਤਪ ਜੋ ਤੂੰ ਬਾਬਾ, ਅੱਗੇ ਜਾ ਕੇ ਤੇਰੀ ਸੋਚ ਦਾ ਉਹ ਹਾਣ ਬਣ ਗਏ। ਤੇਰੇ ਬੋਲਾਂ ਨੇ ਲਿਆਂਦੇ ਜਿਨ੍ਹਾਂ ਖੂਨਾਂ 'ਚ ਉਬਾਲੇ ਰਣ, ਭੂਮੀ ਵਿੱਚ ਅੱਗ ਦੇ ਉਹ ਬਾਣ ਬਣ ਗਏ। ਕਿਹੜਾ ਰੱਖਦਾ ਏ ਚੇਤੇ ਬੜੇ ਕਰ ਗਏ ਨੇ ਕੂਚ, ਸਿੰਘ ਪਾ ਕੇ ਸ਼ਹੀਦੀ ਸਾਡੀ ਸ਼ਾਨ ਬਣ ਗਏ। ਸਿੰਘ ਪਾ ਕੇ ਸ਼ਹੀਦੀ ਸਾਡੀ ਸ਼ਾਨ ਬਣ ਗਏ। ਰਵੀ ਗਰੇਵਾਲ ਆਲਮਗੀਰ ਵਾਲਾ ਲਿਖਦਾ ਹੈ। ਸਰ ਨਵਕੀਰਤ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਪਹਿਲੀ ਖਬਰ ਇਹ ਕਿ ਦੱਸਿਓ ਬਈ ਕਰੋਨਾ ਵਾਇਰਸ ਕਿਵੇਂ ਹੈ? ਜੀ ਗਿੱਲ ਸਾਹਿਬ, ਕਰੋਨਾ ਵਾਇਰਸ ਦੇ ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,32,788 ਨਵੇਂ ਕੇਸ ਸਾਹਮਣੇ ਆਏ ਨੇ, ਜਦਕਿ 3,207 ਮੌਤਾਂ ਹੋਈਆਂ। ਮੌਤਾਂ ਦਾ ਅੰਕੜਾ ਭਾਰਤ 'ਚ 3,35,102 ਹੋ ਚੁੱਕਿਆ। ਆਪਣੇ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,281 ਨਵੇਂ ਕੇਸ ਸਾਹਮਣੇ ਆਏ ਨੇ, ਜਦਕਿ 99 ਮੌਤਾਂ ਹੋਈਆਂ ਨੇ। ਪੰਜਾਬ 'ਚ ਐਕਟਿਵ ਕੇਸਾਂ ਦੀ ਗਿਣਤੀ ਇਸ ਵਕਤ 31,133 ਦੱਸੀ ਗਈ ਹੈ। ਉਧਰ ਸੁਪਰੀਮ ਕੋਰਟ ਨੇ ਵੈਕਸੀਨੇਸ਼ਨ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ। ਕੇਂਦਰ ਸਰਕਾਰ ਨੂੰ ਪੁੱਛਿਆ ਕਿ 35,000 ਕਰੋੜ ਰੁਪਇਆ ਜਿਹੜਾ ਰੱਖਿਆ ਸੀ ਉਹ ਕਿੱਥੇ ਵਰਤਿਆ। ਜਿਹੜੀ ਵਿਦੇਸ਼ਾਂ ਤੋਂ ਵੈਕਸੀਨ ਮੰਗਾਈ ਜਾ ਰਹੀ ਹੈ ਜਾਂ ਭਾਰਤ 'ਚ ਤਿਆਰ ਹੋ ਰਹੀ ਆ,
ਉਹਦੇ ਤੇ ਪੂਰਾ ਅੰਕੜਾ ਸਾਨੂੰ ਪੇਸ਼ ਕੀਤਾ ਜਾਵੇ। 18 ਤੋਂ 44 ਉਹ ਏਜ ਗਰੁੱਪ ਦੇ ਲਈ ਤੁਸੀਂ ਕੀ ਕਰ ਰਹੇ ਹੋ, ਇਹ ਸਵਾਲ ਪੁੱਛਿਆ ਗਿਆ। ਇਹ ਵੀ ਅੰਕੜਾ ਗਿੱਲ ਸਾਹਿਬ ਸਾਹਮਣੇ ਆਇਆ ਕਿ ਲੋਕਡਾਊਨ ਦੇ ਦੌਰਾਨ ਰੇਲ ਸੇਵਾ ਪ੍ਰਭਾਵਿਤ ਰਹੀ, ਪਰ ਜਨਵਰੀ 2020 ਤੋਂ ਦਸੰਬਰ 2020 ਦੇ ਵਿੱਚ ਇਹਨਾਂ 12 ਮਹੀਨਿਆਂ ਦੇ ਦੌਰਾਨ 8733 ਲੋਕਾਂ ਦੀ ਰੇਲ ਹਾਦਸਿਆਂ 'ਚ ਮੌਤ ਹੋਈ ਹੈ। ਯਾਨੀ ਕਿ ਉਹ ਲੋਕ ਨੇ ਜਿਹੜੇ ਬਹੁਤੇ ਆਪਣੇ ਪਿੰਡਾਂ ਨੂੰ ਤੁਰੇ ਸੀ ਲੋਕਡਾਊਨ ਦੇ ਦੌਰਾਨ, ਰਸਤੇ 'ਚ ਜਿਨ੍ਹਾਂ ਦੀ ਮੌਤ ਹੋ ਗਈ ਸੀ। ਸੋ ਕੋਵਿਡ-19 ਦੇ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਜੀ ਗਿੱਲ ਸਾਹਿਬ। ਅੱਛਾ ਜੀ, ਟੋਹਾਣਾ ਦੇ ਵਿੱਚ MLA ਦਵਿੰਦਰ ਬਬਲੀ ਦਾ ਘਿਰਾਓ ਕਰਤਾ ਕਿਸਾਨਾਂ ਨੇ ਤੇ ਫੜ ਲਏ ਕਿਸਾਨ ਫਿਰ। ਜੀ ਗਿੱਲ ਸਾਹਿਬ, ਦੇਖੋ ਇਹ ਮਸਲਾ ਬੜਾ ਗੰਭੀਰ ਬਣਿਆ ਹੋਇਆ ਟੋਹਾਣਾ ਦਾ। ਦਰਅਸਲ ਉੱਥੇ ਨਾ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਵੈਕਸੀਨੇਸ਼ਨ ਸੈਂਟਰ ਦਾ ਉਦਘਾਟਨ ਕਰਨ JJP ਦੇ ਵਿਧਾਇਕ ਦਵਿੰਦਰ ਬਬਲੀ ਪਹੁੰਚ ਗਏ ਔਰ ਉੱਥੇ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ। ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਵੈਕਸੀਨੇਸ਼ਨ ਸੈਂਟਰਾਂ ਦਾ ਉਦਘਾਟਨ ਕਰਨ ਤੱਕ ਵੀ ਜਾ ਰਹੇ ਨੇ। ਇੱਥੋਂ ਪਤਾ ਲੱਗਦਾ ਕਿ ਸਰਕਾਰ ਕਿਸ ਤਰ੍ਹਾਂ ਲੋਕਾਂ ਦੇ ਇਸ, ਜਦੋਂ ਲੋਕ ਮੁਸੀਬਤ ਦੀ ਘੜੀ ਦੇ ਵਿੱਚ ਨੇ, ਉਦੋਂ ਵੀ ਲਾਹਾ ਲੈ ਰਹੇ ਨੇ। ਔਰ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਉਹਨੇ ਬਹੁਤ ਅਪਸ਼ਬਦ ਬੋਲੇ, ਕਿਸਾਨਾਂ ਤੇ ਲਾਠੀ ਚਾਰਜ ਵੀ ਹੋਇਆ। ਅੱਜ ਵੀ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਤਾਂ ਉਹਨੇ ਕਿਸਾਨਾਂ ਨੂੰ ਗਾਲਾਂ ਕੱਢੀਆਂ ਔਰ ਬਹੁਤ ਗੰਦੇ ਸ਼ਬਦ ਬੋਲੇ, ਜਿਸ ਤੋਂ ਕਿਸਾਨ ਭੜਕ ਗਏ। ਕਿਸਾਨਾਂ ਨੇ ਅੱਜ ਫੇਰ ਪ੍ਰੋਟੈਸਟ ਕੀਤਾ, ਅਰੈਸਟ ਹੋਏ। ਲੇਕਿਨ ਹੁਣ ਨਵਾਂ ਸੱਦਾ ਦਿੱਤਾ ਗਿਆ ਕਿ 7 ਜੂਨ ਨੂੰ ਹਰਿਆਣਾ ਦੇ ਜਿੰਨੇ ਥਾਣੇ ਨੇ ਸਾਰਿਆਂ ਦਾ ਘਿਰਾਓ ਕੀਤਾ ਜਾਊਗਾ, ਕਿਉਂਕਿ ਇਹ ਜਿਹੜਾ JJP ਵਿਧਾਇਕ ਆ ਦਵਿੰਦਰ ਬਬਲੀ, ਉਹਨੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਆ ਔਰ ਉਹਦੇ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਮੰਗ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਆ। ਸੋ 7 ਜੂਨ ਦਾ ਇਹ ਸੱਦਾ ਜਿਹੜਾ ਕਾਫੀ ਅਹਿਮ ਹੋਊਗਾ। ਉਧਰ ਗਿੱਲ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਖਰਾਬ ਮੌਸਮ ਕਰਕੇ, ਤੂਫਾਨ ਤੇ ਮੀਂਹ ਕਰਕੇ ਤੰਬੂ ਉੱਡੇ, ਪਰ ਫਿਰ ਵੀ ਕਿਸਾਨ ਜਿਹੜੇ ਉੱਥੇ ਡਟੇ ਹੋਏ ਨੇ। ਸ਼ਾਹਜਹਾਂਪੁਰ ਮੋਰਚੇ ਤੇ ਵੀ ਕਾਫੀ ਨੁਕਸਾਨ ਹੋਇਆ, ਪਰ ਕਿਸਾਨਾਂ ਦੇ ਵੱਲੋਂ ਲਗਾਤਾਰ ਉੱਥੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਸਾਂਭੀਆਂ ਹੋਈਆਂ ਨੇ। ਇਹ ਪਤਾ ਲੱਗਿਆ ਕਿ 5 ਜੂਨ ਨੂੰ 1 ਸਾਲ ਪੂਰਾ ਹੋ ਜਾਣਾ ਜਦੋਂ ਖੇਤੀ ਕਾਨੂੰਨ ਆਏ ਸੀ, ਤਾਂ ਉਸ ਦਿਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਜਾਣੀਆਂ ਨੇ ਔਰ ਪੂਰੇ ਦੇਸ਼ ਭਰ ਦੇ ਵਿੱਚ ਫਿਰ 5 ਜੂਨ ਨੂੰ ਸੱਦਾ ਜਿਹੜਾ ਉਹ ਪ੍ਰੋਟੈਸਟ ਦਾ ਸਰਕਾਰ ਦੇ ਖਿਲਾਫ ਦਿੱਤਾ ਗਿਆ ਹੈਗਾ। ਜਿਹੜਾ ਟਵਿੱਟਰ ਵੀ ਚਲਾਇਆ ਜਾ ਰਿਹਾ ਹੈਗਾ, ਟਰੈਕਟਰ ਟੂ ਟਵਿੱਟਰ ਅਕਾਊਂਟ ਚਲਾਇਆ ਜਾ ਰਿਹਾ, ਉਹਨੂੰ ਇੱਕ ਮਾਨਹਾਨੀ ਦਾ ਨੋਟਿਸ ਇੱਕ ਮੀਡੀਆ ਸੰਗਠਨ ਦੁਆਰਾ ਭੇਜਿਆ ਗਿਆ ਹੈਗਾ। ਉਹਦਾ ਵੀ ਸੰਯੁਕਤ ਮੋਰਚੇ ਨੇ ਨੋਟਿਸ ਲਿਆ ਜੀ। ਅੱਛਾ, ਕਾਟੋ ਕਲੇਸ਼ ਕਿੱਧਰ ਨੂੰ ਜਾਊਗਾ? ਅੱਛਾ, ਨਾਲੇ ਕਹੀ ਜਾਂਦੇ ਇੱਕ ਹੋਰ ਗੱਲ, ਜਿਹੜੇ ਆ ਵੈਬ ਵਾਲੇ TV ਜੇ ਚਲਾਏ ਨੇ ਨਾ, ਕਈ ਕਿੱਲ ਕੇ ਬੜੇ ਕਹਿੰਦੇ ਨੇ, ਪਹਿਲਾਂ ਇਕੱਠੇ ਹੀ ਸੀ, ਹੁਣ 5-7 ਚਲਾਈ ਫਿਰਦੇ ਨੇ। ਤੇ ਪਹਿਲਾਂ ਕੌਮ ਦੀ ਬਦਖੋਈ ਪੂਰੀ ਕੀਤੀ, ਹੁਣ ਤਖੱਲਸ 9 ਲਾ ਕੇ ਸਿੰਘ ਲਾਲੇ ਨਾਲ ਹੁਣ ਸੌਦਾ ਚਲਾਉਂਦੇ ਆ 25-30-40 ਹਜ਼ਾਰ। ਇੱਕ ਲੱਖੀ ਜਿਹੜਾ ਉਹਨੇ ਸ਼ੁਰੂ ਹੋਇਆ, ਸਾਰੇ ਹਟ ਕੇ ਆਪਣਾ ਚਲਾਈ ਜਾਂਦੇ ਆ, ਜੁਗਾੜ ਜਿਹਾ ਬੰਨ ਲੈਂਦੇ, 4 ਕੈਮਰੇ ਨੇ ਤੇ ਕੱਖ ਨਹੀਂ ਹੈ ਇਹਨਾਂ ਦਾ। ਹੁਣ ਸਾਰਾ ਦਿਨ ਬਈ ਉਹ ਦਿੱਲੀ ਚਲੇ ਗਏ, ਮੈਨੂੰ ਕੈਪਟਨ ਦੇ ਇੱਕ ਮਿਨਿਸਟਰ ਨੇ ਕਹਿਤਾ, ਉਹ ਕਹਿੰਦਾ ਆ ਹੋ ਜੂ, ਖਿਲਾਰੇ ਪੈਣਗੇ। ਇਹ ਖਿਲਾਰਿਆਂ ਦਾ ਕੀ ਨਿਬੜਿਆ? ਉੱਥੇ ਕੀ ਹੋਇਆ ਦਿੱਲੀ, ਕੁਝ ਪਤਾ ਹੈ? ਜੀ ਗਿੱਲ ਸਾਹਿਬ, ਦੇਖੋ ਇਹਨਾਂ ਖਿਲਾਰਿਆਂ ਦਾ ਕੁਝ ਨਹੀਂ ਨਿਬੜਨਾ। ਅਸਲ ਦੇ ਵਿੱਚ ਮਸਲਾ ਇਹ ਹੈਗਾ ਕਿ ਕੈਪਟਨ ਅਮਰਿੰਦਰ ਨੇ ਸਾਰੇ ਸੈੱਟ ਕਰ ਲੈਣੇ ਆ। 2 ਦੇ ਮੁੰਡਿਆਂ ਨੂੰ ਤਾਂ ਇੱਕ ਦਿਨ ਨੂੰ DSP MLA ਦੇ ਨੂੰ ਲਾਉਣ ਨੂੰ ਫਿਰਦਾ, ਇੱਕ ਦਿਨ ਨੂੰ ਤਹਿਸੀਲਦਾਰ ਲਾਉਣ ਦੇ ਨੂੰ ਫਿਰਦਾ ਔਰ ਕਈ ਹੋਰ ਨਾਰਾਜ਼ਗੀਆਂ ਜਤਾਈ ਜਾਂਦੇ ਨੇ। ਉਹਨਾਂ ਨੂੰ ਆਇਆ ਵੀ ਕਦੇ ਸਾਡੇ ਮੁੰਡੇ ਕੁੜੀ ਦਾ ਕੁਝ ਬਣਾ ਦੂਗਾ। ਸੋ ਹਕੀਕਤ ਇਹ ਹੈ ਕਿ ਕਾਂਗਰਸ ਪਾਰਟੀ ਦੀ, ਆਪਾਂ ਸਭ ਤੋਂ ਪਹਿਲਾਂ ਇਹ ਦੇਖੀਏ ਨਾ ਵੀ ਕੈਪਟਨ ਨੂੰ ਫੜ ਕੇ ਲਾਹੁਣ ਵਾਲਾ ਕੌਣ ਹੈ ਕਾਂਗਰਸ 'ਚ। ਨਾ ਤਾਂ ਰਾਹੁਲ ਗਾਂਧੀ ਯੋਗ ਹੈ ਤੇ ਸੋਨੀਆ ਗਾਂਧੀ ਪ੍ਰਧਾਨਗੀ ਉਹ ਛੱਡਣ ਨੂੰ ਫਿਰਦੀ ਹੈ। ਤੇ ਇਹ ਹਾਲਤ ਕਿਸ ਤਰ੍ਹਾਂ ਦੀ ਹੈ? ਗਾਂਧੀ ਪਰਿਵਾਰ ਤਾਂ ਆਪ ਮੁਸੀਬਤ 'ਚ ਫਸਿਆ ਪਿਆ, ਉਹਨਾਂ ਨੂੰ ਆਇਆ ਵੀ ਸਾਡੇ ਘਰੇ ਪ੍ਰਧਾਨਗੀ ਕਿਵੇਂ ਰਹੇ ਜੀ, ਔਰ ਕਾਂਗਰਸ 'ਚ ਬਗਾਵਤ ਉੱਠ ਰਹੀ ਆ। ਤਾਂ ਅਜਿਹੇ ਦੇ ਵਿੱਚ ਜਿਹੜੇ ਬਾਗੀ ਹੋਏ ਵਿਧਾਇਕ ਨੇ, ਇਹ ਅਸਲ ਦੇ ਵਿੱਚ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਨਹੀਂ ਹੋਏ। ਚੰਗਾ ਹੁੰਦਾ ਇਹ ਪੰਜਾਬ ਦੇ ਮਸਲਿਆਂ ਦੇ ਉੱਤੇ ਬਾਗੀ ਹੁੰਦੇ, ਇਹ ਕੁਰਸੀ ਨੂੰ ਲੈ ਕੇ ਬਾਗੀ ਹੋਏ ਨੇ। ਅੱਜ ਸੁਰਜੀਤ ਸਿੰਘ ਧਮਾਨ ਬਾਗੀ ਹੋਇਆ, ਉਹਨੇ ਕੈਪਟਨ ਅਮਰਿੰਦਰ ਨੂੰ ਕਿਹਾ ਕਿ BC ਵਰਗ ਨੂੰ ਨੁਮਾਇੰਦਗੀ ਨਹੀਂ ਦਿੱਤੀ ਜਾ ਰਹੀ, ਸਾਡਾ BC ਵਰਗ ਦਾ ਕੋਈ ਮੰਤਰੀ ਨਹੀਂ ਬਣਾਇਆ ਹੋਇਆ। ਤਾਂ ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਮੰਗ ਕੀਤੀ ਹੈ। ਸੋ ਇਹਨਾਂ 'ਚ ਜੇ ਸਭ ਤੋਂ ਸੁਹਿਰਦ ਜਾਪ ਰਿਹਾ ਤਾਂ ਉਹ ਪ੍ਰਗਟ ਸਿੰਘ ਜਾਪ ਰਿਹਾ ਹੈਗਾ। ਉਹ ਬੜੀ ਵਿਵਾਕੀ ਦੇ ਨਾਲ ਗੱਲ ਕਰਦਾ, ਬਾਕੀ ਤਾਂ ਐਵੇਂ ਸ਼ੇਰੋ ਸ਼ਾਇਰੀ ਦੇ ਵਿੱਚ ਜਿਹੜਾ ਪੰਜਾਬ ਦੀ ਗੱਲ ਘੱਟ ਹੈ, ਆਪਦੀ ਕੁਰਸੀ ਦੀ ਗੱਲ ਵੱਧ ਹੈ। ਔਰ ਅਜਿਹੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਪਿਛਲੇ 4.5 ਸਾਲ ਦੇ ਵਿੱਚ। ਇਹ 'ਚ ਕੋਈ ਸ਼ੱਕ ਹੀ ਨਹੀਂ ਹੈ ਕਿ ਪੰਜਾਬ ਦੇ ਘਰ ਨੌਕਰੀ ਨਹੀਂ ਮਿਲੀ, ਨਸ਼ੇ ਨਹੀਂ ਖਤਮ ਹੋਏ, ਇਸ ਤੋਂ ਇਲਾਵਾ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਤੇ ਬਾਦਲ ਪਰਿਵਾਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਰਲ ਮਿਲ ਕੇ ਪੰਜਾਬ 'ਚ ਇੱਕ ਫਰੈਂਡਲੀ ਜਿਹਾ ਮੈਚ ਖੇਡ ਰਿਹਾ, ਉਹਨਾਂ ਦੀਆਂ ਬੱਸਾਂ ਦਣਦਣਾਉਂਦੀਆਂ ਫਿਰਦੀਆਂ ਨੇ, ਨੋਟ ਇਕੱਠੇ ਕਰਦੀਆਂ ਸੜਕਾਂ ਤੋਂ। ਤਾਂ ਅਜਿਹੇ ਦੇ ਵਿੱਚ ਕੋਈ ਵਿਧਾਇਕ ਨਹੀਂ ਜਿਹੜਾ ਕੈਪਟਨ ਅਮਰਿੰਦਰ ਨੂੰ ਇਹਨਾਂ ਮਸਲਿਆਂ ਦੇ ਉੱਤੇ ਘੇਰਦਾ ਹੋਵੇ। ਇਹ ਜਿਹੜੇ ਵਿਧਾਇਕ ਘੇਰ ਰਹੇ ਨੇ, ਨਿੱਜੀ ਮਸਲਿਆਂ ਨੂੰ ਲੈ ਕੇ ਘੇਰ ਰਹੇ ਨੇ ਔਰ ਇਹਦੇ ਚੋਂ ਕੁਝ ਨਹੀਂ ਹੋਣ ਵਾਲਾ।
ਔਰ ਇਹਨਾਂ ਨੂੰ ਸੈੱਟ ਕਰ ਦੇਣਾ। 2 ਉਪ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਹੈ। ਈਵਨ ਸੁਖਪਾਲ ਸਿੰਘ ਖਹਿਰਾ ਦੇ ਵੀ ਆਉਣ ਵਾਲੇ ਹਫ਼ਤੇ 'ਚ ਕਾਂਗਰਸ ਜੁਆਇਨ ਕਰਨ ਦੀਆਂ ਕਨਸੂਹਾਂ ਮਿਲ ਰਹੀਆਂ ਨੇ, ਤਾਂ ਉਹਨੂੰ ਵੀ ਕੈਪਟਨ ਅਮਰਿੰਦਰ ਸਿੰਘ ਲਿਆ ਸਕਦੇ ਨੇ। ਸੋ ਇਸ ਕਰਕੇ ਅਜਿਹਾ ਕੁਝ ਨਹੀਂ ਹੋਣ ਵਾਲਾ ਜੀ। ਕੈਪਟਨ ਅਮਰਿੰਦਰ ਹੀ ਅਗਲਾ ਇਹਨਾਂ ਦਾ ਉਮੀਦਵਾਰ ਹੋਊਗਾ। ਹਾਂ, ਇਹ ਪੰਜਾਬ ਦੇ ਲੋਕਾਂ ਤੇ ਨਿਰਭਰ ਕਰਦਾਗਾ ਕਿ ਉਹ ਬਾਂਹ ਫੜ ਕੇ ਕਿਸੇ ਨੂੰ ਪਾਸੇ ਕਰ ਸਕਦੇ ਨੇ, ਪਰ ਇਹਦੇ ਵਿਧਾਇਕਾਂ 'ਚ ਯੁਰਤ ਨਹੀਂ ਹੈ ਜੀ। ਫੂਲਕੇਉਣੀ ਵੀ ਬੋਲੇ ਅੱਜ। ਕੇਸੀ ਸਿੰਘ ਹੈ ਇੱਕ ਸਫੀਰ ਰਹੇ ਪੁਰਾਣੇ, ਤੇ ਉਹ ਵੀ ਤਿਆਰੀ 'ਚ ਨੇ। ਉਹ ਚੰਡੀਗੜ੍ਹ ਸ਼ਿਫਟ ਕਰ ਗਏ। ਇੱਕ ਪੱਤਰਕਾਰ ਉਹਨਾਂ ਦੇ ਪਿੱਛੇ ਪਿਆ ਜੀ, ਤੁਸੀਂ ਸ਼ਾਮਲ ਹੋਵੋ। ਸਭ ਗਿਣ ਮਿਣ ਕੇ ਸਾਰਾ ਕੁਛ ਕਰ ਰਹੇ ਨੇ। ਕੋਈ ਵੀ ਨਹੀਂ ਹੈ ਉੱਥੇ ਜਿਹੜਾ ਪੰਜਾਬ ਵੱਲ ਵੇਖਦਾ ਹੋਵੇ। ਕੁਝ ਹੀ ਨੇ 5-7, ਪਰ ਸਾਰੇ ਕੁਰਸੀ ਕੁਰਸੀ ਤੇ ਕੁਰਸੀ ਤੇ ਕੁਰਸੀ ਦਾ ਰੌਲਾ ਹੈ। ਆ ਨਵਜੋਤ ਸਿੱਧੂ ਨੂੰ ਜੇ ਉਪ ਮੁੱਖ ਮੰਤਰੀ ਪਹਿਲਾਂ ਬਣਾ ਦਿੰਦਾ, ਇਹਨੇ ਰੌਲਾ ਹੀ ਨਹੀਂ ਸੀ ਪਾਉਣਾ। ਇਹਦਾ ਕੋਈ ਰੇੜਕਾ ਹੀ ਹੈ ਨਹੀਂ ਸੀ। ਤੇ ਨਾਲ ਇਹ ਦੱਸਿਓ ਕਿ ਯੋਗੀ ਦਾ ਵੀ ਤਖਤ ਹਿੱਲ ਸਕਦਾ ਜੀ। ਗੱਲ ਸਾਹਿਬ, ਉਹਦਾ ਤਖਤ ਹਿੱਲਣ ਦੀ ਸੰਭਾਵਨਾ ਮੈਨੂੰ ਵੱਧ ਨਜ਼ਰ ਆ ਰਹੀ ਹੈ। ਉਹਦੇ 2-3 ਕਾਰਨ ਨੇ। ਇੱਕ ਕਾਰਨ ਤਾਂ ਇਹ ਹੈਗਾ ਕਿ ਸੰਘ ਪਰਿਵਾਰ ਦੇ ਵਿੱਚ ਇੱਕ ਚਰਚਾ ਚੱਲਦੀ ਹੈ ਕਿ ਨਰਿੰਦਰ ਮੋਦੀ ਤੋਂ ਬਾਅਦ ਕੌਣ, ਤਾਂ ਉਹਦੇ 'ਚ ਜੋਗੀ ਆਦਿੱਤਿਆਨਾਥ ਦਾ ਨਾਂ ਆ ਜਾਂਦਾ। ਉਹਦੇ 'ਚੋਂ ਨਰਿੰਦਰ ਮੋਦੀ ਖਫਾ ਗਾ, ਉਹ ਔਖਾ ਗਾ। ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ ਨੇ ਇਹਨੂੰ ਬਿਨਾਂ ਕੋਈ ਚੋਣ ਜਿੱਤਿਆਏ, ਬਿਨਾਂ ਉਮੀਦਵਾਰ ਬਣਾਏ ਮੁੱਖ ਮੰਤਰੀ ਨੂੰ ਸਿੱਧਾ ਲਿਆ ਕੇ ਪੈਰਾਸ਼ੂਟ ਰਾਹੀਂ ਤਾਰ ਕੇ ਮੁੱਖ ਮੰਤਰੀ ਤਾਂ ਬਣਾਤਾ। ਪਰ ਹੁਣ ਉਹ ਇਹਨੂੰ ਕਾਰਨਰ ਕਰਨਾ ਚਾਹੁੰਦੇ ਨੇ। ਔਰ ਉਹਦੇ ਵਿੱਚੋਂ ਹੁਣ ਇਹਦੇ ਬਾਰੇ ਚਰਚਾ ਇਹ ਵੀ ਚੱਲਦੀ ਹੈ ਕਿਉਂਕਿ ਗਿੱਲ ਸਾਹਿਬ, ਜੇ ਮਸਲੇ ਨੂੰ ਅਸੀਂ ਦੇਖੀਏ ਤਾਂ ਅਰਵਿੰਦ ਕੁਮਾਰ ਸ਼ਰਮਾ ਸੀਨੀਅਰ IAS ਅਫਸਰ ਨਰਿੰਦਰ ਮੋਦੀ ਦੀ ਟੀਮ 'ਚ ਰਿਹਾ। ਜਨਵਰੀ 'ਚ ਉਹ ਤੋਂ ਰਿਜ਼ਾਈਨ ਕਰਾਉਂਦਾ ਨਰਿੰਦਰ ਮੋਦੀ ਔਰ ਸਿੱਧਾ ਯੂਪੀ 'ਚ ਭੇਜਦਾ। ਯੂਪੀ ਦੇ ਵਿੱਚ ਉਹਨੂੰ ਵਿਧਾਨ ਪਰਿਸ਼ਦ ਦੇ ਰਾਹੀਂ ਪੌੜੀਆਂ ਚੜਾ ਕੇ ਵਿਧਾਇਕ ਦੇ ਬਰੋਬਰ ਲਿਆ ਬਹਾਉਂਦੇ ਨੇ। ਔਰ ਉਸ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੂੰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕਹਿੰਦੇ ਨੇ ਕਿ ਅਰਵਿੰਦ ਕੁਮਾਰ ਸ਼ਰਮਾ ਨੂੰ ਜਿਹੜਾ ਤੂੰ ਕੈਬਨਿਟ ਮੰਤਰੀ ਬਣਾ, ਇਹਨੂੰ ਉਪ ਮੁੱਖ ਮੰਤਰੀ ਬਣਾ, ਚਾਹੇ ਗ੍ਰਹਿ ਮੰਤਰੀ ਬਣਾ, ਇਹਨੂੰ ਕੈਬਨਿਟ ਮੰਤਰੀ ਬਣਾ। ਲੇਕਿਨ ਯੋਗੀ ਆਦਿੱਤਿਆਨਾਥ ਜਵਾਬ ਦੇ ਦਿੰਦਾ। ਉਹ ਕਹਿੰਦਾ ਮੈਂ ਨਹੀਂ ਬਣਾਉਂਦਾ। ਅਰਵਿੰਦ ਕੁਮਾਰ ਸ਼ਰਮਾ ਨਰਿੰਦਰ ਮੋਦੀ ਦੇ ਸਭ ਤੋਂ ਨੇੜਲਿਆਂ 'ਚੋਂ ਸੀਨੀਅਰ IAS ਅਫਸਰ ਰਿਹਾ, ਬਿਊਰੋਕਰੇਟ ਰਿਹਾਗਾ। ਔਰ ਉਸ ਨੂੰ ਯੋਗੀ ਇਸ ਕਰਕੇ ਕਾਰਨਰ ਕਰਦਾ ਕਿਉਂਕਿ ਯੋਗੀ ਨੂੰ ਪਤਾ ਹੈ ਕਿ ਇਹਨੂੰ ਇਸ ਵਾਰ ਕੈਬਨਿਟ ਮੰਤਰੀ ਬਣਾਉਣਾ, ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਬਣਾ ਦੇਣਗੇ ਇਹ। ਤਾਂ ਹੁਣ ਭਾਰਤੀ ਜਨਤਾ ਪਾਰਟੀ ਦੀ ਇੱਕ ਕੇਂਦਰੀ ਟੀਮ ਯੂਪੀ ਗਈ ਹੈ, ਜਿਹਦੇ 'ਚ ਕੇਂਦਰੀ ਆਗੂ BL ਸੰਤੋਸ਼ ਤੇ ਰਾਧਾ ਮੋਹਨ, ਉਹਨਾਂ ਨੇ ਯੋਗੀ ਨਾਲ ਵੀ ਮੁਲਾਕਾਤ ਕੀਤੀ ਹੈ। ਸੂਬੇ ਦੇ ਕਈ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਬਗਾਵਤ ਬਹੁਤ ਆ ਉੱਥੇ ਵੀ ਵਿਧਾਇਕ ਯੋਗੀ ਦੇ ਖਿਲਾਫ ਨੇ। ਬਹੁਤ ਸਾਰੇ ਵਿਧਾਇਕਾਂ ਨੂੰ ਤਾਂ ਇਲਾਜ ਹੀ ਨਹੀਂ ਕਰੋਨਾ ਦੌਰਾਨ ਮਿਲਿਆ। ਕੋਈ ਕਹਿੰਦਾ ਮੇਰੇ ਹਲਕੇ 'ਚ ਮੇਰੀ ਨਹੀਂ ਚੱਲਦੀ। ਯੋਗੀ ਆਦਿੱਤਿਆਨਾਥ ਆਪਣੀ ਮਨਮਰਜ਼ੀ ਕਰ ਰਿਹਾ ਹੈ। ਤਾਂ ਯੋਗੀ ਨੇ ਕਿਸ ਤਰੀਕੇ ਦੇ ਨਾਲ ਉੱਥੇ ਨੌਜਵਾਨਾਂ ਨੂੰ ਕੁੱਟਿਆ, ਕਿਸ ਤਰੀਕੇ ਦੇ ਉੱਥੇ ਕਾਨੂੰਨ ਲੈ ਕੇ ਆਂਦੇ, ਕਿਸ ਤਰੀਕੇ ਦੇ ਝੂਠੇ ਪੁਲਿਸ ਮੁਕਾਬਲੇ ਹੋਏ, ਉਹ ਸਭ ਦੇ ਸਾਹਮਣੇ ਆ। ਸੋ ਨਰਿੰਦਰ ਮੋਦੀ ਹੋਰਾਂ ਨੂੰ ਇਹਨਾਂ ਗੱਲਾਂ ਨਾਲ ਨਹੀਂ ਹੈ। ਉਹਨਾਂ ਨੂੰ ਹੈ ਤਾਂ ਇਹ ਕਿ ਉਹਨੂੰ ਆਪਦੀ ਕੁਰਸੀ ਨੂੰ ਖਤਰਾ ਦਿੰਦਾ। ਦੂਸਰਾ ਇਹ ਕਿ ਯੋਗੀ ਆਦਿੱਤਿਆਨਾਥ ਉਹਨਾਂ ਦੀ ਮੰਨ ਕੇ ਨਹੀਂ ਚੱਲਦਾ। ਔਰ ਜਿਹੜਾ ਅਰਵਿੰਦ ਕੁਮਾਰ ਸ਼ਰਮਾ ਗਾ, ਉਹ ਨਰਿੰਦਰ ਮੋਦੀ ਦਾ ਸਭ ਤੋਂ ਚਹੇਤਾ ਅਫਸਰ ਰਿਹਾ ਗਾ। ਸੋ ਇਸ ਕਰਕੇ ਹੁਣ ਉੱਥੇ ਯੋਗੀ ਦਾ ਤਖਤ ਹਿਲਦਾ ਦਿਖਾਈ ਦੇ ਰਿਹਾ। BJP ਉਹਦਾ ਬਦਲ ਲੱਭ ਰਹੀ ਆ ਔਰ ਉਹਨੂੰ ਕਾਰਨਰ ਕਰਨ ਬਾਰੇ ਸੋਚ ਰਹੀ ਆ। ਪੰਚਾਇਤੀ ਚੋਣਾਂ 'ਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ ਆ, ਉਹਨੂੰ ਵੀ ਇੱਕ ਮੁੱਦਾ ਬਣਾਇਆ ਜਾ ਰਿਹਾ। ਦੂਜਾ ਮੁੱਦਾ ਜਿਹੜਾ ਉਹ ਕਰੋਨਾ ਮਹਾਮਾਰੀ ਦੌਰਾਨ ਯੂਪੀ ਦੇ ਵਿੱਚ ਜਿਹੜੀ ਸਥਿਤੀ ਨਹੀਂ ਬਣੀ, ਉਹਨੂੰ ਬਣਾਇਆ ਜਾ ਰਿਹਾ। ਉਂਝ ਯੂਪੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣ ਜਾਂਦਾ ਵੱਡਾ ਸੂਬਾ, ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੀ ਫੀਲਿੰਗ ਵੀ ਲੈਣ ਲੱਗ ਜਾਂਦਾ। ਗਿੱਲ ਸਾਹਿਬ, ਇਹ ਵੀ ਇੱਕ ਮਸਲਾ ਹੈ ਜੀ। ਪਰ ਹਿੰਦੂ ਰਾਸ਼ਟਰ ਲਈ ਉਹ ਕੰਮ ਬਹੁਤ ਕਰ ਰਿਹਾ ਤੇ RSS ਉਹਦੀ ਪਿੱਠ ਤੇ ਹੋਏਗੀ। ਫਿਰ ਮੋਦੀ ਦੀ ਚੜ੍ਹ ਮਚੂਕ RSS ਦੀ। ਬਿਲਕੁਲ ਜੀ, ਇਹ ਵੀ ਇੱਕ ਮਸਲਾ ਹੈਗਾ ਕਿਉਂਕਿ RSS ਜੋਗੀ ਨੂੰ ਪੂਰਾ ਸ਼ੈਲਟਰ ਕਰ ਰਹੀ ਹੈ, ਜੋਗੀ ਦੇ ਪੱਖ 'ਚ ਖੜੀ ਹੈ। ਔਰ RSS ਨਰਿੰਦਰ ਮੋਦੀ ਤੋਂ ਪਿਛਲੇ ਦਿਨਾਂ ਤੋਂ ਕੁਝ ਖਫਾ ਨਜ਼ਰ ਆ ਰਹੀ ਹੈ। ਹਾਲਾਂਕਿ ਦੋਨੇ ਹਨ ਤਾਂ ਹਿੰਦੂਤਵ ਦੇ ਚਿਹਰੇ, ਪਰ ਵੱਧ ਕੱਟੜ ਕੌਣ, RSS ਦੇ ਲਈ ਇਹ ਮੇਨ ਏਜੰਡਾ ਹੁੰਦਾ। ਤਾਂ ਉਹਦੇ 'ਚੋਂ ਨਰਿੰਦਰ ਮੋਦੀ ਨੂੰ ਅਸਲ 'ਚ ਆਪਦਾ ਬਦਲ ਆ ਜਿਹੜਾ ਉਹ ਹੁਣ ਯੋਗੀ ਦਿਸਣ ਲੱਗ ਗਿਆ, ਜਿਹਦੇ ਤੋਂ ਖਫਾ ਹੈ ਜੀ। ਬਿਲਕੁਲ ਵਰਤਣਗੇ ਦੋਨਾਂ ਨੂੰ। ਵਰਤਣ ਤੋਂ ਬਾਅਦ ਫਿਰ ਪਰਾਂ ਕਰ ਦੇਣਗੇ। ਕਦੇ ਇੰਦਰਾ ਗਾਂਧੀ ਨਾਲ ਵੀ RSS ਦੀ ਯਾਰੀ ਰਹੀ ਹੈ ਜਦ 84 ਦੇ ਵਿੱਚ ਤੀਸਰਾ ਘੱਲੂਘਾਰਾ ਵਰਤਾਇਆ। ਅਖੀਰ 'ਚ ਦੱਸਿਓ, ਜਹਾਜ਼ ਤੁਰਿਆ ਭਾਰਤ ਤੋਂ ਤੇ ਸ਼੍ਰੀਲੰਕਾ ਦੇ ਤੱਟ ਤੇ ਡੁੱਬਣ ਲੱਗਿਆ। ਇਹ ਕਿਹੜਾ ਜਹਾਜ਼ ਆ ਇਹ? ਜੀ ਗੱਲ ਸਾਹਿਬ, ਇਹ ਬੜੀ ਮੰਦਭਾਗੀ ਘਟਨਾ ਹੋਣ ਲੱਗੀ ਹੈ। ਦੁਨੀਆ ਦੀ ਦਰਅਸਲ ਸਭ ਤੋਂ ਵੱਡੀ ਜਿਹੜੀ ਫੀਡਰ ਆਪਰੇਟਰ ਕੰਪਨੀ ਹੈ ਐਕਸਪ੍ਰੈਸ ਫੀਡਰਸ, ਇਹ ਸਿੰਗਾਪੁਰ 'ਚ ਰਜਿਸਟਰਡ ਹੈ। ਇਹਦਾ ਜਹਾਜ਼ ਹੈ, ਇਹ 186 ਮੀਟਰ ਲੰਬਾ ਜਹਾਜ਼ ਹੈ ਔਰ ਇਹ ਮਾਲ ਜਹਾਜ਼ ਆ ਜਿਹੜਾ 1486 ਕੰਟੇਨਰ ਲੈ ਕੇ ਭਾਰਤ ਤੋਂ ਤੁਰਿਆ ਸੀ 15 ਮਈ ਨੂੰ। 25 ਟਨ ਤਾਂ ਇਹਦੇ 'ਚ ਨਾਈਟ੍ਰਿਕ ਐਸਿਡ ਹੈ, ਹੋਰ ਬਹੁਤ ਸਾਰੇ ਕੈਮੀਕਲ ਨੇ, ਕਾਸਮੈਟਿਕਸ ਹੈ, ਤੇਲ ਹੈ, ਇਹਦੇ 'ਚ ਬਹੁਤ ਕੰਟੇਨਰ। ਔਰ ਜਦੋਂ 15 ਮਈ ਨੂੰ ਇਹ ਤੁਰਿਆ, ਉਸ ਤੋਂ ਇਹ ਹਜੀਰਾ ਪੋਰਟ ਤੋਂ ਤੁਰਿਆ ਸੀਗਾ ਭਾਰਤ ਤੋਂ, ਔਰ ਉਸ ਤੋਂ ਥੋੜੇ ਇੱਕ ਅੱਧਾ ਦਿਨ ਬਾਅਦ ਹੀ ਇਹਨੂੰ ਅੱਗ ਲੱਗ ਗਈ। ਔਰ ਅੱਗ ਲੱਗਣ ਤੋਂ ਬਾਅਦ ਗਿੱਲ ਸਾਹਿਬ 2 ਹਫ਼ਤੇ ਹੋ ਗਏ ਅੱਗ ਲੱਗੀ ਨੂੰ, ਅੱਗ ਨਹੀਂ ਬੁਝੀ।
ਸ਼੍ਰੀਲੰਕਾ ਤੇ ਭਾਰਤ ਦੀ ਫੌਜ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਅੱਗ ਬੁਝਾਉਣ ਦੀ, ਪਰ ਮੌਨਸੂਨ ਦੀਆਂ ਹਵਾਵਾਂ ਚੱਲ ਰਹੀਆਂ ਨੇ, ਤੂਫਾਨ ਚੱਲ ਰਿਹਾ ਸੀ ਸਮੁੰਦਰ ਦੇ ਵਿੱਚ, ਜਿਹਦੇ ਕਰਕੇ ਅੱਗ ਨਹੀਂ ਬੁਝੀ। ਔਰ 2 ਹਫ਼ਤਿਆਂ ਤੋਂ ਅੱਗ ਲੱਗੀ ਹੋਣ ਕਰਕੇ ਹੁਣ ਇਹ ਜਹਾਜ਼ ਆ ਜਿਹੜਾ 2 ਦੇਸ਼ਾਂ ਨੇ ਤਾਂ ਆਪਣੇ ਨੇੜੇ ਨਹੀਂ ਟੁੱਕਣ ਦਿੱਤਾ। ਹੁਣ ਸ਼੍ਰੀਲੰਕਾ ਦੇ ਨਗੇਂਬੋ ਸ਼ਹਿਰ ਦੇ ਨੇੜੇ ਜਿਹੜਾ ਤੱਟ ਵੀ ਪੈਂਦਾ ਉੱਥੇ ਸਮੁੰਦਰੀ, ਉੱਥੇ ਡੁੱਬਣ ਕਿਨਾਰੇ ਆ। ਔਰ ਜੇ ਡੁੱਬਦਾ, ਡੁੱਬਣ ਦੇ ਕਿਨਾਰੇ ਦੇ ਉੱਤੇ ਹੀ ਆ, ਡੁੱਬ ਜਾਣਾ ਇਹਨੇ। ਜੇ ਇਹ ਡੁੱਬਦਾ ਹੈ ਗਿੱਲ ਸਾਹਿਬ, ਤਾਂ ਇਹਦੇ ਚੋਂ ਬਹੁਤ ਜ਼ਿਆਦਾ ਕੈਮੀਕਲ ਆ ਜਿਹੜਾ ਖਾਸ ਕਰਕੇ ਨਾਈਟ੍ਰਿਕ ਐਸਿਡ ਤੇ ਹੋਰ ਤੇਲ, ਮਾਲਵਾ, ਇਹ ਜਿਹੜਾ ਮਲਬਾ ਇਹਦੇ ਵਿੱਚੋਂ ਡਿੱਗਣਾ ਹੈ, ਬਹੁਤ ਹੀ ਖਤਰਨਾਕ ਹੋਣਾ ਉਹ ਜਾਨਵਰਾਂ ਦੇ ਲਈ। ਜਿਹੜੇ ਵੀ ਉੱਥੇ ਸਮੁੰਦਰੀ ਜੀਵ ਨੇ, ਸਮੁੰਦਰੀ ਤਬਾਹੀ ਮਚੂਗੀ, ਵਾਤਾਵਰਨ ਦੇ ਲਈ ਬਹੁਤ ਪਲੀਤ ਹੋ ਜਾਣਾ। ਸ਼੍ਰੀਲੰਕਾ 'ਚ ਬਹੁਤ ਵਿਰੋਧ ਹੋ ਰਿਹਾ ਇਹਦਾ, ਕਿਉਂਕਿ ਸ਼੍ਰੀਲੰਕਾ ਦੇ ਸ਼ਹਿਰ ਦੇ ਨੇੜੇ ਤੇਲ ਦਿਸਣ ਵੀ ਲੱਗ ਗਿਆ ਸਮੁੰਦਰੀ ਤੱਟ ਦੇ ਉੱਤੇ। ਸੋ ਇਸ ਕਰਕੇ ਇਹ ਇੱਕ ਵਾਤਾਵਰਨ ਦੀ ਤਬਾਹੀ ਦਾ ਕਾਰਨ ਬਣੂ, ਸਮੁੰਦਰੀ ਜੀਵਾਂ ਦੀ ਤਬਾਹੀ ਦਾ ਕਾਰਨ ਬਣੂਗਾ। ਔਰ ਇਸ ਜਹਾਜ਼ ਦੇ ਡੁੱਬਣ ਦੇ ਨਾਲ ਜਿਹੜਾ ਨੁਕਸਾਨ ਹੋਣਾ ਉਹ ਵੱਖਰਾ ਗਾ। ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰਨ ਜਾ ਰਹੀ ਆ। ਜੀ ਗਿੱਲ ਸਾਹਿਬ, ਧੰਨਵਾਦ ਜੀ। ਕੱਲ ਨੂੰ 9:15 ਵਜੇ ਫੇਰ ਗੱਲਬਾਤ ਹੋਏਗੀ। ਸ਼ੁਕਰੀਆ ਜੀ। ਜਿਸ ਦਿਨ ਦੇ ਕੈਮਲੂਸ ਦੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ ਬੱਚਿਆਂ ਦੇ ਰਿਮੇਨਜ਼ ਜਾਂ ਹੱਡੀਆਂ ਕਹਿ ਲਓ, ਜਿਹੜਾ ਵੀ ਕੁਛ ਮਿਲਿਆ, ਉਸ ਦਿਨ ਦੀ ਸਾਰੀ ਜਿਹੜੀ ਗੱਲਬਾਤ ਹੈ ਸਿਰਫ ਤੇ ਸਿਰਫ ਇੱਧਰ ਹੀ ਚੱਲ ਰਹੀ ਹੈ। ਔਰ ਹੈ ਵੀ ਜਿਹੜੀ ਹੈ ਬਹੁਤ ਵੱਡੀ ਗੱਲ ਹੈ। ਅੱਜ ਦੇ ਸਮੇਂ ਦੇ ਵਿੱਚ ਇਹ ਹੋ ਜਾਣਾ, ਤੇ ਉਹ ਜਿਹਾ ਦੇਸ਼, ਜੇ ਕਿਸੇ ਦੇਸ਼ ਦੀਆਂ ਦੇ ਇਤਿਹਾਸ ਦੇ ਵਿੱਚ ਕੁਝ ਵੀ ਹੋਇਆ ਹੋਵੇ, ਚੀਜ਼ਾਂ ਦੱਬੀਆਂ ਰਹਿ ਜਾਂਦੀਆਂ ਨੇ, ਪਰ ਜੇ ਉਹਦੇ ਬਾਰੇ ਕੋਈ ਵੱਡੀ ਖਬਰ ਆ ਜਾਵੇ ਤਾਂ ਫਿਰ ਉਹਦੇ 'ਚ ਟਿਕਾ ਕੋਈ ਨਹੀਂ। ਹੁਣ ਸਾਰੇ ਗਲਤੀਆਂ, ਅਸਲ ਸਭ ਤੋਂ ਅੱਗੇ ਚਰਚ ਨੂੰ ਆਉਣਾ ਚਾਹੀਦਾ, ਕੈਥੋਲਿਕ ਲੋਕਾਂ ਨੂੰ, ਉਹਨਾਂ ਨੂੰ ਆਉਣਾ ਚਾਹੀਦਾ, ਤੇ ਉਹਨਾਂ ਨੂੰ ਅੱਗੇ ਆ ਕੇ ਕਹਿਣਾ ਚਾਹੀਦਾ ਵੀ ਅਸੀਂ ਧਰਮ ਦੇ ਨਾਂ 'ਤੇ, ਨਸਲ ਦੇ ਨਾਂ 'ਤੇ, ਬੋਲੀ ਦੇ ਨਾਂ 'ਤੇ ਅਸੀਂ ਉਜਾੜਾ ਕੀਤਾ। ਹੁਣ ਚਿੱਟਿਆਂ ਕੰਦੂਰਿਆਂ 'ਤੇ, ਚਿੱਟਿਆਂ ਚੋਲਿਆਂ 'ਤੇ ਜਿਹੜੇ ਦਾਗ ਲੱਗੇ ਨੇ, ਧੋਣੇ ਪੈਣੇ ਨੇ ਤੇ ਮੰਨਣਾ ਪੈਣਾ। ਪਹਿਲਾਂ ਜਿਹੜੇ ਜਵਾਕਾਂ ਨਾਲ, ਜਿਹੜੇ ਚਰਚ 'ਚ ਆਉਂਦੇ ਸੀ, ਉਹਨਾਂ ਨਾਲ ਬਦਸਲੂਕੀ, ਉਹਨਾਂ ਦੇ ਰੇਪ, ਬੱਚੀਆਂ ਦੇ ਰੇਪ, ਬਹੁਤ ਕੁਝ ਹੋਇਆ, ਤੇ ਲੁਕੋ ਲੈਂਦੇ ਆ, ਹਜ਼ਾਰਾਂ ਦੀ ਗਿਣਤੀ ਲੁਕੋ ਲੈਂਦੇ ਆ। ਇਹ ਨਨਸ ਜੀ ਤੇ ਇਹ ਜੀ, ਇਹ ਜਿਹੜੇ ਪਾਦਰੀ ਜੀ, ਇਹ ਫਾਦਰ ਜੀ, ਇਹ ਮਹਿੰਗਮ ਨੇ ਜੀ, ਇਹ ਇਹਨਾਂ 'ਚ ਸਰੀਰ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈ ਜੀ, ਇਹ ਸੰਭੋਗ ਨਹੀਂ ਜੀ ਕਰਦੇ, ਸਭ ਬਕਵਾਸ ਹੈ। ਇਹ ਜਿਹੜਾ ਇਹ ਸ਼ਬਦ, ਜਿਹੜੇ ਮਹਿੰਗਮ ਸ਼ਹਿੰਗਮ, ਜਿਹੜੇ ਇਹ ਸ਼ਬਦ ਨੇ ਨਾ, ਇਹ ਇਹਨਾਂ ਦੀ ਜਗ੍ਹਾ ਕਿਤੇ ਨਹੀਂ ਹੈ। ਇਹ ਕ੍ਰੀਏਟ ਕੀਤੀਆਂ ਹੋਈਆਂ ਚੀਜ਼ਾਂ ਨੇ। ਪਤਾ ਜ਼ਿਆਦਾ ਹੀ ਲੱਗਦਾ ਜਾਂ ਸਕੈਂਡਲ ਬਾਹਰ ਆਉਂਦਾ। ਇੱਕ ਧਾਰਮਿਕ ਸਥਾਨ ਨਹੀਂ, ਸਾਰਿਆਂ ਦੇ ਆਪਣਾ ਵੀ ਰੌਲਾ ਪਿਆ ਸੀ ਇੱਕ ਵਾਰ ਵਿਨੀਪੈਗ ਦੇ ਵਿੱਚ। ਸੋ ਇਹ ਜਿਹੜੀ ਕੁਦਰਤ ਨੂੰ ਗੈਰ ਕੁਦਰਤੀ ਕਰਕੇ ਜਦ ਤੁਸੀਂ ਕੁਝ ਵੀ ਕਰਨਾ ਹੈ ਤੇ ਧਰਮ ਨੂੰ ਥੋਪਣਾ ਹੈ ਜੀ, ਉਹ ਲਸਣ ਨਾ ਜੀ ਖਾਓ ਜੀ, ਉਹ ਅਦਰਕ ਨਾ ਖਾਓ ਜੀ, ਤੇ ਆਹ ਨਾ ਜੀ ਖਾਓ ਤੇ ਉਹ ਨਹੀਂ ਖਾਓ, ਇਹ ਨਹੀਂ ਹੈ। ਇਹ ਕਹਾਣੀਆਂ ਹੋਰ ਨੇ। ਤੇ ਪਰ ਇਹ ਜਿਹੜਾ ਜ਼ੁਲਮ ਹੋਇਆ, ਹੁਣ ਇਹਦੇ 'ਤੇ ਸਾਰਾ ਕੁਛ ਆਲੇ ਦੁਆਲੇ ਚੱਲ ਰਿਹਾ। ਇੱਕ ਸਾਡੇ ਕਲੱਬ ਵੱਲੋਂ ਇਸ ਸੈਟਰਡੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਰਾਈਡ ਜਿਹੜੀ ਇਹਨਾਂ ਮਾਸੂਮਾਂ ਦੇ ਲਈ ਅਸੀਂ ਕਰੀਏ, ਤੇ ਕੈਮਲੂਸ ਜਾ ਕੇ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਇੱਥੋਂ ਜਾ ਕੇ। ਸੋ ਇਹ ਅਬਸਪੋਰਟ ਤੋਂ 9 ਵਜੇ ਅਸੀਂ ਆਟੋ ਮਾਲ ਦੇ ਵਿੱਚੋਂ ਜੂਨ 5 ਨੂੰ ਤੁਰਨਾ, ਸੈਟਰਡੇ ਨੂੰ। ਸਾਰਿਆਂ ਨੂੰ ਖੁੱਲ੍ਹਾ ਸੱਦਾ। ਇੱਕ ਅਸੀਂ ਆਰਗੇਨਾਈਜ਼ ਜ਼ਰੂਰ ਅਸੀਂ ਕੀਤੀ ਹੈ, ਸਿੱਖ ਰਾਈਡਰਸ ਆਫ ਕੈਨੇਡਾ ਨੇ, ਪਰ ਕੋਈ ਵੀ ਸ਼ਾਮਲ ਹੋ ਸਕਦਾ, ਆਪਣੀਆਂ ਕਾਰਾਂ 'ਚ ਸ਼ਾਮਲ ਹੋ ਸਕਦੇ ਹੋ ਤੁਸੀਂ। ਆਪਾਂ ਇੱਕ ਵੱਡੇ 3 ਵਜੇ ਦੇ ਕਰੀਬ ਇਹ ਜਿਹੜਾ ਚੀਫ ਐਲੈਕਸ ਥਾਮਸ ਵੇ ਹੈ ਕੈਮਲੂਪਸ, 330 ਚੀਫ ਐਲੈਕਸ ਥਾਮਸ ਵੇ ਕੈਮਲੂਪਸ, ਉੱਥੇ ਜਾ ਕੇ ਫਿਰ ਅਰਦਾਸ ਜਿਹੜੀ ਹੈ
ਮਤਲਬ 4 ਘੰਟੇ ਦਾ ਜੇ ਸਮਾਂ ਪਾ ਕੇ ਰੋਕ ਕੇ ਵੀ ਜਾਂਦੇ ਹਾਂ, 2 ਵਜੇ ਨੂੰ ਉੱਥੇ ਅਰਦਾਸ ਜਿਹੜੀ ਹੋਏਗੀ ਲੋਕਲ ਗੁਰਦੁਆਰਾ ਸਾਹਿਬ ਨੂੰ ਕਿਹਾ ਉਹ ਸ਼ਾਮਲ ਹੋਣਗੇ। ਸੋ ਇਹ ਇੱਕ ਕੋਸ਼ਿਸ਼ ਹੈ, ਸਮਾਂ ਇਹ ਸਿੰਬੋਲਿਕ ਹੈ, ਚਾਹੇ ਇੱਕ ਭਾਈਚਾਰੇ ਦੇ ਤੌਰ 'ਤੇ ਇਹ ਜ਼ਰੂਰੀ ਹੈ। ਔਰ ਇੱਕ ਭਾਈਚਾਰੇ ਨੂੰ ਹੋਰ ਵੀ ਮੁਹਿੰਮ ਜਿਹੜੀ ਕਰਨੀ ਚਾਹੀਦੀ ਹੈ ਉਹ ਇਹ ਹੈ ਕਿ ਮੁੰਡਾ ਜਿਹੜਾ ਕੈਲਗਰੀ ਵਾਲਾ ਜਿਸ ਦੇ ਟਰੱਕ ਦੇ ਨਾਲ ਹਾਕੀ ਖਿਡਾਰੀਆਂ ਦੀ ਮੌਤ ਹੋਈ ਆ, ਬਦਕਿਸਮਤੀ ਆ, ਉਹ ਮੰਨ ਗਿਆ, ਸਾਰਾ ਕੁਛ ਮੰਨ ਰਿਹਾ, ਗਲਤੀ ਹੋਈ ਹੈ। ਹੁਣ ਉਹਦਾ ਜਿਹੜਾ ਡਿਪੋਰਟ ਦੀ ਗੱਲ ਚੱਲ ਰਹੀ ਹੈ ਉਸ 'ਤੇ ਵੀ ਕੁਛ ਕੰਮ ਹੋਣਾ ਚਾਹੀਦਾ, ਭਾਈਚਾਰੇ ਨੂੰ ਰਲਣਾ ਚਾਹੀਦਾ ਇਸ 'ਤੇ ਵੀ ਚਲੋ ਉਹ ਐਕਸੀਡੈਂਟ ਹੈ, ਉਹਦਾ ਕੋਈ ਉਹਨਾਂ ਨਾਲ ਰੇੜਕਾ ਨਹੀਂ ਸੀ, ਉਹ ਮੰਨ ਗਿਆ। ਅੱਧੇ ਮਾਪੇ ਮਾਫ ਕਰਦੇ ਨੇ, ਅੱਧੇ ਕਹਿੰਦੇ ਨੇ ਡਿਪੋਰਟ ਹੋਵੇ। ਉਹਦੇ 'ਤੇ ਵੱਡੀ ਲਹਿਰ ਕੋਈ ਚੱਲਣੀ ਚਾਹੀਦੀ ਹੈ ਕਿ ਉਹ ਘੱਟੋ ਘੱਟ ਇੱਥੇ ਰਹਿ ਸਕੇ ਆਪਣੇ ਪਰਿਵਾਰ ਦੇ ਵਿੱਚ। ਨਹੀਂ ਇੱਕ ਬਾਕੀ ਦਾ ਪਰਿਵਾਰ ਟੁੱਟ ਗਏ, ਇੱਕ ਪਰਿਵਾਰ ਹੋਰ ਟੁੱਟ ਜਾਏਗਾ ਜੇ ਉਹਨੂੰ ਅਪਰੂਟ ਇੱਥੋਂ ਕਰਤਾ, ਨਾ ਇੱਥੇ ਜੋਗਾ ਨਾ ਉੱਥੇ ਜੋਗਾ, ਪਰਿਵਾਰ ਇੱਥੇ ਆਪ ਉੱਥੇ ਕੀ ਕਰੂਗਾ। ਸੋ ਇਸ 'ਤੇ ਵੀ ਕੰਮ ਹੋਣਾ ਚਾਹੀਦਾ। ਹਮਲੇ ਦਾ ਬੰਨ ਨੂੰ ਇੰਦਰਾ ਨੇ ਕਿਵੇਂ ਬੰਨਿਆ, ਆਮ ਸਹਿਮਤੀ ਕਿਵੇਂ ਹੋਈ, ਵਿਰੋਧੀ ਪਾਰਟੀਆਂ 15-16 ਨੇ ਖੇਤਰੀ ਰੁਝਾਨ ਕਰਕੇ ਜਿਹੜਾ ਇੱਕ ਵੱਡਾ ਗਰੁੱਪ 16 ਪਾਰਟੀਆਂ ਨੇ ਬਣਾਇਆ ਸੀ ਉਹਨੂੰ ਕਿਵੇਂ ਖਦੇੜਾ ਇੰਦਰਾ ਨੇ। ਜਿਹੜੀ ਉਹਦੀ ਫਾਸ਼ੀ ਰੁਚੀ ਸੀ, ਜਿੱਥੇ ਉਹ ਬਰੌਟ ਅਪ ਹੋਈ, ਜਿਹੜੇ ਸਿਸਟਮ 'ਚ ਬਰੌਟ ਅਪ ਹੋਈ, ਉਹਦੇ 'ਚ ਘਰ ਦੇ ਵਿੱਚ ਬਾਦਸ਼ਾਹਤ, ਆਜ਼ਾਦ ਭਾਰਤ ਦਾ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਪਿਤਾ, ਤੇ ਪੜ੍ਹਾਈ ਹੋਈ, ਤੇ ਕੱਲੀਕਾਰੀ ਕੁੜੀ ਨੇ ਨੂੰ ਟ੍ਰੇਨਿੰਗ ਇਹੋ ਜਿਹੀ ਮਿਲੀ ਕਿ ਉਹਦੇ ਨਸ਼ਤਰ ਬਹੁਤ ਤਿੱਖੇ ਜਵਾਨੀ ਦੇ ਵੇਲੇ ਹੋਏ। 80ਵਿਆਂ ਦੇ ਵਿੱਚ ਪਹਿਲੀ ਵਾਰ 70ਵੇਂ ਦੇ ਵਿੱਚ ਹਾਰ ਕੇ ਜਨਤਾ ਗੱਠਜੋੜ ਦੀ ਸਰਕਾਰ ਵੱਲੋਂ ਖੁਆਰ ਹੋਈ, ਜਦ ਮੁਕੱਦਮੇ ਚੱਲੇ, ਉਹਦੇ ਬਾਅਦ ਰਾਜੀਵ ਦੀ ਆਪਣੇ ਸੰਜੇ ਦੀ ਮੌਤ ਹੋ ਗਈ, ਬੁਰੀ ਤਰ੍ਹਾਂ ਹਾਰ ਗਈ, ਟੁੱਟ ਗਈ, ਤੇ ਫਿਰ ਇਸ ਜਗ੍ਹਾ 'ਤੇ ਪਹੁੰਚ ਗਈ। ਕਿਉਂਕਿ ਇੱਕ ਚੀਜ਼ ਕੋਈ ਇੰਸਟੀਟਿਊਟ ਚਲਾਉਣਾ ਇੱਕ ਬੰਦੇ ਦਾ ਵਿਅਕਤੀਤਵ ਵੀ ਹੈ ਜਿਹੜਾ ਉਹਨੂੰ ਪਤਾ ਨਹੀਂ ਤੁਸੀਂ ਕਰ ਸਕਦੇ। ਦਮਦਮੀ ਟਕਸਾਲ ਦੇ ਪਹਿਲਾਂ ਵੀ ਜਥੇਦਾਰ ਹੋਏ ਨੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਜਥੇਦਾਰੀ ਇੱਕ ਅਲੱਗ ਕਿਸਮ ਦੀ ਸੀ, ਸੰਤ ਕਰਤਾਰ ਸਿੰਘ ਉਹਨਾਂ ਦੀ ਅਲੱਗ ਸੀ, ਬਾਬਾ ਗੁਰਬਚਨ ਸਿੰਘ ਉਹਨਾਂ ਦੀ ਅਲੱਗ ਸੀ। ਉਦੋਂ ਪਹਿਲਾਂ ਬਾਬਾ ਦੀਪ ਸਿੰਘ ਤੋਂ ਲੈ ਕੇ ਅਲੱਗ-ਅਲੱਗ ਸਮਾਂ ਸੀ। ਤੇ ਉਸਨੇ ਫਿਰ ਇੱਕ ਕਰਾਰੀ ਸੱਟ ਦੇ ਲਈ ਕਿ ਇਹ ਜਿਹੜਾ ਵਿਰੋਧ ਕਰਦੇ ਨੇ, ਇਹ ਗੱਲਾਂ ਕਰਦੇ ਨੇ, ਇਹ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਐਮਰਜੈਂਸੀ ਦੇ ਵਿੱਚ ਖਿਲਾਫ ਇਹਨਾਂ ਨੇ ਗੱਲ ਕੀਤੀ, ਤੇ ਇਕੱਠ ਦੇ ਵਿੱਚ ਇਸ ਕੌਮ ਦੀ ਇੱਕ ਟਕਸਾਲ ਦੇ ਜਥੇਦਾਰ ਨੇ ਲੋਕਾਂ ਨੂੰ, ਸੰਗਤਾਂ ਨੂੰ ਕਹਿਤਾ ਵੀ ਇਹ ਕੌਮ ਹੈ ਜਿਹਦੇ ਲਈ ਉੱਠ ਕੇ ਖੜੇ ਹੋਏ ਹੋ, ਤੇ ਮੈਂ ਮੇਰੇ ਹੁੰਦੇ ਹੋਏ ਇਹ ਹੋ ਜਾਏ। ਫਿਰ ਉਸਨੇ ਬੰਨ ਨੂੰ ਇਸ ਦਾ ਬੰਨਣਾ ਸ਼ੁਰੂ ਕੀਤਾ। ਹੋਰ ਕਿਤੇ ਵੱਧ ਅਧਿਕਾਰਾਂ ਦੀ ਸੂਬਾ ਗੱਲ ਕਰੇ, ਸਾਊਥ 'ਚ ਕਰ ਲਵੇ, ਬੰਗਾਲ 'ਚ ਕਰ ਲਵੇ, ਉਹਨੂੰ ਦੇਸ਼ ਦੀ ਅਖੰਡਤਾ ਨੂੰ ਖਤਰਾ ਨਹੀਂ ਹੈ, ਕਦੇ ਵੀ ਦੇਸ਼ ਦੀ ਰੱਖਿਆ ਨੂੰ ਖਤਰਾ ਨਹੀਂ। ਘੱਟ ਗਿਣਤੀ ਦੇ ਵਿੱਚੋਂ ਈਸਾਈਆਂ ਨੂੰ ਉਹ ਟਾਰਗੇਟ ਨਹੀਂ ਸੀ ਕਰ ਸਕਦੀ। ਦੁਨੀਆ ਦੇ ਵਿੱਚ ਬਹੁਤ ਵੱਡੇ ਜਿਹੜੇ ਇੱਕ ਦੇਸ਼ ਨੇ, ਮੁਸਲਮਾਨਾਂ ਨੂੰ ਨਹੀਂ ਕਰ ਸਕਦੀ ਕਿ ਦੁਨੀਆ ਦੇ ਵਿੱਚ ਮੁਸਲਮਾਨ ਬਹੁਤ ਅਮੀਰ ਦੇਸ਼ ਨੇ। ਉਹਨੇ ਕਿਹਾ ਵੀ ਇਹਨਾਂ ਨੂੰ ਸੈੱਟ ਕਰ। ਇਹੀ ਕਹਿੰਦੇ 100 'ਚੋਂ 93 ਸਿਰ ਦਿੱਤੇ, ਤੇ ਇਹ ਦਿੱਤਾ ਉਹ ਦਿੱਤਾ, ਟਾਰਗੇਟ ਕਰਕੇ ਉਸਨੇ ਇਹਦੀ ਰੂਪ ਰੇਖਾ ਤਿਆਰ ਕੀਤੀ। ਇੱਕ ਬੰਨੇ ਤਾਂ ਉਹਦੀ ਮਿਨਿਸਟਰ ਸੀਨੀਅਰ ਨੇ ਜਿਹੜੇ ਉਹ ਮੀਟਿੰਗਾਂ ਕਰ ਰਹੇ ਨੇ ਅਕਾਲੀ ਲੀਡਰਾਂ ਨਾਲ, ਦੇ ਮੀਟਿੰਗ ਤੇ ਮੀਟਿੰਗ, ਕਦੇ ਆਰ ਕੇ ਪੁਰਮ, ਕਦੇ ਚੰਡੀਗੜ੍ਹ 'ਚ, ਬਹੁਤ ਟੌਪ ਅਫੀਸ਼ਲ। ਇੱਕ ਬੰਨੇ ਉਹਦੀ ਚੰਡਾਲ ਚੌਂਕੜੀ, ਅਰਨ ਸਿੰਘ, ਅਰਨ ਨਹਿਰੂ, ਰਾਜੀਵ, ਅਲੈਗਜ਼ੈਂਡਰ, ਤੇ ਇਹ 4-5 ਜਣੇ ਨੇ ਜਿਹੜੇ ਦੂਸਰੇ ਬੰਨੇ ਤਿਆਰੀ ਕਰ ਰਹੇ ਨੇ, ਜਿਹਦੇ ਲਈ ਸ਼ੁਰੂ ਦੇ ਵਿੱਚ 84 ਦੇ ਪਹਿਲੇ ਹਫ਼ਤੇ ਦੇ ਵਿੱਚ ਬੈਦਿਆਂ ਨੂੰ ਦੱਸਤਾ ਵੀ ਆਹ ਕਰਨਾ। 81 ਦੇ ਵਿੱਚ ਇਸ ਜ਼ੋਰ ਦੇ ਬਾਰੇ ਜਦ ਸੰਤ ਭਿੰਡਰਾਂਵਾਲਿਆਂ ਨੇ ਗ੍ਰਿਫਤਾਰੀ ਦਿੱਤੀ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਕੇਸ ਦੇ ਵਿੱਚ, ਉਦਣ ਵੀ ਸਿਨਹਾ ਦੀ ਇੰਟਰਵਿਊ ਹੈ ਕਿ ਉਹਦੇ ਤੋਂ ਟੈਂਕ ਮੰਗਦੀ ਸੀ। ਟੈਂਕ ਤਾਂ ਇਕੱਲੇ ਦਰਬਾਰ ਸਾਹਿਬ 'ਚ ਨਹੀਂ, ਤਰਨਤਾਰਨ ਦੀ ਪਰਿਕਰਮਾ ਦੇ ਵਿੱਚ ਮੁਕਤਸਰ ਸਾਹਿਬ ਤੇ ਨਾਲ ਹੀ ਦੂਖ ਨਿਵਾਰਨ ਗੁਰਦੁਆਰਾ ਸਾਹਿਬ 'ਚ ਵੀ ਟੈਂਕ, ਉੱਥੇ ਸੰਤ ਭਿੰਡਰਾਂਵਾਲੇ ਤੇ ਖਾੜਕੂ ਨਹੀਂ ਸੀ।
ਹੁਣ ਚੀਜ਼ਾਂ ਜਿਹੜੇ ਜਸਟੀਫਿਕੇਸ਼ਨ ਕਰਦੇ ਸੀ ਉਹ ਹੁਣ ਕਲਮਾਂ ਖੁੰਡੀਆਂ ਹੋ ਰਹੀਆਂ ਨੇ। ਕਾਰਨ ਕੀ ਆ ਵੀ ਪਿਛਲੇ 5-7 ਸਾਲਾਂ ਦੇ ਵਿੱਚ ਚਸ਼ਮਦੀਦਾਂ ਨੇ ਇੰਟਰਵਿਊਆਂ ਤੇ ਕਿਤਾਬਾਂ ਹੀ ਇੰਨੀਆਂ ਲਿਖਤੀਆਂ। ਹੁਣ ਸਿਨਹਾ ਦੀ ਇੰਟਰਵਿਊ ਸੁਣਨ ਤੋਂ ਬਾਅਦ ਜੇ ਹਲੇ ਵੀ ਕਿਸੇ ਨੂੰ ਇਹ ਖੁਸ਼ਕਫਹਿਮੀ ਆ ਵੀ ਅੰਦਰ ਗਏ, ਹਥਿਆਰ ਹੋਏ, ਸੰਤ ਗਏ ਤਾਂ ਹਮਲਾ ਹੋਇਆ, ਇਹ ਪਤਾ ਲੱਗ ਜੂ। ਸੋ ਇੱਕ ਖੇਤਰੀ ਪਾਰਟੀਆਂ ਦੇ ਰੁਝਾਨ ਦੇ ਸੰਬੰਧੀ ਇਹਦੇ ਅਗੇਂਸਟ ਜਿਹੜੇ 16 ਪਾਰਟੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਨੇ 3 ਵੱਡੀਆਂ ਇੰਟਰਵਿਊ ਇਕੱਠ ਕੀਤੇ ਸ਼੍ਰੀਨਗਰ ਵਿਜੇਵਾੜੇ ਦੇ ਵਿੱਚ, ਉਹਨਾਂ ਨੇ ਬਹੁਤ ਰੌਲਾ ਇੰਦਰਾ ਦੇ ਖਿਲਾਫ ਕੀਤਾ ਵੀ ਕੋਈ ਦੇਸ਼ ਦੀ ਅਖੰਡਤਾ ਨੂੰ ਖਤਰਾ ਨਹੀਂ, ਕੋਈ ਕਾਨੂੰਨ ਦੀ ਅਵਸਥਾ ਨਹੀਂ, ਇਹ ਰਾਜ ਦੇ ਕੁਝ ਵਿੱਚ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਨਹੀਂ ਗੱਲ, ਇਹ ਹੱਕੀ ਮੰਗਾਂ ਦੀ ਗੱਲ ਹੈ, ਕੋਈ ਅਮਨ ਕਾਨੂੰਨ ਦਾ ਇਹ ਰੇੜਕਾ ਨਹੀਂ ਹੈ। ਉਹ ਕਹਿੰਦੀ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ, ਦੇਸ਼ ਦੇ ਉਹ ਇਹ 16 ਦਲ ਜਿਹੜੇ ਨੇ ਜਿਸ 'ਚ ਕਮਿਊਨਿਸਟ ਪਾਰਟੀ ਵੀ ਨਾਲ ਹੈ, ਉਹ ਬਹੁਤ ਕਾਇਮ ਹੋ ਗਏ। ਅਖੀਰਲੀ ਉਹਨਾਂ ਦੀ ਮੀਟਿੰਗ ਸ਼੍ਰੀਨਗਰ ਦੇ ਵਿੱਚ 8 ਅਕਤੂਬਰ ਨੂੰ ਸੀ 1983 ਨੂੰ, ਤੇ 7 ਅਕਤੂਬਰ ਨੂੰ ਤੇ 6 ਅਕਤੂਬਰ ਨੂੰ ਢਿੱਲਵਾਂ ਦੇ ਵਿੱਚ ਬੱਸ ਰੋਕ ਕੇ 6 ਹਿੰਦੂ ਵੀਰਾਂ ਦਾ ਕਤਲ ਕਰ ਦਿੱਤਾ ਇੱਕ ਦਿਨ ਪਹਿਲਾਂ। ਬਸ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇਹਨਾਂ ਦਲਾਂ ਦੇ। ਤੇ ਉੱਧਰੋਂ ਯੋਗਿੰਦਰ ਸ਼ਰਮਾ ਦੇ ਨਾਲ, ਕਿਉਂਕਿ ਉਸ ਸਮੇਂ ਵਰਲਡ ਦੀਆਂ ਪਾਵਰ ਰੂਸ ਤੇ ਅਮਰੀਕਾ ਦੇ ਵਿੱਚ ਰੂਸ ਵੱਲ ਝੁਕਾਅ ਸੀ ਭਾਰਤ ਦਾ ਪਹਿਲੇ ਦਿਨੋਂ ਹੀ, ਜਦ 47 ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਜ਼ੋਰ ਲਾਇਆ ਸੀ। ਤੇ ਖੱਬੇ ਪੱਖੀ ਪਾਰਟੀਆਂ ਦਾ ਵਿਰੋਧ ਰੋਕਣ ਲਈ ਉਹਨੇ CPIM ਦੇ ਯੋਗਿੰਦਰ ਸ਼ਰਮਾ ਦੇ ਰਾਹੀਂ ਜਿਹੜਾ ਰੂਸ ਨੂੰ ਇੱਕ ਚਿੱਠੀ ਲਿਖੀ, ਜਿਹਦੇ ਕਰਕੇ ਉਸ ਨੂੰ ਫਿਰ ਯੋਗਿੰਦਰ ਸ਼ਰਮਾ ਨੂੰ ਜਿਹੜਾ ਉਹ ਪਾਰਟੀ ਨੇ ਕੱਢਿਆ ਵੀ। ਉੱਥੋਂ ਫਿਰ ਜਿਹੜਾ ਅਸਲ ਉੱਥੋਂ ਆਪਣੀਆਂ ਪਾਰਟੀਆਂ ਨੂੰ ਉਹਨਾਂ ਨੇ ਰੋਕਿਆ। ਖੱਬੇ ਪੱਖੀ ਪਾਰਟੀਆਂ ਨੇ ਜਿਹੜੀਆਂ ਖੇਤਰੀ ਪਾਰਟੀਆਂ ਦੇ ਰੁਝਾਨ ਤੇ ਉਹਨਾਂ ਦੇ ਵੱਧਦੇ ਉਧਾਰ ਦੇ ਲਈ ਤਿਆਰ ਸਨ, ਉਹਨਾਂ ਨੇ ਯਕਦਮ ਜਿਹੜਾ ਉਹ ਪਾਸਾ ਵਟ ਲਿਆ ਤੇ ਉਹਨਾਂ ਨੂੰ ਵੀ ਅਮਨ ਦੇ ਕਾਨੂੰਨ ਦੀ ਇਹ ਗੱਲ, ਕਿਉਂਕਿ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਸਿੱਖ ਰਾਜਨੀਤੀ ਦੇ ਵਿੱਚ ਬਹੁਤ ਕੰਮ ਕਰਦਾ ਸੀ ਤੇ ਉਹਨਾਂ ਵੱਲੋਂ ਇਸ ਰਾਜਨੀਤੀ ਦਾ ਫਿਰਕੂਪਣਾ, ਉਹ ਕਹਿੰਦੇ ਵੀ ਇਹਦੇ ਵਿੱਚ ਕੱਟੜਤਾ ਨਹੀਂ ਚਾਹੀਦੀ, ਉਹਦੇ ਤੇ ਉਹਦਾ ਪਹਿਰਾ ਬਹੁਤ ਸੀ। ਪਹਿਲੀਆਂ ਸਰਕਾਰਾਂ ਬਣਾਉਣ ਦੇ ਵਿੱਚ ਗੱਠਜੋੜ ਦੇ ਵਿੱਚ ਤੇ ਜਿਹੜਾ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ 77 ਤੋਂ ਬਾਅਦ ਤੇ ਉੱਧਰੋਂ ਗੱਠਜੋੜ ਦੀ ਸਰਕਾਰ, ਉਸ ਸਮੇਂ ਵੀ ਉਹਦੀ ਭੂਮਿਕਾ ਸੀ। ਇਵੈਂਚੁਅਲੀ ਪੇਪਰ ਜਿਹੜੇ ਨੇ ਰੂਸ ਦੀ KGB ਜਿਹੜੀ ਹੈ ਉਹ ਇਨਵੋਲਵ ਹੋ ਗਈ। ਵੱਡੇ ਵੱਡੇ ਪੇਪਰ ਬੁਲੇਟਿਨਸ ਵਗੈਰਾ ਜਿਹੜੇ ਅਗੇਂਸਟ ਲਿਖਦੇ ਸੀ ਇੰਦਰਾ ਦੇ, ਸਾਰੇ ਹੱਕ 'ਚ ਹੋ ਗਏ। ਆਮ ਸਹਿਮਤੀ ਇਸ ਗੱਲ ਤੇ ਆਉਣ ਲੱਗ ਗਈ ਵੀ ਦੇਸ਼ ਦੀ ਅਖੰਡਤਾ ਨੂੰ ਖਤਰਾ, ਵਿਦੇਸ਼ੀ ਖਤਰਾ ਜੀ, ਪਾਕਿਸਤਾਨ ਹਮਲਾ ਕਰ ਦੂਗਾ ਜੀ, ਤਿਆਰੀਆਂ ਕਰ ਦਿੱਤੀਆਂ। ਆਖਰੀ ਮੀਟਿੰਗ ਜਿਹਦੇ ਵਿੱਚ ਦਸਤਖਤ ਹੋ ਰਹੇ ਨੇ ਅਕਾਲੀ ਦਲ ਦੇ ਪ੍ਰਮੁੱਖ, ਜਿਸ 'ਚ ਟੌੜੇ ਉਹਨਾਂ ਨੇ ਗੱਲ ਦੱਸੀ ਆ ਵੀ ਆਖਰੀ ਮੀਟਿੰਗ ਦੇ ਵਿੱਚ ਦਸਤਖਤ ਹੋਏ ਖਰੜੇ ਦੇ ਵਿੱਚ, ਕਿਉਂਕਿ ਉੱਧਰ ਤਾਂ ਤਿਆਰੀਆਂ ਹੋ ਰਹੀਆਂ ਨੇ, ਉੱਧਰੋਂ ਮੀਟਿੰਗਾਂ ਕਰ ਰਹੀ ਹੈ। ਆ ਕੇ ਅੰਦਰੋਂ ਸੀਨੀਅਰ ਮਿਨਿਸਟਰ ਨੇ ਕਿਹਾ ਵੀ ਮੈਡਮ ਕਹਿੰਦੀ ਮੈਂ ਨਹੀਂ ਇਹ 'ਤੇ ਸਾਈਨ ਕਰਨਾ। ਬਸ ਇਹ ਮਈ ਦੇ ਆਖਰੀ ਮਹੀਨਿਆਂ ਤੇ ਅੱਜ 2 ਜੂਨ ਨੂੰ ਉੱਧਰੋਂ ਤਾਂ ਕੌਮ ਦੇ ਨਾਂ ਸੰਦੇਸ਼ ਦੇ ਰਹੀ ਹੈ ਕਿ ਨਫ਼ਰਤ ਤਿਆਗੋ, ਖੂਨ ਨਾ ਡੋਲੋ। ਉੱਧਰੋਂ ਸਾਰਾ ਪੰਜਾਬ ਕਰਫਿਊ ਦੇ ਥੱਲੇ, CRP ਤੇ BSF ਦੀਆਂ ਪਿਕਟਸ ਤੋਂ ਦੀ ਜਗ੍ਹਾ ਬਿਹਾਰ ਰੈਜੀਮੈਂਟ ਜਿਹੜੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ, ਹੁਣ ਤਾਂ ਬਹੁਤ ਚੌਗਿਰਦਾ ਖੁੱਲ੍ਹਾ ਹੋਣ ਨਹੀਂ, ਜਿਹਨੂੰ ਪੁਰਾਣਾ ਸਮਾਂ ਪਤਾ ਹੋਵੇ, ਬਹੁਤ ਛੋਟੀਆਂ ਜਿਹੜੀਆਂ ਆਲੇ ਦੁਆਲੇ 20 ਨੇ, ਉਹਦੇ ਉੱਪਰ 5-5 ਮੰਜ਼ਲੇ ਘਰ ਨੇ ਤੇ ਉੱਪਰ ਪਿਕਟਸ ਨੇ, ਉਸ ਨੂੰ ਟੇਕ ਓਵਰ ਕਰ ਰਹੀ ਹੈ। ਤੇ ਜਿਉਂ ਹੀ ਜਿਹੜਾ ਉਸ ਨੂੰ ਉਹ ਮੁੱਕਿਆ, ਪੰਜਾਬ ਨੂੰ ਗੜਬੜ ਵਾਲਾ ਇਲਾਕਾ ਤਾਂ ਪਹਿਲਾਂ ਹੀ ਸੀ ਤੇ ਕਰਫਿਊ ਪੂਰਾ ਸਾਰਾ ਪੰਜਾਬ, ਸੈਂਸਰਸ਼ਿਪ, ਸਾਰੇ ਪੇਪਰ ਬੰਦ, ਸਾਰੇ ਜਰਨਲਿਸਟ ਬੰਦ। ਰਣਜੀਤ ਦਿਆਲ ਨੇ ਗਵਰਨਰ ਦੀ ਜਗ੍ਹਾ ਟੇਕ ਓਵਰ ਕਰ ਲਈ, ਸਾਰਾ ਕੁਝ ਉਹਦੇ ਪਿੰਡ ਵਾਲਿਆਂ ਨੂੰ ਕਹਿਤਾ ਕੋਈ ਬਾਹਰਲੇ ਵਿਹੜੇ 'ਚ ਵੀ ਨਹੀਂ ਨਿਕਲ ਸਕਦਾ। ਜੇ ਅੰਦਰ ਬੈਠੇ ਹੀ ਇਕੱਲੇ ਜਿਹੜੇ ਜਿਨ੍ਹਾਂ ਨੂੰ ਕੱਢਣਾ ਸੀ ਤੁਸੀਂ, ਜੇ ਉਹੀ ਕੱਢਣੇ ਸੀ ਫਿਰ ਸਾਰੇ ਪੰਜਾਬ ਨੂੰ ਤਾਂ ਕਰਫਿਊ 'ਚ ਠੋਕਣ ਦੀ ਲੋੜ ਨਹੀਂ ਸੀ ਨਾ। ਬਾਕੀ ਪੰਜਾਬ ਤਾਂ ਤੁਹਾਡੇ ਨਾਲ ਸੀ, ਦਿੱਲੀ ਦੇ ਅੰਦਰੇ ਮੁੱਠੀ ਭਰ ਸੀ। ਫਿਰ ਉਹਨਾਂ ਦੇ ਪਿੰਡਾਂ ਦੇ ਆਲੇ ਦੁਆਲੇ ਟੈਂਕ ਕਾਹਦੇ ਲਈ ਖੜਾਏ, ਫਿਰ ਉਹਨਾਂ ਨੂੰ ਖੁੱਲ੍ਹੇ ਛੱਡ ਦੇ ਨਾ ਮਾੜਾ ਜਿਹਾ,
ਕਿ ਦੇਸ਼ ਦੀ ਅਖੰਡਤਾ ਨੂੰ ਜਿਹੜਾ ਖਤਰਾ ਹੈ, ਕੱਲਾ ਅੱਤਵਾਦੀ ਅੰਦਰ ਬੈਠੇ ਨੇ, ਉਹ ਅੱਤਵਾਦ ਤੋਂ ਬਿਨਾਂ ਬਾਕੀ ਪੰਜਾਬ ਤਾਂ ਅੱਤਵਾਦ ਨਹੀਂ ਸੀ ਨਾ ਪਿੰਡਾਂ 'ਚ, ਪਰ ਉਹ ਸਾਰਾ ਹੀ ਜਿਹੜਾ ਨੱਪਤਾ, ਸਾਰਾ ਕੁਝ ਇਹ ਬੰਦ ਕਰ ਦਿੱਤਾ ਹੈ 2 ਤਰੀਕ ਨੂੰ ਇਹ ਕਰਕੇ। 3 ਤਰੀਕ ਨੂੰ ਫਿਰ ਦੱਸਿਆ ਵੀ ਆ ਜੋ ਖੁੱਲ੍ਹ ਕੇ ਮਨਾ ਲਓ ਦਿਨ ਆਪਣਾ ਜਿਹੜਾ ਵੱਡਾ ਤੁਹਾਡੇ ਸ਼ਹੀਦੀ ਪੁਰਬ ਹੈ। 500 ਦੇ ਜਥੇ ਪਹੁੰਚੇ ਹੋਏ ਨੇ ਸੰਗਰੂਰ ਦੇ ਜ਼ਿਲ੍ਹੇ ਤੋਂ, ਜਿਨ੍ਹਾਂ ਨੇ ਗ੍ਰਿਫਤਾਰੀ ਦੇਣੀ ਹੈ। 3 ਨੂੰ ਫੇਰ ਕਹਿੰਦਾ ਵੀ ਆ ਜਾਓ, ਜਿਨ੍ਹਾਂ ਨੇ ਬਣਨਾ ਅੰਦਰ ਆ ਕੇ ਵੜ ਜਾਓ। ਪਹਿਲਾਂ ਹੀ ਅੰਦਰ ਸੀ ਜਿਹੜੇ ਉਹ ਨਹੀਂ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਬਸ ਫਿਰ 4 ਤਰੀਕ ਦੀ ਸਵੇਰ ਨੂੰ, 3 ਤਰੀਕ ਨੂੰ ਸਾਰੀਆਂ ਮਸ਼ਕਾਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ, ਟੇਕ ਓਵਰ ਕਰ ਲਿਆ। ਜਨਰਲ ਬਰਾੜ ਦੇ ਥੱਲੇ ਵੱਡੀ ਮੀਟਿੰਗ ਅੰਮ੍ਰਿਤਸਰ ਹੋਈ, ਅੰਦਰ ਰੇਕੀ ਕਰਨ ਲਈ ਜਿਹੜਾ ਜਸਵੀਰ ਰੈਣਾ ਸੀ ਕਮਾਂਡੋਆਂ ਦਾ, ਜਿਹੜੇ ਚੀਤੇ ਦੀ ਫੁਰਤੀ ਵਾਂਗੂ ਸੀ, ਜਿਹੜੇ ਕਹਿੰਦੇ ਗਏ ਤੇ ਆਏ। ਪਲੈਨਿੰਗ ਵੀ ਇਹ ਸੀ ਬਈ 4 ਤਰੀਕ ਸਵੇਰੇ ਜਾਣਾ ਤੇ 4 ਤਰੀਕ ਆਥਣ ਤੱਕ ਜਿਹੜੀ ਮੁਰੰਮਤ ਵੀ ਕਰਕੇ ਕਾਰੀਗਰ ਵੀ ਸੱਦੇ ਹੋਏ ਸੀ ਰਾਜਸਥਾਨ ਤੋਂ, ਜੌਹਰਹੱਟ ਤੋਂ ਕੁੱਤੇ ਮੰਗਾ ਲਏ, ਡਾਈਵਰ ਮੰਗਾ ਲਏ ਤੇ ਚੇਤਕ ਹੈਲੀਕਾਪਟਰ ਨੇ, ਵੀ ਬਸ ਗਏ ਤੇ 10 ਕੁ ਵਜੇ ਨੂੰ 6 ਘੰਟੇ 'ਚ ਕੱਢ ਲੈਣਾ ਸੰਤ ਨੂੰ। 10 ਵਜੇ ਤੋਂ ਬਾਅਦ ਫਿਰ ਰਿਪੇਅਰ ਸ਼ੁਰੂ ਹੋਣੀ ਹੈ। ਦੂਜੇ ਦਿਨ ਉਸੇ ਦਿਨ ਸ਼ਾਮ ਨੂੰ 2 ਤਰੀਕ 4 ਤਰੀਕ ਆਥਣੇ ਦੁਆਰਾ ਜਿਹੜੇ ਸੰਧਿਆ ਦੇ ਪਾਠ ਤੇ ਕੀਰਤਨ ਸ਼ੁਰੂ ਕਰਨੇ ਨੇ। ਇਸ ਤਰ੍ਹਾਂ ਹੱਥ 'ਚ ਸੋਟੀ ਫੜ ਕੇ ਨਕਸ਼ਾ ਬਣਾ ਕੇ ਜਨਰਲ ਬਰਾੜ ਜਿਹੜਾ ਨਾ ਦੱਸ ਰਿਹਾ, ਅੰਮ੍ਰਿਤਸਰ ਦੇ DC ਨੇ, ਜਿਹਦੀ ਛੁੱਟੀ, ਜਿਹਦੀ ਜਗ੍ਹਾ ਫਿਰ ਰਮੇਸ਼ ਇੰਦਰ ਜਿਹੜਾ ਬਾਦਲ ਉਹਨਾਂ ਦਾ ਸਾਲਾ, ਬਾਦਲ ਉਹਨਾਂ ਦੇ ਘਰੋਂ ਉਹਨਾਂ ਦੀ ਭੂਆ ਦਾ ਪੁੱਤ ਰਮੇਸ਼ ਇੰਦਰ ਨੂੰ ਫਿਰ ਲੈ ਕੇ ਆਏ, ਜਿਹਨੇ ਕਿਹਾ ਵੀ ਮੈਂ ਹੁਣ DC ਲੱਗਦਾ। ਜਦ ਜਵਾਬ ਦਿੱਤਾ ਗੁਰਦੇਵ ਸਿੰਘ ਬਰਾੜ ਨੇ, ਜਦ ਲਾਈਨਾਂ ਬਾਹਰ ਰਿਹਾ ਸੀ ਸੋਟੀ ਦੇ ਨਾਲ, ਤਾਂ ਜਨਰਲ ਬਰਾੜ ਨੂੰ ਉਹਨੇ ਕਿਹਾ ਬਈ ਆ ਜਿਹੜੀਆਂ ਤੂੰ ਲਾਈਨਾਂ ਜੀਆਂ ਬਹੁਣਾ ਹੈ, ਤੈਨੂੰ ਇਹ ਪਤਾ ਵੀ ਅੰਦਰ ਕੌਣ ਬੈਠਾ? ਇੰਨਾ ਸੌਖਾ ਨਹੀਂ ਉਹਨੇ ਆਉਣਾ। ਉਹ ਕਹਿੰਦਾ ਜਦ ਹੈਲੀਕਾਪਟਰ ਉੱਡਦੇ ਨੇ ਤੇ ਟੈਂਕ ਦੀਆਂ ਚੇਨਾਂ ਦੇ ਵਿੱਚੋਂ ਲੋਹਾ ਖੜਕਣ ਦੀ ਆਵਾਜ਼ ਹੁੰਦੀ ਆ, ਵੱਡਿਆਂ ਦੀਆਂ ਪਤਲੂਨਾਂ ਦੇ ਵਿੱਚ ਲੱਤਾਂ ਕੰਬਦੀਆਂ। ਉਹਨੂੰ ਇਉਂ ਸੀ ਵੀ 4 ਤਰੀਕ 4 ਵਜੇ ਸ਼ੁਰੂ ਕਰਾਂਗੇ ਤੇ 10 ਕੁ ਵਜੇ ਦੇ ਨਾਲ ਇਹਦੇ ਤਹਿਤ 1 ਤਰੀਕ ਨੂੰ ਜਿਹੜੀ ਬਹੁਤ ਜ਼ਿਆਦਾ 7-8 ਘੰਟੇ ਫਾਇਰਿੰਗ ਕੀਤੀ। ਉਹ ਫਾਇਰਿੰਗ 'ਚ ਇਹੀ ਸੀ ਵੀ ਦਹਿਲ ਜਾਣ, ਸਰੈਂਡਰ ਕਰ ਦੇਣ, ਆ ਜਾਣ। ਤੇ ਅੰਦਰੋਂ ਕੌਮ ਦੇ ਜਰਨੈਲ ਨੇ ਉਸ ਜਗ੍ਹਾ 'ਤੇ ਜਿੱਥੇ ਪਹਿਲਾਂ ਵੀ ਸ਼ਹੀਦੀਆਂ ਹੋਈਆਂ, ਉਹਦੀ ਅਜ਼ਮਤ ਦੀ, ਚਾਹੇ ਅਬਦਾਲੀ ਆ ਗਿਆ, ਨਾਦਰ ਆ ਗਿਆ, ਕੋਈ ਆ ਗਿਆ, ਜਿੱਥੇ 30 ਨੂੰ ਇੱਕ ਤਵਾਰੀਖ ਹੈ ਕਿ 30 ਨੇ ਲੱਖਾਂ ਦੇ ਸਾਹਮਣੇ ਜਿਹੜੇ ਖੜ ਗਏ। ਬਾਬਾ ਗੁਰਬਖਸ਼ ਸਿੰਘ ਦਾ ਸਾਹਮਣੇ ਇਤਿਹਾਸ ਸੀ। ਤੇ ਧਾੜਵੀਆਂ ਦੀ ਇੱਕ ਧਾੜਵੀ ਹੈ, ਇੱਕ ਅੰਦਰੋਂ ਡਿਫੈਂਸ 'ਚ ਬੈਠਾ, ਉਸਨੇ ਵੀ ਮੋਰਚਾਬੰਦੀ ਆਪਣੀ ਸ਼ਾਹਵੇਗ ਸਿੰਘ ਦੇ ਰਾਹੀਂ ਕਰ ਲਈ, ਜਿਹਦੇ ਕੋਲ ਬਾਬਾ ਸੀਸਾ ਸਿੰਘ ਦੇ ਕਾਰ ਸੇਵਕ ਨੰਦੇੜ ਤੋਂ ਪਹੁੰਚੇ 4 ਮਹੀਨੇ ਪਹਿਲਾਂ, ਤੇ 70-80 ਜਣੇ ਜਿਹੜੇ ਆਪਣਾ ਆਪ ਵਾਰਨ ਦੇ ਲਈ ਤਿਆਰ ਬੈਠੇ ਸੀ। ਬਾਕੀ ਫੈਡਰੇਸ਼ਨ ਵਾਲਿਆਂ ਨੂੰ ਕਹਿੰਦੇ ਵੀ ਤੁਸੀਂ ਚਲੋ ਉੱਧਰ ਅਕਾਲੀਆਂ ਦੇ ਨੇੜੇ, ਉੱਧਰ ਨੂੰ ਹੀ ਚਲੋ, ਤੁਸੀਂ ਬਾਹਰਲਾ ਘੇਰੋ, ਅਕਾਲ ਤਖਤ ਸਾਹਿਬ ਤੇ ਅਸੀਂ ਰਹਾਂਗੇ, ਵੀ ਕੱਲ੍ਹ ਨੂੰ ਤੁਸੀਂ ਤੁਰਨਾ ਹੀ ਹੈ, ਉੱਧਰ ਹੀ ਚਲੇ ਜਾਓ, ਤੁਸੀਂ ਸਰੋਵਰ ਤੋਂ ਪਰਲੇ ਬੰਨੇ ਚਲੇ ਜਾਓ। ਇਹ 2 ਤਰੀਕ ਦੀ ਗੱਲ ਹੈ। ਕੱਲ੍ਹ ਨੂੰ ਕੋਸ਼ਿਸ਼ ਕਰਾਂਗਾ ਮੈਂ ਸਰਦਾਰ ਅਜੇਪਾਲ ਸਿੰਘ ਬਰਾੜ ਨੂੰ ਲੈ ਕੇ ਆਉਣ ਦਾ 1 ਘੰਟਾ, ਵੀ ਉਹ ਉੱਘੇ ਵਿਦਵਾਨ ਨੇ, ਭੂ ਰਾਜਨੀਤਿਕ ਨੇ, ਉਹਨਾਂ ਨਾਲ ਗੱਲ ਕੱਲ੍ਹ ਨੂੰ। ਹੁਣ ਜਿਹੜੀ ਮੈਂ ਗੱਲ ਕਰਨੀ ਹੈ ਸਿਟੀ ਆਫ ਡੈਲਟਾ ਉਹਦੇ ਵਿੱਚ ਮਈ ਦੇ ਵਿੱਚ ਉਹਨਾਂ ਦੇ ਰੈਕ ਸੈਂਟਰ ਦੇ ਵਿੱਚ ਬੈਡਮਿੰਟਨ ਖੇਲਣ ਗਏ, ਪਰ ਇੱਕ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਸਾਹਮਣੇ ਜਿਹੜੀ ਇੱਕ ਧਿੰਗੋਜ਼ੋਰੀ ਹੁੰਦੀ ਹੈ, ਜਿਹੜੀਆਂ ਮੈਂ ਸਾਰੀਆਂ ਈਮੇਲਸ ਪੜ੍ਹੀਆਂ, ਉਹਦੇ ਵਿੱਚ ਸ਼ਰੇਆਮ ਸਿਟੀ ਆਫ ਡੈਲਟਾ ਇਹ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਵੀਨ ਗਲੋਤਰਾ ਜੀ ਸਾਡੇ ਸਤਿਕਾਰਯੋਗ ਨੇ, ਫਰੈਂਡਸ ਕਮਿਊਨੀਕੇਸ਼ਨ ਤੋਂ, ਤੁਸੀਂ ਜਾਣਦੇ ਹੋ ਸਾਰੇ। ਸਾਊ ਨੇ, ਮਿਲਣਸਾਰ ਨੇ, ਪਤਾ ਲੱਗ ਜਾਂਦਾ ਬੰਦੇ ਨੂੰ ਜਦ ਤੁਸੀਂ ਮਿਲਦੇ ਹੋ। ਅਤੇ ਨਾਲ ਹੀ ਰਾਹੁਲ ਕੌਸ਼ਲ ਜੀ ਨੇ, ਉਹਨਾਂ ਦੇ ਦੋਸਤ ਨੇ, ਬੱਚਿਆਂ ਦੇ ਨਾਲ ਉਹ ਬੈਡਮਿੰਟਨ ਖੇਲਣ ਜਾਂਦੇ ਸੀ ਇਸ ਨਾਰਥ ਡੈਲਟਾ ਰੈਕ ਸੈਂਟਰ ਦੇ ਵਿੱਚ।
ਪਰ ਮਈ 5 ਨੂੰ ਇੱਕ ਖਾਸ ਘਟਨਾ ਹੋਈ ਉਹਨਾਂ ਦੇ ਨਾਲ, ਤੇ ਉਹ ਜਿਹੜੀ ਉਹ ਕਿਸ ਤਰ੍ਹਾਂ ਹੋਈ, ਇਹਦੇ ਬਾਰੇ ਦੋਨਾਂ ਨਾਲੇ ਗੱਲਬਾਤ ਕਰਾਂਗੇ ਕਿ ਐਗਜ਼ੈਕਟਲੀ ਹੋਇਆ ਕੀ। ਸਭ ਤੋਂ ਪਹਿਲਾਂ ਪ੍ਰਵੀਨ ਜੀ ਨਾਲ ਗੱਲ ਕਰਦੇ ਹਾਂ। ਪ੍ਰਵੀਨ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿਲ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਧੰਨਵਾਦ ਜੀ, ਬਹੁਤ ਬਹੁਤ। ਰਾਹੁਲ ਜੀ, ਤੁਹਾਡਾ ਵੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ। ਪ੍ਰਵੀਨ ਜੀ, ਤੁਹਾਡੇ ਤੋਂ ਸਟਾਰਟ ਕਰਦਾ। ਸਭ ਤੋਂ ਪਹਿਲਾਂ ਇਹ 5 ਮਈ ਨੂੰ ਜਦ ਤੁਸੀਂ ਬੱਚਿਆਂ ਦੇ ਨਾਲ ਆਪਣੇ ਨਾਲ ਬੁੱਕ ਕੀਤੇ ਹੋਏ ਸਲੋਟ ਦੇ ਵਿੱਚ 8:30 ਪਹੁੰਚਦੇ ਹੋ ਇਸ ਰੈਕ ਸੈਂਟਰ ਦੇ ਵਿੱਚ, ਉੱਥੇ ਕੀ ਹੋਇਆ ਜੀ ਫਿਰ? ਸਾਡਾ ਗਿਲ ਸਾਹਿਬ, ਸਾਡਾ ਟਾਈਮ ਜਿਹੜਾ ਸਲੋਟ ਸੀਗਾ ਉਹ ਸੀਗਾ 8 ਤੋਂ 9:30 ਵਜੇ ਦਾ। ਠੀਕ ਹੈ ਜੀ। ਅਸੀਂ ਪਹੁੰਚੇ 8:20, 8:25 ਤੇ। ਅੱਛਾ ਜੀ। ਸਾਡੇ ਨਾਲ ਜਿਹੜੀ ਫੈਮਿਲੀ ਰਾਹੁਲ ਕੌਸ਼ਲ ਜੀ ਦੀ, ਇਹ 8:10 ਤੇ ਪਹੁੰਚੇ ਜੀ। ਕਿਤੇ ਅਸੀਂ ਆਪਣੇ ਸਲੋਟ ਬੁੱਕ ਦੇ ਨਾਲ ਅਸੀਂ 10 ਮਿੰਟ ਲੇਟ ਸੀਗੇ, ਮੈਂ 20 ਮਿੰਟ ਲੇਟ ਸੀਗਾ। ਸਾਨੂੰ ਇਹ ਕਹਿ ਕੇ, ਪਹਿਲਾਂ ਤਾਂ ਰਾਹੁਲ ਨੂੰ ਇਹ ਕਹਿ ਕੇ ਮੋੜਿਆ ਗਿਆ ਕਿ ਤੁਸੀਂ ਜਾਓ ਵੀ ਤੁਸੀਂ ਲੇਟ ਹੋ। ਅੱਛਾ ਜੀ। ਰਾਈਟ ਵੇ ਉਹਨਾਂ ਨੇ ਕਹਿਤਾ ਕਿ ਚਲੋ ਤੁਸੀਂ ਆ ਜਾਓ, ਆਪੇ ਰੋਕ ਕੇ ਆਪੇ ਉਹਨਾਂ ਨੇ ਅਲਾਉ ਕਰਤਾ। 20 ਮਿੰਟ ਬਾਅਦ ਮੈਂ ਪਹੁੰਚਿਆ ਤੇ ਮੈਨੂੰ ਕਹਿੰਦੇ ਜੀ ਤੁਸੀਂ ਨਹੀਂ ਜਾ ਸਕਦੇ। ਅਸੀਂ ਕਿਹਾ ਜੀ ਦੱਸੋ। ਕਹਿੰਦੇ ਜੀ ਤੁਸੀਂ 5 ਮਿੰਟ ਪਹਿਲੇ ਆਉਣਾ ਸੀ, ਤੁਹਾਡੀ ਸਕਰੀਨਿੰਗ ਹੋਣੀ ਸੀ, ਤੁਹਾਡੇ COVID-19 ਦੇ ਜਿਹੜੇ ਰੂਲ ਰੈਗੂਲੇਸ਼ਨ ਉਹਨਾਂ ਦੀ ਤੁਹਾਡੀ ਸਕਰੀਨਿੰਗ ਹੋਣੀ ਹੈ। ਠੀਕ। ਉਹ ਕਿੰਨੇ ਮਿੰਟ ਦੀ ਹੈ ਜੀ? 2 ਤੋਂ 3 ਮਿੰਟ ਦੀ। ਮੈਂ ਕਿਹਾ ਤੁਸੀਂ ਹੁਣ ਕਰ ਲਓ, ਸਾਡਾ ਸਲੋਟ ਹੈ 8 ਤੋਂ 9:30। ਅਸੀਂ ਆਪਣਾ ਸਲੋਟ ਲੂਜ਼ ਕਰ ਰਹੇ, ਹਾਫ ਐਨ ਆਵਰ ਜਾਂ 20 ਮਿੰਟਸ ਅਸੀਂ ਆਪਣੇ ਟਾਈਮ ਦਾ ਲੂਜ਼ ਕੀਤਾ। ਬਟ ਉਹ ਕਹਿੰਦੇ ਜੀ ਨਹੀਂ, ਤੁਸੀਂ ਅਲਾਉਡ ਹੀ ਨਹੀਂ। ਅਸੀਂ ਪੁੱਛਿਆ ਵੀ ਸਾਡਾ ਇਹ ਰੂਲ ਸਾਨੂੰ ਪਤਾ ਨਹੀਂ ਹੈ, ਨਾ ਅਸੀਂ ਪੜਿਆ। ਜੇ ਹੈਗਾ ਇਹ ਰੂਲ, ਅਸੀਂ ਫਿਊਚਰ 'ਚ ਤੁਹਾਡੇ ਜਿਹੜਾ ਟਾਈਮ ਤੇ ਆਵਾਂਗੇ। ਅਸੀਂ ਪਹਿਲਾਂ ਵੀ ਆਏ ਹਾਂ 2-3 ਵਾਰ, ਤੁਸੀਂ ਉਦੋਂ ਵੀ ਸਾਨੂੰ ਮਨਾ ਨਹੀਂ ਕੀਤਾ, ਉਦੋਂ ਵੀ ਅਸੀਂ ਅਰਾਊਂਡ 8:20, 8:25 ਤੇ ਆਏ ਹਾਂ। ਤੇ ਕਹਿੰਦੇ ਜੀ ਨਹੀਂ, ਉਹਨਾਂ ਨੇ ਨਹੀਂ ਕੀਤਾ, ਪਤਾ ਨਹੀਂ, ਬਟ ਮੈਂ ਨਹੀਂ ਤੁਹਾਨੂੰ ਜਾਣ ਦੇਣਾ। ਆਪਣੀ ਇੱਕ ਕੁੜੀ ਸੀਗੀ ਜੀ ਉਹਦੇ 'ਚ, ਅਰਸ਼ਦੀਪ। ਅੱਛਾ ਜੀ। He was staff for Delta, ਜਿਹੜੇ ਆਪਣਾ ਨਾਰਥ ਡੈਲਟਾ ਰੈਕ ਸੈਂਟਰ ਦੀ ਸਟਾਫ ਉੱਥੇ ਅਪਾਇੰਟਡ ਸੀ। ਸੋ ਉਹ ਗੱਲ ਕਰ ਰਹੀ ਹੈ ਇਸ ਸਮੇਂ ਤੁਹਾਡੇ ਨਾਲ, ਮਤਲਬ ਜਦ ਰੋਕ ਰਹੀ। ਉਹ ਗੱਲ ਵੀ ਕੀ ਕਰ ਰਹੀ ਹੈ ਜੀ? ਉਹ ਤਾਂ ਅਨੋਇਡ ਹੋ ਰਹੀ ਹੈ ਸਾਡੇ ਨਾਲ ਗੱਲ ਕਰਨ 'ਚ ਵੀ। ਅਸੀਂ ਜਦੋਂ ਡੋਰ ਤੇ ਪਹੁੰਚੇ ਹਾਂ ਜੀ, ਉਹ ਡੋਰ ਲੌਕ ਹੁੰਦਾ ਹੈ, ਜਦੋਂ ਕੋਈ ਆਉਂਦਾ ਉਹਨਾਂ ਦਾ ਰਿਪਰੈਜ਼ੈਂਟੇਟਿਵ ਉਹ ਡੋਰ ਓਪਨ ਕਰਦਾ। ਇਨਫੈਕਟ ਅਸੀਂ ਸ਼ਾਇਦ 8:15 ਤੇ ਪਹੁੰਚ ਗਏ ਹੋਈਆਂ, ਪਰ ਸਾਨੂੰ 5-7 ਮਿੰਟ ਉੱਥੇ 10 ਮਿੰਟ ਖੜਨਾ ਪਿਆ, ਕੋਈ ਬਾਹਰ ਹੀ ਨਾ ਆਇਆ। 8:25 ਤੇ 8:26 ਤੇ ਆਏ ਤਾਂ ਉਹਨਾਂ ਨੇ ਸਾਨੂੰ ਰਿਫਿਊਜ਼ ਕਰਤਾ। ਅਸੀਂ ਪੁੱਛਿਆ ਕਿ ਇਹ ਰੂਲ ਜਿਹੜਾ ਹੈ ਸਾਨੂੰ ਸਾਡੇ ਟਾਈਮ ਸਲੋਟ 'ਚ ਜਾ ਰਿਹਾ, ਸਾਨੂੰ ਜਾਣ ਦਿਓ ਪਲੀਜ਼। ਅਸੀਂ ਬਹੁਤ ਐਕਸਾਈਟਿਡ ਹਾਂ, ਸਾਡੇ ਬੱਚੇ ਇੱਕ COVID-19 ਦੇ ਜਿਹੜੇ ਆਪਾਂ ਲਾਕਡਾਊਨ 'ਚ ਬੈਠੇ ਆ, ਉਹ ਪਹਿਲੇ ਹੀ ਬੱਚੇ ਅੰਦਰ ਬੈਠੇ ਆ, ਬੜੀ ਮੁਸ਼ਕਿਲ ਨਾਲ ਇੱਕ ਦਿਨ ਮਿਲਿਆ, ਉਹ ਬੱਚੇ ਬਾਹਰ ਆਏ। ਦੇ ਵੈਰੀ ਐਕਸਾਈਟਿਡ। ਕਿਡਸ ਨੂੰ ਦੇਖੋ ਤੁਸੀਂ ਕਿੰਨੇ ਐਕਸਾਈਟਿਡ ਹਨ, ਉਹਨਾਂ ਨੂੰ ਜਾਣ ਦਿਓ ਪਲੀਜ਼। ਰਿਕੁਐਸਟ ਕੀਤੀ ਪਰ ਨਹੀਂ ਮੰਨੀ। ਇਨਫੈਕਟ ਉਹ ਸਾਡੇ ਤੇ ਹੱਸਦੀ ਜੀ ਸੀ, ਮਤਲਬ ਸਾਡਾ ਮਜ਼ਾਕ ਨਾਲ ਹੁੰਦੀ ਸੀ ਸਾਡੀ ਗੱਲ ਕਰਨ ਤੇ। ਮੈਂ ਬਹੁਤ ਸ਼ੌਕਡ ਹੋਇਆ ਵੀ ਕਿਉਂ। ਅੱਛਾ। ਅਸੀਂ ਵਾਪਸ ਜਾ ਰਹੇ ਹਾਂ ਜੀ, ਤੇ ਸਾਨੂੰ ਜਾਂਦੇ ਜਾਂਦੇ ਸਾਡੇ ਫਰੈਂਡਸ ਆਲਰੇਡੀ ਅੰਦਰ ਸੀਗੇ, ਰਾਹੁਲ ਕੌਸ਼ਲ ਦੀ ਫੈਮਿਲੀ। ਉਹਨਾਂ ਨੇ ਸਾਨੂੰ ਵਿੰਡੋ 'ਚ ਪੁੱਛ ਲਿਆ ਵੀ ਕੀ ਹੋਇਆ ਸੀਗਾ, ਵੀ ਸਾਨੂੰ ਵਾਪਸ ਇਹ ਅਲਾਉ ਨਹੀਂ ਕੀਤਾ, ਸਾਨੂੰ ਵਾਪਸ ਜਾਣਾ ਪੈਣਾ। ਸਾਡੇ ਗੱਲ ਕਰਨ ਤੇ ਵੀ ਆਪਸ ਵਿੱਚ ਉਹਨੂੰ ਪ੍ਰੋਬਲਮ ਸੀ ਉਸ ਕੁੜੀ ਨੂੰ। ਉਹ ਰਾਹੁਲ ਦੀ ਫੈਮਿਲੀ ਨਾਲ ਵੀ ਅਨੋਇਡ ਹੋ ਗਈ ਤੇ ਉਹਨਾਂ ਨਾਲ ਵੀ ਮਤਲਬ ਮਿਸਬਿਹੇਵ ਕਰਨ ਲੱਗ ਪਏ। ਉਹਨਾਂ ਨੇ ਰਾਹੁਲ ਦੀ ਫੈਮਿਲੀ ਨੂੰ ਵੀ ਇਹ ਕਹਿ ਕੇ ਭੇਜਤਾ ਵੀ ਤੁਸੀਂ ਜਾਓ ਜੀ, ਤੁਸੀਂ ਵੀ ਅਲਾਉ ਨਹੀਂ ਹੈਗੇ। ਚਲੋ ਖੇਡਦੇ ਹੋਏ ਫੈਮਿਲੀ ਨੂੰ ਬਾਹਰ ਕਰਤਾ ਜੀ। ਅਗਲੇ ਦਿਨ ਅਸੀਂ ਕੰਪਲੇਂਟ ਕੀਤੀ ਜੀ, ਕੋਈ ਸੁਣਵਾਈ ਨਹੀਂ। ਸਾਡੀ ਕੰਪਲੇਂਟ ਤੇ ਉਲਟਾ ਸਾਨੂੰ 14 ਦਿਨਾਂ ਲਈ, 2 ਹਫ਼ਤਿਆਂ ਲਈ ਜਾਂ 15 ਦਿਨਾਂ ਲਈ ਸਾਨੂੰ ਉਹਨਾਂ ਨੇ ਬੈਨ ਕਰਤਾ ਕਿ ਤੁਸੀਂ ਨਾਰਥ ਡੈਲਟਾ ਰੈਕ੍ਰੀਏਸ਼ਨਲ ਸੈਂਟਰ 'ਚ ਆਉਣਾ ਨਹੀਂ। ਅਸੀਂ ਇਹ ਤਾਂ ਜੀ ਨਹੀਂ ਹੋ ਸਕਦਾ ਜੀ, ਇਹ ਤਾਂ ਆਉਣਾ ਜਾਂ ਨਹੀਂ ਆਉਣਾ ਤੁਸੀਂ ਨਹੀਂ ਡਿਸਾਈਡ ਕਰ ਸਕਦੇ। ਅਗਰ ਸਾਡਾ ਫਾਲਟ ਹੈ ਦੈਨ ਤੁਸੀਂ ਸਾਨੂੰ ਦੱਸੋ ਵੀ ਆਹ ਤੁਹਾਡਾ ਫਾਲਟ ਆ, ਇਸ ਕਰਕੇ ਤੁਹਾਨੂੰ ਅਸੀਂ ਬੈਨ ਕਰਦੇ ਹਾਂ। ਕਹਿੰਦੇ ਜੀ ਫਾਲਟ ਕੋਈ ਨਹੀਂ ਸਾਨੂੰ ਲੱਭਿਆ, ਪਰ ਸਾਡੀ ਸਟਾਫ ਨੇ ਤੁਹਾਡੇ ਲਈ ਇੱਕ ਰਿਪੋਰਟ ਬਣਾਈ ਹੈ, ਉਹਦੇ ਬਿਹਾਫ ਤੇ ਅਸੀਂ ਤੁਹਾਨੂੰ ਬੈਨ ਕਰ ਰਹੇ ਹਾਂ। ਸੋ ਇਹ ਸਟੀਵ ਨੈਪਰ ਕਰ ਰਿਹਾ ਤੁਹਾਡੇ ਨਾਲ ਗੱਲ, ਜਿਹੜੀ ਇਹ ਜਿਹੜੇ ਤੁਹਾਨੂੰ ਬੈਡ ਕੀਤਾ ਨਹੀਂ, ਇਹਨਾਂ ਨੇ ਬੈਨ ਕੀਤਾ ਜੀ। ਇਹ ਸਟੀਵ ਨੈਪਰ ਜਿਹੜੇ ਜੀ ਨਾਰਥ ਡੈਲਟਾ ਰੈਕ੍ਰੀਏਸ਼ਨਲ ਸੈਂਟਰ ਦੇ ਮੈਨੇਜਰ ਨੇ। ਹਾਂਜੀ। ਅੱਛਾ। ਅਸੀਂ ਕਹੇ ਜੀ ਨਹੀਂ, ਇਹ ਤਾਂ ਸਾਡੀ ਤੁਸੀਂ ਮਤਲਬ ਯੂ ਆਰ ਇਨਸਲਟਿੰਗ ਅਸ, ਅਸੀਂ ਮੈਂਬਰ ਆ ਦੇ ਤੇ ਸਾਨੂੰ ਸਾਡੀ ਗਲਤੀ ਹੈ ਨਹੀਂ, ਤੇ ਸਾਨੂੰ ਕਿਸ ਕਰਕੇ ਤੁਸੀਂ ਬੈਨ ਕਰ ਰਹੇ ਹੋ। ਅਸੀਂ ਕਹੇ ਜੀ ਸਾਨੂੰ ਇਹ ਮੈਟਰ ਟੇਕ ਅਪ ਕਰਨਾ ਪੈਣਾ, ਅਸੀਂ ਹਰ ਅਥਾਰਟੀ ਨਾਲ ਟੇਕ ਅਪ ਕਰਦੇ। ਸਵਾਦ ਲਿਆਤਾ, ਵੈਰੀ ਗੁੱਡ। ਅੱਛਾ। ਅਸੀਂ ਇਹਨਾਂ ਦੀ ਜੀ ਜੂਡੀ ਸਟੀਵ ਹੈਗੀ ਹੈ ਜੀ, ਜੂਡੀ ਸਟੀਨ, ਇਹ ਹੈਗੀ ਜੀ ਡਿਪਟੀ ਡਾਇਰੈਕਟਰ ਆਪਣੇ ਨਾਰਥ ਡੈਲਟਾ
ਪਾਰਕਸ ਦੀ। ਅੱਛਾ ਜੀ। ਅਸੀਂ ਉਹਨਾਂ ਨਾਲ ਜ਼ੂਮ ਵੀਡੀਓ ਕਾਲ ਕੀਤੀ, ਅਸੀਂ ਆਪਣਾ ਪੱਖ ਰੱਖਿਆ। ਸਾਡਾ ਉਹਨਾਂ ਨੇ ਪੱਖ ਸੁਣ ਕੇ ਸਾਨੂੰ ਨੈਕਸਟ ਡੇ ਵਾਸਤੇ ਹੋਲਡ ਕੀਤਾ ਵੀ ਅਸੀਂ ਨੈਕਸਟ ਡੇ ਦੁਬਾਰਾ ਕਰਾਂਗੇ, ਪੂਰੀ ਇਨਵੈਸਟੀਗੇਸ਼ਨ ਕਰਦੇ ਹਾਂ। ਸੋ ਜੂਡੀ ਨੂੰ ਤੁਸੀਂ ਕੰਟੈਕਟ ਕੀਤਾ ਜਾਂ ਜੂਡੀ ਨੇ ਤੁਹਾਨੂੰ ਨੈਪਰ ਦੇ ਵੱਲੋਂ ਨੈਪਰ ਨੇ ਅੱਗੇ ਉਹਨੂੰ ਦਿੱਤਾ? ਨੈਪਰ ਨੇ ਉਹਨੂੰ ਫਾਰਵਰਡ ਕੀਤਾ ਜੀ। ਅਸੀਂ ਨੈਪਰ ਨੂੰ ਕਿਹਾ ਵੀ ਅਸੀਂ ਤੁਹਾਡੇ ਇਹਦੇ ਨਾਲ ਐਗਰੀ ਨਹੀਂ ਹੈਗੇ ਤੁਹਾਡੇ ਡਿਸੀਜਨ ਨਾਲ, ਸੋ ਅਸੀਂ ਮੈਟਰ ਨੂੰ ਅੱਗੇ ਹਾਇਰ ਅਪਸ ਨਾਲ ਗੱਲ ਕਰਨਾ ਚਾਹੁੰਦੇ ਹਾਂ। ਫਿਰ ਉਹਨਾਂ ਨੇ ਸਾਡੀ ਕਾਨਫਰੰਸ ਕਾਲ ਜਿਹੜੀ ਹੈ ਜ਼ੂਮ ਤੇ ਵੀਡੀਓ ਕਾਨਫਰੰਸ ਕਾਲ ਅਰੇਂਜ ਕਰਾਈ। ਠੀਕ ਹੈ ਜੀ। ਜੂਡੀ ਨੇ ਸਾਡੇ ਨਾਲ ਥੋਰੋਲੀ ਗੱਲ ਸੁਣੀ, ਮੇਰੀ ਤੇ ਰਾਹੁਲ ਦੀ, ਪੂਰੀ ਫੈਮਿਲੀ ਦੀ, ਤੇ ਜੂਡੀ ਨੇ ਰੀਅਲਾਈਜ਼ ਕੀਤਾ ਵੀ ਗਲਤ ਹੋਇਆ। ਨੈਕਸਟ ਡੇ ਜਦੋਂ ਉਹਨਾਂ ਨੇ ਸਾਨੂੰ ਕਾਲ ਕੀਤੀ, ਉਹਨੇ ਅਪੋਲੋਜੀ ਕੀਤੀ। ਅਪੋਲੋਜੀ ਕਰਕੇ ਸਾਨੂੰ ਇੱਕ ਈਮੇਲ ਲਿਖੀ, ਲੈਟਰ ਲਿਖਿਆ। ਸਾਰੀਆਂ ਈਮੇਲਾਂ ਮੇਰੇ ਕੋਲ ਨੇ, ਮੈਂ ਪੜ੍ਹ ਰਿਹਾ। ਬਿਲਕੁਲ ਠੀਕ ਹੈ। ਤੁਹਾਡੇ ਤੇ ਜੀ ਕੋਈ ਬੈਨ ਨਹੀਂ ਹੈਗਾ ਜੀ, ਤੁਹਾਨੂੰ ਕੋਈ ਅਸੀਂ ਬੈਨ ਨਹੀਂ ਕਰਨਾ, ਤੁਹਾਡੇ ਤੇ ਕੋਈ ਨੋਟੇਸ਼ਨ ਨਹੀਂ ਹੈ। ਇਹ ਸਟਾਫ ਵੱਲੋਂ ਜੇ ਕੁਝ ਹੋਇਆ ਤਾਂ ਵੀ ਵਿਲ ਟੇਕ ਕੇਅਰ, ਅਸੀਂ ਸਟਾਫ ਦੇ ਨਾਲ ਕਾਉਂਸਲਿੰਗ ਕਰਾਂਗੇ। ਮੇਰੀ ਬੇਟੀ ਉਸ ਦਿਨ ਮੇਰੇ ਨਾਲ ਸੀ, ਮੇਰਾ ਬੇਟਾ ਨਾਲ ਸੀ। ਬੇਟੀ ਮੇਰੀ ਬਹੁਤ ਜ਼ਿਆਦਾ ਡਿਸਟਰਬ ਸੀਗੀ ਉਸ ਦਿਨ, ਜਿਸ ਦਿਨ ਉਹਨੇ ਬਿਹੇਵ ਕੀਤਾ ਕੁੜੀ ਨੇ। ਲਾਈਕ ਉਹ ਕੁੜੀ ਨੇ, ਮੈਂ ਤੁਹਾਨੂੰ ਪੰਜਾਬੀ ਦੱਸਦਾ ਜੀ, ਆਪਣੀ ਕੁੜੀ ਹੋ ਕੇ ਵੀ ਉਹ ਆਪਣੇ ਨਾਲ ਵੀ ਰੇਸਿਸਟ ਜਿਹਾ ਬਿਹੇਵ ਕਰਦੀ ਸੀ ਸਾਡੇ ਨਾਲ। ਮੈਂ ਤੁਹਾਨੂੰ ਇੱਕ ਦੋ ਪੁਆਇੰਟ ਦੱਸੂਗਾ ਅੱਗੇ ਜਦੋਂ ਡਿਸਕਸ਼ਨ ਚ, ਸਾਡੇ ਨਾਲ ਕਿਸ ਤਰ੍ਹਾਂ ਦਾ ਮਜ਼ਾਕ ਉਡਾਇਆ ਸਾਡੀ ਗੱਲਬਾਤ ਕਰਨ ਦੇ ਤਰੀਕੇ ਤੋਂ। ਸੋ ਬਹੁਤ ਐਟੀਟਿਊਡ ਬਹੁਤ ਜ਼ਿਆਦਾ। ਜੂਡੀ ਨੇ ਸਾਨੂੰ ਲੈਟਰ ਲਿਖਤਾ, ਪਰ ਜੂਡੀ ਨੇ ਫਿਰ ਮੇਰੀ ਬੇਟੀ ਨੂੰ ਵੀ ਕਾਲ ਕੀਤੀ ਕਿ ਤੁਸੀਂ ਬੇਟਾ ਤੁਸੀਂ ਵੈਲਕਮ ਹੋ, ਤੁਸੀਂ ਆ ਸਕਦੇ ਹੋ, ਐਜਾ ਕੋਈ ਨਹੀਂ ਹੈਗਾ, ਤੁਹਾਡੇ ਤੇ ਕੋਈ ਬੈਨ ਨਹੀਂ ਹੈ। ਤੇ ਉਹ ਸਾਰੀ ਗੱਲ ਹੋ ਗਈ ਜੀ। ਅਸੀਂ ਥੋੜੇ ਦਿਨਾਂ ਬਾਅਦ ਕਾਲ ਕੀਤੀ, ਅਸੀਂ ਸਟਿਲ ਬੈਨਡ ਆ। ਅੱਛਾ ਜੀ। ਵੀ ਆਰ ਸਟਿਲ ਨਾਟ ਅਲਾਉਡ। ਸੋ ਇਹ ਆਲਮੋਸਟ 10 ਮਈ ਦਾ ਦਿਨ ਹੈ ਜਾਂ 10 ਮਈ ਤੋਂ ਬਾਅਦ? 10 ਮਈ ਤੋਂ ਬਾਅਦ ਹੈ ਜੀ, ਸ਼ਾਇਦ ਕੋਈ 14-15 ਤਰੀਕ ਦੀ ਗੱਲ। 14-15 ਤਰੀਕ ਦੀ ਗੱਲ ਹੈ। ਠੀਕ ਹੈ। ਅਸੀਂ ਨੈਕਸਟ ਡੇ ਫਿਰ ਕਾਲ ਕੀਤੀ ਸੀ, ਫਿਰ ਬੈਨ ਆ ਜੀ। ਫਿਰ ਅਸੀਂ 17 ਨੂੰ ਕਾਲ ਕੀਤੀ ਸੀ, ਫਿਰ ਬੈਨ ਆ। ਫਿਰ ਮੈਂ ਜੂਡੀ ਨੂੰ ਦੁਬਾਰਾ ਈਮੇਲ ਲਿਖੀ ਜੀ। ਮੈਂ ਕਿਹਾ ਜੂਡੀ ਦਿਸ ਇਜ਼ ਰੋਂਗ, ਇਹ ਤਾਂ ਕ੍ਰਾਸ ਹੋ ਗਿਆ ਜੀ। ਮਤਲਬ ਤੁਸੀਂ ਵੀ ਮਤਲਬ ਬਹੁਤ ਅਸੇਮ ਦਾ ਅਸੀਂ ਫੀਲ ਕਰਦੇ ਆ, ਦਾ ਵੇ ਯੂ ਹਿਊਮਿਲੇਟ ਅਸ ਨਾ, ਸਾਡੇ ਤੇ ਸਾਡੀ ਫੈਮਿਲੀ। ਅਸੀਂ ਦੁਬਾਰਾ ਕਦੇ ਇਸ ਰੈਕ ਸੈਂਟਰ 'ਚ ਆਉਣਾ ਹੀ ਨਹੀਂ ਚਾਹਾਂਗੇ। ਅਲਟੀਮੇਟਲੀ ਜੀ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜੀ। ਸਾਨੂੰ ਸਟੀਵ ਕਹਿੰਦਾ ਜੀ ਨਹੀਂ ਜੀ ਉਹ ਗਲਤੀ ਹੋ ਗਈ ਜੀ, ਅਸੀਂ ਰਿਮੂਵ ਕਰਨਾ ਸੀ ਜੀ, ਇਹ ਸੀ ਉਹ ਸੀ ਜੀ, ਤੇ ਉਹ ਗੱਲਾਂ ਕਰਕੇ ਸਾਨੂੰ ਛੱਡਤਾ। ਗਿਲ ਸਾਹਿਬ ਇੰਨਾ ਇਰਰਿਸਪੌਂਸਿਬਲ ਬਿਹੇਵੀਅਰ ਹੈ ਜੀ, ਇੰਨਾ ਰੇਸਿਸਟ ਹੈ ਜੀ ਪੂਰੇ ਸਿਸਟਮ 'ਚ। ਅਸੀਂ ਅੱਜ ਜਦੋਂ ਸਾਡੇ ਨਾਲ ਵਾਪਰਿਆ ਨਾ, ਸਾਨੂੰ ਫੀਲ ਹੋਇਆ। ਅਸੀਂ ਸੋਚਦੇ ਸੀ ਵੀ ਸਾਡੇ ਬਜ਼ੁਰਗਾਂ ਨੇ ਬਹੁਤ ਔਖਾ ਟਾਈਮ ਇੱਥੇ ਕੱਢ ਲਿਆ, ਉਹਨਾਂ ਨੇ ਆਪਣੇ ਹੱਕਾਂ ਲਈ ਲੜ ਕੇ ਆਪਣੇ ਸਾਨੂੰ ਸਭ ਨੂੰ ਹੱਕ ਦਿਵਾਤੇ, ਪਰ ਇਹ ਚੀਜ਼ਾਂ ਖਤਮ ਨਹੀਂ ਹੋਈਆਂ ਗਿਲ ਸਾਹਿਬ। ਅੱਛਾ, ਅੱਜ ਮੈਂ ਉਹਨਾਂ ਨੂੰ ਈਮੇਲ ਜਿਹੜੀ 2 ਦਿਨ ਪਹਿਲਾਂ ਰੋਮਨ ਨੇ ਪ੍ਰੋਡਿਊਸਰ ਨੇ ਆਪਣੀ ਨੇ ਭੇਜੀ, ਨੈਪਰ ਦੀ ਜਿਹੜੀ ਈਮੇਲ ਆਈ ਹੈ ਉਹਦੇ ਵਿੱਚ ਉਹਨੇ ਲਿਖਿਆ ਵੀ ਥੈਂਕ ਯੂ ਪਰ ਤੁਹਾਡੀ ਓਪਰਚੁਨਿਟੀ ਲਈ, ਮਿਸਟਰ ਗਲੋਤਰਾ ਨਾਲ ਕਨਵਰਸੇਸ਼ਨ ਲਈ, ਪਰ ਮੈਂ ਆ ਨਹੀਂ ਸਕਦਾ। ਤੇ ਆ ਰਿਟਨ ਸਟੇਟਮੈਂਟ ਹੈ। Written statement ਉਹ ਕਹਿ ਰਿਹਾ ਵੀ City of Delta is dedicated to inclusion, acceptance and diversity. The city prides itself on the diverse mix of ethnic and cultural backgrounds of both patrons and staff members. We strive to treat everyone equal. The city has a respectful workplace policy that confirms zero tolerance for discrimination in the workplace and includes mandatory training for staff. As part of the required COVID-19 safety protocols, our programs are sometimes unable to allow latecomers entry. In enforcing this rule, the patrons has somehow misconstrued the circumstances as racism. It is difficult to understand how this could be perceived as racism, as nothing derogatory was said, and especially since the interaction was between two people of the same ethnicity. ਲਓ ਜੀ, ਉੱਥੇ ਆਈਏ ਹੁਣ ਬਈ ਉਹ ਕੁੜੀ ਆ ਜਿਹੜੀ, ਉਹ ਕੁੜੀ ਦਾ ਜਿਹੜਾ ਬਿਹੇਵੀਅਰ ਸੀ, ਜਿਹੜਾ ਆਮ ਭਾਈਚਾਰੇ ਦੀ ਵੀ ਗੱਲ ਹੈ ਵੀ ਜਿੰਨੇ ਵੀ ਜ਼ਿਆਦਾਤਰ ਇਹ ਸਾਡੇ ਭਾਈਚਾਰੇ ਦੇ ਵਿੱਚੋਂ ਸਾਡੀ ਫੈਸਿਲਿਟੀ ਲਈ ਸਰਕਾਰੀ ਕੰਮਾਂ ਦੇ ਵਿੱਚ, ਉਹਦੇ ਬਾਅਦ ਪ੍ਰਾਈਵੇਟ ਕੰਮਾਂ ਦੇ ਵਿੱਚ ਇਹ ਲੋਕ ਜਿਹੜੇ ਰੱਖੇ ਹੋਏ ਨੇ ਉਹ ਐਟੀਟਿਊਡ ਦੇ ਵਿੱਚ ਨੇ। ਉਹ ਸਾਨੂੰ ਬੰਦੇ ਨਹੀਂ ਸਮਝਦੇ, ਟੂ ਦੇਸੀ ਜਾਂ ਸਾਡੇ ਕੱਪੜਿਆਂ ਤੋਂ, ਸਾਡੀ ਗੱਲਬਾਤ ਤੋਂ, ਸਾਡੀ ਐਕਸੈਂਟ ਤੋਂ ਉਹ ਸਾਡੇ ਨਾਲ ਇਸ ਤਰ੍ਹਾਂ ਬਿਹੇਵ ਕਰਦੇ ਵੀ ਇਹ ਕਿੱਥੋਂ ਆ ਗਏ ਬੈਡਮਿੰਟਨ ਤੇ ਤੁਸੀਂ
ਯੂ ਹੈਵ ਨਥਿੰਗ ਟੂ ਡੂ ਵਿਦ ਦਿਸ ਬੈਡਮਿੰਟਨ। ਸੋ ਜਦ ਤੁਸੀਂ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਤੇ ਹੁਣ ਨੈਪਰ ਕਹਿ ਰਿਹਾ ਵੀ ਸੇਮ ਐਥਨੀਸਿਟੀ ਦੇ ਬੰਦੇ, ਦੇਖੋ ਪਹਿਲਾਂ ਉਹਨਾਂ ਨੇ ਸਾਰੇ ਸਟਾਫ ਨੇ, ਜੂਡੀ ਹੋ ਗਈ ਇਨਵੋਲਵ, ਸਟੀਵ ਹੋ ਗਿਆ ਇਨਵੋਲਵ, ਵਿੱਚ ਕੈਨ ਵੀ ਹੈ, ਇੱਕ ਤੀਸਰਾ ਇੱਕ ਮੈਨੇਜਰ ਹੋਰ ਵੀ ਹੈ, ਕੈਨ ਹੈ ਸ਼ਾਇਦ, ਉਹਨੇ ਵੀ ਲਿਖਿਆ ਤੁਹਾਨੂੰ। ਸੋ ਸਾਰਾ ਸਿਸਟਮ ਵਰਕਆਊਟ ਹੋ ਰਿਹਾ। ਹੁਣ ਇਵੈਂਚੁਅਲੀ ਉਹਨੇ ਲਾ ਕੇ ਮੋਢੇ ਤੋਂ ਆਪਣੇ ਸਟੀਵ ਨੇ, ਉਹ ਕਹਿੰਦਾ ਵੀ ਸੇਮ ਐਥਨੀਸਿਟੀ ਦੇ ਲੋਕ ਕਿਵੇਂ ਰੇਸਿਜ਼ਮ ਕਰ ਰਹੇ ਨੇ। ਹੁਣ ਤੁਸੀਂ ਇਹ ਜਿੱਥੇ ਦੀ ਗੱਲ ਦੀ ਸ਼ੁਰੂਆਤ ਹੋਈ ਆ, ਜਿਹੜੀ ਉਹਦੀ ਕੁੜੀ ਨੇ ਤੁਹਾਡੇ ਹਿਸਾਬ ਦੇ ਨਾਲ ਵੀ ਮਿਸਬਿਹੇਵ ਕੀਤਾ, ਉਹਨੂੰ ਘਟਨਾਕ੍ਰਮ ਨੂੰ ਲੋਕਾਂ ਦੇ ਸਨਮੁਖ ਕਰੋ ਵੀ ਉੱਥੇ ਕੀ ਹੋਇਆ। ਗਿਲ ਸਾਹਿਬ, ਮੇਰੇ ਤੋਂ ਪਹਿਲਾਂ ਰਾਹੁਲ ਜੀ ਪਹੁੰਚੇ ਸੀ। ਰਾਹੁਲ ਨੂੰ ਫਿਰ ਮੈਂ ਐਕਸਪਲੇਨ ਕਰਦਾ ਜੀ। ਹਾਂਜੀ ਰਾਹੁਲ ਜੀ, ਤੁਸੀਂ ਆਪਣਾ ਤਜਰਬਾ ਦੱਸੋ ਭਾਈ ਸਾਹਿਬ। ਹਾਂਜੀ ਸਰ, ਮੈਂ ਇਹਨੂੰ ਰੇਸਿਜ਼ਮ ਕਹੋ ਜਾਂ ਡਿਸਕ੍ਰਿਮੀਨੇਸ਼ਨ ਕਹੋ, ਇੱਕ ਤਰ੍ਹਾਂ ਦਾ ਉਹੀ ਹੈ। ਕਿਉਂਕਿ ਜਦੋਂ ਅਸੀਂ ਪਹੁੰਚੇ ਨਾ, ਉਹ ਸ਼ੀ ਵਾਜ਼ ਪ੍ਰੀ ਡਿਟਰਮਾਈਂਡ, ਉਹਨੇ ਨਾਂ ਪੜ੍ਹ ਲਏ ਸਾਡੇ, ਉਹਦੇ ਕੋਲ ਨਾਂ ਸੀਗੇ, ਤਾਂ ਉਹ ਪਹਿਲਾਂ ਹੀ ਸੋਚ ਕੇ ਆਈ ਸੀ ਕਿ ਇਹ ਕਿੱਥੋਂ ਆ ਗਏ। ਜਦੋਂ ਮੈਂ ਵੀ ਗਿਆ ਨਾ, ਉਹਨੇ ਨਾ ਹੈਲੋ ਨਾ ਹਾਏ, ਕਹਿੰਦੀ ਤੁਸੀਂ ਲੇਟ ਹੋ, ਵਾਪਸ ਚਲੇ ਜਾਓ। ਫਸਟ ਗੱਲ ਉਹਦੀ ਇਹੀ ਸੀਗੀ। ਅਸੀਂ ਕਹਿੰਦੇ ਅਸੀਂ ਕੁਝ ਨਹੀਂ ਕਿਹਾ, ਅਸੀਂ ਆਪਸ 'ਚ ਗੱਲ ਕਰਨ ਲੱਗੇ ਕਿ ਹਾਂ ਚੱਲਦੇ ਹਾਂ, ਕਿਉਂਕਿ ਰੂਲ ਹੈ ਇਸ ਕਰਕੇ। ਤਾਂ ਉਹ ਆਪ ਹੀ ਉਹਨੇ ਡਿਸੀਜਨ ਲੈ ਲਿਆ ਕਿ ਚੱਲ ਮੈਂ ਅਲਾਓ ਕਰ ਦਿੰਦੀ ਹਾਂ ਇਹਨਾਂ ਨੂੰ, ਆ ਜਾਓ। ਤਾਂ ਅੰਦਰ ਆਏ ਤਾਂ ਨਾਰਮਲੀ ਅੰਦਰ ਜਿਵੇਂ ਸ਼ਟਲਕੌਕਸ ਔਰ ਉਹ ਬਿਨ ਰੱਖਿਆ ਹੁੰਦਾ, ਉਹ ਸਾਡੇ ਲਈ ਉਹਨੇ ਨਹੀਂ ਰੱਖਿਆ। ਅਸੀਂ ਪਹਿਲਾਂ ਵੀ ਗਏ ਆ, ਸਾਰਾ ਕੁਝ ਪਿਆ ਹੁੰਦਾ। ਉਹ ਪਿੱਛੇ ਜਾ ਕੇ ਕਮਰੇ 'ਚ ਆਪਣਾ ਫੋਨ ਤੇ ਲੱਗ ਗਈ, ਫੋਨ ਤੇ ਬੈਠੀ ਹੋਈ ਸੀ। ਦੈਨ ਪ੍ਰਵੀਨ ਆਇਆ 10 ਮਿੰਟਾਂ ਬਾਅਦ, ਤਾਂ ਇਹਦੀ ਫੈਮਿਲੀ ਆਈ, ਤਾਂ ਮੈਂ ਗਿਆ ਉੱਥੇ। ਮੈਂ ਇਹਨੂੰ ਆਵਾਜ਼ ਲਗਾਈ, ਮੈਂ ਐਕਸਕਿਊਜ਼ ਮੀ, ਇਹਨੇ ਸੁਣਿਆ ਨਹੀਂ। ਸ਼ੀ ਵਾਜ਼ ਇਨ ਅਨਦਰ ਰੂਮ, ਉਹਦਾ ਡੋਰ ਖੁੱਲਾ ਸੀ। ਤਾਂ ਮੈਂ ਉੱਧਰ ਗਿਆ ਤਾਂ ਉਹ ਫੋਨ ਤੇ ਵੀਡੀਓ ਵਾਚ ਕਰ ਰਹੀ ਸੀ ਉੱਥੇ ਨਾ, ਉੱਚੀ, ਉਹਨੂੰ ਪਤਾ ਹੀ ਨਹੀਂ ਚੱਲਿਆ ਮੈਂ ਉਹਦੇ ਸਾਹਮਣੇ ਖੜਾ। ਉਹਨੇ ਦੇਖਿਆ ਨਹੀਂ, ਉਹ ਇੰਨੀ ਬਿਜ਼ੀ ਸੀਗੀ ਫੋਨ ਤੇ ਵੀਡੀਓ ਵਾਚ ਕਰਨ 'ਚ। ਤਾਂ ਮੈਂ ਉਹਨੂੰ ਕਿਹਾ ਕਿ ਫੈਮਿਲੀ ਆਈ ਹੈ, ਤਾਂ ਤੂੰ ਜਾ ਕੇ ਅਟੈਂਡ ਕਰ ਲਾ। ਉਦੋਂ ਤਾਂ ਹੀ ਸਾਡਾ ਕੁਝ ਨਹੀਂ ਸੀਗਾ, ਐਵਰੀਥਿੰਗ ਵਾਜ਼ ਗੋਇੰਗ ਗੁੱਡ, ਸਾਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਤਾਂ ਇਹ ਗਈ, ਇਹਨਾਂ ਨੇ ਪ੍ਰਵੀਨ ਨੂੰ ਤਾਂ ਇਹਦੀ ਫੈਮਿਲੀ ਨੂੰ ਵਾਪਸ ਭੇਜਦਾ। ਇਹਨਾਂ ਦੀ ਕੋਈ ਗੱਲ 2 ਮਿੰਟ ਹੋਈ, ਦੈਨ ਸ਼ੀ ਸੈਂਡ। ਤਾਂ ਨਾਲ ਹੀ ਖਿੜਕੀ ਸੀ, ਮੈਂ ਖਿੜਕੀ ਤੋਂ ਪੁੱਛਣ ਲੱਗਿਆ ਕਿ ਕੀ ਹੋਇਆ, ਤਾਂ ਕਹਿੰਦੇ ਸ਼ੀ ਟੋਲਡ ਅਸ ਟੂ ਗੋ ਬੈਕ। ਤਾਂ ਮੈਂ ਕਿਹਾ ਕਿ ਸਾਨੂੰ ਤਾਂ ਅਲਾਓ ਕੀਤਾ ਹੁਣੀ, ਅਸੀਂ 10 ਮਿੰਟ ਅਸੀਂ ਵੀ ਲੇਟ ਸੀਗੇ, ਤੂੰ ਇੱਕ ਵਾਰੀ ਪੁੱਛ ਲਾ। ਫਿਰ ਕਹਿੰਦੇ ਉਹ ਸ਼ੀ ਇਜ਼ ਨਾਟ ਰੈਡੀ ਟੂ ਲਿਸਨ। ਉਸੇ ਟਾਈਮ ਉਹ ਆਈ, ਸ਼ੀ ਸਟਾਰਟਡ ਸ਼ਾਊਟਿੰਗ ਕਿ ਇਹ ਮੇਰੀ ਕੰਪਲੇਂਟ ਕਰ ਰਹੇ ਆ, ਰਾਹੁਲ ਇਜ਼ ਕੰਪਲੇਨਿੰਗ ਅਬਾਊਟ ਮੀ। ਜ਼ੋਰ ਨਾਲ ਚਿল্ਲਾਉਣ ਲੱਗੇ ਕਿ ਹੀ ਇਜ਼ ਕੰਪਲੇਨਿੰਗ। ਮੈਂ ਕਿਹਾ ਮੈਂ ਕੋਈ ਕੰਪਲੇਨ ਨਹੀਂ ਕਰ ਰਿਹਾ, ਕੰਪਲੇਨਿੰਗ ਅਬਾਊਟ ਯੂਜ਼ਿੰਗ ਮਾਈ ਫੋਨ, ਏਦਾਂ ਕਹਿਣ ਲੱਗ ਗਈ। ਤਾਂ ਉਹਦੇ ਬਾਅਦ ਉਹਨੇ ਇੱਕ ਬੰਦੇ ਨੂੰ ਬੁਲਾਇਆ, ਆਈ ਡੋਂਟ ਰਿਮੈਂਬਰ ਹਿਜ਼ ਨੇਮ। ਉਹਨੇ ਆ ਕੇ ਸਾਨੂੰ ਕਿਹਾ ਕਿ ਤੁਸੀਂ ਵੀ ਜਾਓ। ਤਾਂ ਮੈਂ ਕਿਹਾ, ਉਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਫੈਮਿਲੀ, ਅਸੀਂ ਖੇਲ ਰਹੇ ਹਾਂ, ਸਾਡਾ ਤਾਂ ਕੋਈ ਹੈ ਹੀ ਨਹੀਂ। ਕਹਿੰਦਾ ਨਾ, ਯੂ ਹੈਵ ਟੂ ਲੀਵ। ਐਂਡ ਤਾਂ ਅਸੀਂ ਵੀ ਆ ਕੇ ਵਾਪਸ ਆਏ, ਤਾਂ ਹੋਲ ਸਟੋਰੀ ਪ੍ਰਵੀਨ ਨੇ ਦੱਸੀ ਹੈ ਕਿ ਹਾਂ ਇਹ ਹੋਇਆ। ਤਾਂ ਇਹੀ ਹੋਲ ਸਟੋਰੀ ਹੈ ਕਿ ਡਿਸਕ੍ਰਿਮੀਨੇਸ਼ਨ ਹੈ, ਮਿਸਟ੍ਰੀਟਮੈਂਟ ਹੈ। ਕੌਸ਼ਲ ਜੀ, ਇਹਦੇ ਚ ਮਹਿਸੂਸ ਕੀ ਕੀਤਾ ਬਈ ਜਿਹੜੇ ਇਹਨੂੰ ਫੈਸਿਲੀਟੇਟ ਕਰਨ ਲਈ, ਸਪੈਸੀਫਿਕਲੀ ਸਾਡੇ ਭਾਈਚਾਰੇ ਨੂੰ ਫੈਸਿਲੀਟੇਟ ਕਰਨ ਲਈ ਇਹ ਵਰਕਰਸ ਨੇ ਜਿਹੜੇ, ਜਾਂ ਪਬਲਿਕ ਜਾਂ ਪ੍ਰਾਈਵੇਟ ਇੰਸਟੀਟਿਊਟ ਦੇ ਵਿੱਚ ਰੱਖੇ ਜਾਂਦੇ ਨੇ, ਉਹਨਾਂ ਨੂੰ ਫਿਰ ਉਹ ਆਪਣੀ ਇਸ ਅਹੁਦੇ ਦੀ ਜਾਂ ਫਿਰ ਉਹਨਾਂ ਨੂੰ ਮੇਬੀ ਐਕਸੈਂਟ ਜਾਂ ਦੇਖ ਕੇ ਵੀ ਤੁਸੀਂ ਇੱਥੇ ਦੇ ਜੰਪਲ ਹੈ ਨਹੀਂ, ਇਹੋ ਜਿਹੀ ਚੀਜ਼, ਜਾਂ ਫਿਰ ਉਹਦੇ ਕੋਲ ਕੋਈ ਆਪਣੀ ਉਹਦੀ ਸਟੇਟ ਆਫ ਮਾਈਂਡ ਪ੍ਰੋਪਰ ਨਹੀਂ ਸੀ, ਜਾਂ ਉਹ ਫੋਨ ਤੇ ਵੀਡੀਓ ਵੇਖ ਰਹੀ ਸੀ, ਤੁਸੀਂ ਉਸ ਨੂੰ ਕਹਿਤਾ ਵੀ ਜਾ ਕੇ ਦੂਜੀ ਵਾਰ ਮੁੜ ਕੇ ਉਹਨੂੰ ਆਉਣਾ ਹੋਣਾ ਲੱਗਿਆ। ਪਰ ਇਹ ਹੈਰਾਨੀ ਦੀ ਗੱਲ ਹੈ ਬਈ ਇਦਾਂ ਨਹੀਂ ਸੀਗਾ ਜੀ, ਉਹ ਪ੍ਰੀ ਡਿਟਰਮਾਈਂਡ ਉਹਦਾ ਮਾਈਂਡ ਸੀਗਾ ਕਿ ਇਹ ਤਾਂ ਐਵੇਂ ਹੈ, ਇਹਨਾਂ ਨੂੰ ਅਸੀਂ ਭਜਾ ਦੇਣਾ। ਹੁਣ ਯਾਰ ਪੰਜਾਬੀ, ਉਹਨੇ ਜਦੋਂ ਦੇਖਿਆ ਕਿ ਹਾਂ ਵੀ ਇਹ ਤਾਂ ਆਇਆ, ਇਹਨਾਂ ਨੂੰ ਤਾਂ ਮੈਂ
ਇਦਾਂ ਹੀ ਟਰੀਟ ਕਰਨਾ। ਅਗਰ ਇਹੀ ਕੋਈ ਹੋਰ ਹੁੰਦਾ, ਕੋਈ ਵਾਈਟ ਗਾਈ ਹੁੰਦਾ ਤਾਂ ਉਹਨੇ ਆਈ ਥਿੰਕ ਉਹਨੇ ਡਿਫਰੈਂਟਲੀ ਟਰੀਟ ਕਰਨਾ। ਇਹ ਅਸੀਂ ਦੇਖਦੇ ਹਾਂ, ਉਹ ਤਾਂ ਬੇਸਿਕਲੀ ਆਪਾਂ ਦੇਖਦੇ ਹਾਂ, ਸ਼ਾਪਸ ਦੇਖਦੇ ਹਾਂ, ਬੈਂਕਸ ਦੇਖਦੇ ਹਾਂ, ਆਪਣੇ ਗਰੋਸਰੀ ਸਟਾਪ ਦੇ ਚੈੱਕਆਊਟ ਤੇ ਦੇਖਦੇ ਹਾਂ, ਉਹ 1 ਮਿੰਟ 'ਚ ਐਟੀਟਿਊਡ ਚੇਂਜ ਹੋ ਜਾਂਦਾ। ਹਾਏ ਹੈਲੋ ਤੇ ਪੰਜਾਬੀ ਬੰਦੇ ਦੇ ਨਾਲ ਬਹੁਤ ਘੱਟ ਹੈ। ਤੁਸੀਂ ਅੰਦਰ ਜਿਹੜੇ ਨੇ ਫਾਸਟ ਫੂਡ ਵਾਲੇ ਆਊਟਲੈਟਸ ਪਿੱਛੇ ਪੰਜਾਬੀ ਕਚਰ ਹੋਊਗਾ, ਇਹਦੇ ਚ ਲਾ ਦੇ ਜੈਮ, ਲਾ ਦੇ ਚਾਹ, ਲਾ ਦੇ। ਜੇ ਤੁਸੀਂ ਕਹਿ ਦੋ ਵੀ ਆਹ ਦੇ ਦਿਓ ਜੀ ਬਰਗਰ, ਕਹਿੰਦੀ ਯੈਸ ਵਾਟ ਆਈ ਡਿਡਨਟ ਅੰਡਰਸਟੈਂਡ ਵਾਟ, ਮੁੜ ਬਿਲਕੁਲ ਸਹੀ ਗੱਲ। ਆਪਸ ਚ ਬੋਲਦੇ ਤਾਂ ਜੋ ਬੋਲਣ ਦੀ ਸਾਡੀ ਗੱਲੋਂ ਪੰਜਾਬੀ ਆ ਗਈ ਤਾਂ ਕਹਿੰਦੇ ਨਹੀਂ। ਅੱਛਾ ਪ੍ਰਵੀਨ, ਤੁਸੀਂ ਇਹਦੇ 'ਚ ਤੁਹਾਡੀਆਂ 11-12 ਈਮੇਲਸ ਨੇ। ਪਹਿਲੀ ਤਾਂ ਗੱਲ ਮੈਂ ਸਲੂਟ ਕਰਦਾ ਇਸ ਗੱਲ ਨੂੰ ਵੀ ਇਸ ਚੀਜ਼ ਨੂੰ ਟੇਕ ਓਵਰ ਕੀਤਾ ਵੀ ਨੋ, ਇਹ ਇੱਥੇ ਕਮਿਊਨਿਟੀ ਇਸ਼ੂ ਹੈ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਅਸੀਂ ਡੈਲਟਾ ਦੇ ਰਹਿਣ ਵਾਲੇ ਹਾਂ, ਅਸੀਂ ਟੈਕਸ ਪੇਅਰਸ ਹਾਂ, ਸਾਡੀ ਇਹ ਫੈਸਿਲਿਟੀ ਆ, ਸਾਨੂੰ ਫੈਸਿਲੀਟੇਟ ਕਰਨ ਲਈ ਤੂੰ ਪੰਜਾਬੀ ਕੁੜੀ ਨੇ ਰੱਖੀ ਹੈ। ਅੱਜ ਸਟੀਵ ਨੈਪਰ ਮੋਢਿਆਂ ਤੋਂ ਭੂਰਾ ਲਾ ਕੇ ਕਹਿ ਰਿਹਾ ਵੀ ਤੁਸੀਂ ਸੇਮ ਐਥਨੀਸਿਟੀ ਦੇ ਹੋ, ਕਿਵੇਂ ਰੇਸਿਜ਼ਮ ਹੋ ਸਕਦਾ? ਤੇ ਇਹ ਦੱਸਿਓ ਬਈ ਇਹਨੂੰ ਆਪਾਂ ਜੇ ਸਮ ਅਪ ਕਰੀਏ, ਫਿਰ ਲੋਕਾਂ ਦੀਆਂ ਕਾਲਸ ਵੀ ਮੈਂ ਲੈਣੀਆਂ ਚਾਹੁੰਦਾ। ਐਂ ਦੱਸਿਓ ਵੀ ਐਗਜ਼ੈਕਟਲੀ ਇਹਦੇ 'ਚ ਕੀ ਹੋਇਆ, ਕਿਉਂਕਿ ਫਿਰ ਦੇਖੋ ਸਟੀਵ ਨੈਪਰ ਨੇ ਪਹਿਲਾਂ ਤੁਹਾਡੇ ਕਮਿਊਨੀਕੇਸ਼ਨ 'ਚ ਪਹਿਲਾਂ ਪੱਲਾ ਝਾੜਿਆ ਵੀ ਨੋ ਇਟਸ ਨਥਿੰਗ ਲਾਈਕ ਦੈਟ, ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਕੁਛ ਨਹੀਂ। ਤੁਸੀਂ ਨੈਕਸਟ ਲੈਵਲ ਤੇ ਲੈ ਗਏ, ਫਿਰ ਸਡਨ ਜੂਡੀ ਇਹਦੇ ਵਿੱਚ ਇੰਟਰਵੀਨ ਕਰਦੀ ਆ। ਮੈਂ ਸੀਨੀਅਰ ਮੈਨੇਜਰ ਹਾਂ। ਜੂਡੀ ਤੋਂ ਬਾਅਦ ਇੱਕ ਮਿਸਟਰ ਕੈਨ ਆਉਂਦੇ ਨੇ, ਉਹ ਕਹਿੰਦਾ ਮੈਂ ਸੀਨੀਅਰ ਮੈਨੇਜਰ ਹਾਂ। ਕਈ ਬੰਦੇ ਇਹਦੇ ਵਿੱਚ ਆਉਂਦੇ ਨੇ। ਸੋ ਇਹਨੂੰ ਤੁਸੀਂ ਸਮ ਅਪ ਜੇ ਕਰਨਾ ਹੋਵੇ, ਫਿਰ ਆਪਾਂ ਜਿਹੜੀਆਂ ਹੋਰ ਵੀ ਕਾਲਸ ਲਈਏ, ਪਤਾ ਕਰੀਏ ਵੀ ਆਪਾਂ ਕਿੱਥੇ ਖੜੇ ਹਾਂ। ਇਹਦੇ ਅਖੀਰ 'ਚ ਸਟੀਵ ਆਪਣਾ ਕੀ ਕਹਿਣਾ ਚਾਹੁੰਦੇ ਹੋ ਪ੍ਰਵੀਨ? ਗਿਲ ਸਾਹਿਬ, ਮੈਂ ਤੁਹਾਨੂੰ ਨਾ ਪਹਿਲਾਂ ਤੋਂ ਕੁੜੀ ਦਾ ਬਿਹੇਵੀਅਰ ਦੱਸਦਾ ਜੀ। ਰੇਸਿਜ਼ਮ ਕਲੀਅਰ ਕੱਟ ਤੇ ਮੈਂ ਈਮੇਲ 'ਚ ਵੀ ਐਕਸਪਲੇਨ ਕੀਤਾ। ਉਹਨਾਂ ਨੇ ਮੈਨੂੰ ਉਸ ਗੱਲ ਦਾ ਜਵਾਬ ਨਹੀਂ ਦਿੱਤਾ ਜੀ। ਮੈਂ ਉਹਨਾਂ ਨੂੰ ਪੁੱਛਿਆ ਕਿ ਜਦ ਮੈਂ ਗਿਆ, ਉਹ ਕੁੜੀ ਦਾ 10 ਮਿੰਟ ਬਾਅਦ ਮੇਰੇ ਡੋਰ ਤੇ ਆ ਕੇ ਮੈਨੂੰ ਪੁੱਛਣਾ ਵੀ ਇਹ ਪੁੱਛਣਾ ਤਾਂ ਕਿ ਦੱਸਣਾ ਕਿ ਤੁਸੀਂ ਜਾਓ ਬਾਹਰ। 10 ਮਿੰਟ ਮੈਂ ਵੇਟ ਕਰ ਰਿਹਾ, ਇਜ਼ ਇਟ ਰਾਈਟ or ਰੋਂਗ? ਫਿਰ ਮੈਂ ਦੂਜਾ ਕੁਐਸਚਨ ਪੁੱਛਿਆ ਵੀ ਜਦ ਮੈਂ ਉਹਨਾਂ ਨੂੰ ਕਿਹਾ ਕਿ ਇਹ ਰੂਲ ਤੁਹਾਡਾ ਬਣਿਆ ਹੈ, ਜੇ ਮੇਰੇ ਸਲੌਟ ਚੋਂ ਗਾਇਬ ਹੋ ਰਿਹਾ ਟਾਈਮ, ਮੇਰਾ ਲਾਸ ਹੋ ਰਿਹਾ, ਅੱਗੋਂ ਕੁੜੀ ਕਹਿੰਦੀ ਹੈ ਕਿ ਇਹ ਰੂਲ ਸਟੂਪਿਡ ਆ। ਉਹ ਆਪਣੀ ਮੈਨੇਜਮੈਂਟ ਦੇ ਬਣਾਏ ਰੂਲ ਨੂੰ ਕਹਿੰਦੀ ਹੈ ਸਟੂਪਿਡ ਆ, ਬਟ ਆਈ ਕੈਨ ਨਾਟ ਅਲਾਉ ਯੂ ਗੋ ਬੈਕ। ਤੀਸਰਾ ਮੈਂ ਪੁੱਛਿਆ ਜੀ, ਮੈਂ ਕਿਹਾ ਜੀ ਮੈਨੂੰ ਤੁਸੀਂ ਆਪਣੇ ਮੈਨੇਜਰ ਨਾਲ, ਤੁਹਾਡੇ ਜਿਹੜੇ ਇੱਥੇ ਮੈਨੇਜਰ ਉਹਨਾਂ ਨਾਲ ਗੱਲ ਕਰਾ ਦਿਓ। ਉਹ ਕਹਿੰਦੀ ਹੱਸ ਰਹੀ ਹੈ, ਕਹਿੰਦੀ ਹੈ ਵੀ ਇੱਥੇ ਕੋਈ ਮੈਨੇਜਰ ਨਹੀਂ ਹੁੰਦਾ, ਇੱਥੇ ਸੁਪਰਵਾਈਜ਼ਰ ਹੁੰਦੇ ਆ। ਮੈਂ ਕਿਹਾ ਜੀ ਮੈਨੇਜਰ ਤੇ ਸੁਪਰਵਾਈਜ਼ਰ ਦੇ ਵਿੱਚ ਫਰਕ ਕੋਈ ਨਹੀਂ ਹੈਗਾ, ਉਹ ਟਰਮ ਹੈ ਇੱਕ। ਤੁਸੀਂ ਜੋ ਵੀ ਤੁਹਾਡਾ ਸੀਨੀਅਰ ਹੈ ਮੇਰੀ ਗੱਲ ਕਰਾਓ। ਕਹਿੰਦੀ ਵੀ ਉਹ ਤਾਂ 9 ਤੋਂ 5 ਹੁੰਦੇ ਆ, ਸਵੇਰੇ ਆ ਕੇ ਗੱਲ ਕਰ। ਮੈਂ ਜਦੋਂ ਇਹ ਗੱਲ ਸੁਣ ਕੇ ਵਾਪਸ ਮੁੜਨ ਲੱਗਿਆ ਜੀ, ਮੇਰੇ ਫੈਮਿਲੀ ਮੇਰੇ ਨਾਲ ਸੀ, ਉਹਨਾਂ ਨੇ ਡੋਰ ਨੂੰ ਮੇਰੇ ਫੇਸ ਤੇ ਐ ਸ਼ਟ ਕੀਤਾ, ਐਵੇਂ ਮਾਰਿਆ ਜਿਵੇਂ ਕਿ ਅਸੀਂ ਲਾਈਕ ਐਕਸਟ੍ਰੀਮ ਸੀ। ਤੇ ਮੇਰੀ ਬੇਟੀ ਉਦਨ ਕਰਾਈ ਕਰਦੀ ਸੀ, ਰੋਣ ਲੱਗੀ ਸੀ। ਉਸ ਦੇਖ ਕੇ ਕਹਿੰਦੀ ਜੀ ਪਾਪਾ ਹਾਊ ਸ਼ੀ ਕੈਨ ਡੂ ਇਟ। ਕਹਿੰਦੀ ਮੈਂ ਸਕੂਲ ਪੜ੍ਹਦੀ ਆ, ਉਹ 6th ਸਟੈਂਡਰਡ ਚ ਜੀ। ਬਿਲਕੁਲ ਕਲਾਸਰੂਮ ਚ ਸਾਨੂੰ ਦੱਸਦੇ ਆ। ਬਿਲਕੁਲ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਐਮਪੈਥੀ ਸ਼ੋ ਕਰੋ। ਕਹਿੰਦੀ ਇਹਨੇ ਕੁਝ ਲਰਨਿੰਗ ਕੀਤਾ। ਉਹ ਬੇਟੀ ਛੋਟੀ ਹੈ, ਉਹਨੂੰ ਪਤਾ ਹੈ ਕਿ ਉਹ ਕੁੜੀ ਦਾ ਬਿਹੇਵੀਅਰ ਸਹੀ ਨਹੀਂ ਹੈ, ਤੇ ਉਹ ਲਰਨ ਕੀ ਕਰਕੇ ਆਈ ਸਕੂਲੋਂ ਦੇ ਸ਼ੀ ਨਾਓ ਹਾਊ ਇਨ ਵਿਚ ਕੈਪੈਸਿਟੀ ਉਹ ਉੱਥੇ ਕੰਮ ਕਰ ਰਹੀ ਹੈ। ਬਿਲਕੁਲ ਠੀਕ ਹੈ। ਮੇਰੀ ਬੇਟੀ ਨੂੰ ਲੈਸਨ ਜ਼ਰੂਰ ਮਿਲਿਆ, ਕਹਿੰਦੀ ਪਾਪਾ ਮੈਂ ਤਾਂ ਕਦੇ ਵੀ ਇਸ ਤਰ੍ਹਾਂ ਨਹੀਂ ਕਰ ਸਕਦੀ। ਅੱਛਾ ਜੀ, ਫਿਰ ਅਸੀਂ ਆ ਗਏ ਜੀ ਉੱਥੋਂ, ਤੇ ਨੈਕਸਟ ਟਾਈਮ ਜਦੋਂ ਅਸੀਂ ਫਰਦਰ ਟੇਕਅਪ ਕੀਤਾ, ਮੈਂ ਹਰ ਇੱਕ ਇੰਸੀਡੈਂਟ ਦੇ ਉੱਪਰ ਪੁਆਇੰਟ ਬਣਾ ਕੇ ਉਹਨਾਂ ਨੂੰ ਈਮੇਲ ਲਿਖੀ। ਮੈਨੂੰ ਬਹੁਤ ਡਿਟੇਲਡ ਹੈ ਪੁਆਇੰਟ ਦੇ ਉੱਪਰ ਮੈਨੂੰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਕੋਈ ਆਨਸਰ ਨਹੀਂ ਹੈ। ਨਹੀਂ ਆਨਸਰ, ਕੋਈ ਆਨਸਰ ਨਹੀਂ ਹੈ। ਸਟੀਵ ਨੈਪਰ ਨੇ ਮੇਰੀ ਗੱਲ ਸੁਣਨ ਤੋਂ ਬਾਅਦ ਵੀ ਮੈਨੂੰ ਬਾਹਰ ਕਰ ਦਿੱਤਾ ਜੀ, ਸਾਨੂੰ ਦੋਨੋਂ ਫੈਮਿਲੀਜ਼ ਨੂੰ 20 ਡੇਜ਼ ਲਈ। ਉਲਟਾ ਤੁਸੀਂ ਉਸ ਦਿਨ ਦੀ ਸਾਡੀ ਹਿਊਮਿਲੇਸ਼ਨ ਤੋਂ ਬਾਅਦ ਸਾਨੂੰ ਤੁਸੀਂ ਡਬਲ ਹਿਊਮਿਲੇਟ ਕਰ ਰਹੇ ਹੋ ਕਿ ਤੁਸੀਂ ਅਗਲੇ 15 ਦਿਨ ਆਉਣਾ ਨਹੀਂ। ਬਿਲਕੁਲ ਠੀਕ। ਸਟੀਵ ਨੈਪਰ ਨੂੰ ਮੈਂ ਪੁੱਛਿਆ ਜੀ, ਮੇਰੇ ਕੈਮਰੇ 'ਚ ਉਹਨਾਂ ਨੇ ਵਿਊ ਕੀਤਾ ਵੀ ਜੋ ਇੰਟਰੈਕਸ਼ਨ ਹੋਈ ਆ, ਮੈਂ ਕਿਹਾ ਤੁਹਾਨੂੰ ਲੱਗਿਆ ਮੈਂ ਕਿਤੇ ਕਿਸੇ ਨੂੰ ਅਬਿਊਜ਼ ਜਾਂ ਕਿਸੇ ਨੂੰ ਅਗਰੈਸਿਵ ਜਾਂ ਕਿਸੇ ਨੂੰ ਮਿਸਬਿਹੇਵ ਕਰ ਰਿਹਾ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਮੈਨੂੰ ਬਾਹਰ ਕਰਨ ਦਾ ਇੱਕ ਰੀਜ਼ਨ ਦੱਸੋ ਪਲੀਜ਼। ਉਹਦਾ ਆਂਸਰ ਮੈਨੂੰ ਗਿਲ ਸਾਹਿਬ ਹਾਲੇ ਤੱਕ ਨਾ ਜੂਡੀ ਤੋਂ ਮਿਲਿਆ, ਨਾ ਕੈਨ ਤੋਂ ਮਿਲਿਆ, ਸਟੀਵ ਤੋਂ ਤਾਂ ਮਿਲਿਆ ਨਹੀਂ ਸੀ ਜੀ। ਅੱਛਾ, ਜਿਹੜਾ ਤੁਹਾਨੂੰ ਬੈਨ ਕੀਤਾ, ਬਾਹਰ ਕੀਤਾ, ਉਹਦੇ ਬਾਅਦ ਦੱਸਿਓ ਫਿਰ ਵੀ ਨਹੀਂ ਹੁਣ ਤੁਸੀਂ ਕੱਲ ਨੂੰ ਆ ਜਾਓ, ਫਿਰ ਵੀ ਸਿਸਟਮ ਦੇ ਵਿੱਚ ਹੈ ਨਹੀਂ ਸੀ ਤੁਹਾਨੂੰ ਅਲਾਓ, ਫਿਰ ਨਹੀਂ ਕੀਤਾ? ਫਿਰ ਵੀ ਨਹੀਂ ਸੀਗਾ ਜੀ। ਜਿਹੜੀ 17 ਤੱਕ ਕਹਿਣ ਤੋਂ ਬਾਅਦ ਇਹਨਾਂ ਨੇ ਸਾਨੂੰ 20th ਨੂੰ ਹੀ ਫਾਈਨਲੀ ਮੈਂ ਫੋਨ ਕਰਕੇ ਪੁੱਛਿਆ ਕਿ ਮੈਂ ਹੁਣ ਆ ਸਕਦਾ? ਕਹਿੰਦੇ ਹਾਂਜੀ ਅੱਜ ਤੁਸੀਂ ਆ ਸਕਦੇ।
ਸੋ ਜਿਹੜੀ ਉਹਨਾਂ ਨੇ ਕਿਹਾ ਵੀ ਨਹੀਂ ਇਹ ਤੁਹਾਡਾ ਅਸੀਂ ਬੈਨ ਚੱਕਦੇ ਹਾਂ, ਜੂਡੀ ਨੇ ਤੁਹਾਡੀ ਬੇਟੀ ਨਾਲ ਗੱਲ ਕੀਤੀ ਜ਼ੂਮ ਤੇ ਵੀ ਯੂ ਕੈਨ ਕਮ ਟੁਮਾਰੋ, ਜਦ ਦੁਬਾਰਾ ਬੁੱਕ ਕਰਨ ਲੱਗੇ ਫਿਰ ਵੀ ਸਿਸਟਮ ਦੇ ਵਿੱਚ ਤੁਹਾਡਾ ਨਾਮ ਬੈਨ ਸੀ। ਸਾਹਿਬ ਇਹ ਮਜ਼ਾਕ ਉਡਾਇਆ ਗਿਆ ਜੀ, ਬਿਲਕੁਲ ਕਲੀਅਰਲੀ, ਦੇयर इज नो डाउट। ਛੋਟੇ ਬੱਚੇ ਕੀ ਲਰਨ ਕਰਨਗੇ ਜੀ ਇੰਨੇ ਸੀਨੀਅਰ ਜੂਡੀ ਆਮ ਸ਼ੋਰ ਉਹ ਮੋਰ ਦੈਨ 60 ਇਅਰਸ ਸਾਡੇ ਸੀਨੀਅਰ ਹੈ ਜੀ। ਸਾਡੇ ਅਸੀਂ ਬਹੁਤ ਐਕਸਪੈਕਟਡ ਸੀਗੇ ਸਾਨੂੰ ਨਾ ਉਹ ਸੀਨੀਅਰ ਮੈਂਬਰ ਪਾਰਕ ਦੇ ਮਿਲੇ ਆ, ਉਹਨਾਂ ਨੇ ਥੋੜ੍ਹਾ ਦੇਖਿਆ ਪੂਰਾ ਟਾਈਮ, ਉਹ ਸਾਨੂੰ ਸਮਝਣਗੇ, ਬਟ ਐਵਰੀਬਡੀ ਮੇਡ ਫਨ ਆਫ ਦੈਟ। ਬੱਚੇ ਮੇਰੇ ਉੱਥੋਂ ਕੀ ਇੰਸਪਾਇਰ ਹੋਣਗੇ ਜੀ, ਇੰਨੇ ਸੀਨੀਅਰ ਲੋਕ ਵੀ ਝੂਠ ਬੋਲਦੇ ਆ ਸਿਸਟਮ 'ਚ। ਕੁਛ ਕਾਲਸ ਮੈਂ ਸੁਣਨੀਆਂ ਚਾਹੁੰਦਾ ਇਸ ਦੇ ਬਾਰੇ। ਪੁਸ਼ਪਿੰਦਰ ਆਪਣੇ ਪ੍ਰਭਜੋਤਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਜਿੰਨੀ ਕੁ ਮੈਂ ਗੱਲ ਸੁਣੀ ਹੈਗੀ ਆ ਮੈਂ ਉਹ ਤੋਂ ਅਨੁਭਵ ਕਰਦਾ, ਜਿਹੜਾ ਇਹਨਾਂ ਨੇ ਜਿਹੜੀ ਕੰਪਲੇਂਟ ਕੀਤੀ ਆ, ਜੇ ਉੱਥੇ ਡਿਸਕ੍ਰਿਮੀਨੇਸ਼ਨ ਦੇ ਤਹਿਤ ਜੇ ਮਿਸਬਿਹੇਵ ਦੀ ਗੱਲ ਹੁੰਦੀ ਤਾਂ ਉਹ ਜਿੱਦਾਂ ਮੋਰ ਅਪਰੋਪਰੀਏਟ ਹੋਣੀ ਸੀ। ਜਿੱਦਾਂ ਡਿਸਕ੍ਰਿਮੀਨੇਸ਼ਨ ਬਿਲਕੁਲ ਮੈਂ ਵੀ ਅਨੁਭਵ ਕਰਦਾ ਕਿ ਜਦੋਂ ਤੁਸੀਂ ਇੱਕੋ ਜਿਹੇ ਹੈਗੇ ਆ, ਇੱਕੋ ਦੇਸ਼ ਤੋਂ ਆਏ ਆ, ਉੱਥੇ ਇਹੋ ਜਿਹੜਾ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਨਹੀਂ ਅਪਲਾਈ ਹੁੰਦੀ। ਸੋ ਜਿਹੜਾ ਮੈਨੇਜਰ ਦਾ ਲੈਟਰ ਆਇਆ ਉਹਦੇ ਵਿੱਚ ਉਹਨੇ ਇਹੋ ਗੱਲ ਕਹਿਤੀ ਵੀ ਇਹ ਤੁਸੀਂ ਇੱਕੋ ਇੱਕ ਹਾਂਜੀ, ਉਹ ਮੈਨੂੰ ਲੱਗਦਾ ਵੀ ਇਹ ਜਦੋਂ ਸ਼ਬਦਾਵਲੀ 'ਚ ਉਲਝਾ ਕੇ ਇਸ ਗੱਲ ਨੂੰ ਜਿਹੜਾ ਆ ਪਰੇ ਕੀਤਾ ਜਾ ਰਿਹਾ ਹੈ। ਤੇ ਦੂਸਰਾ ਜਿਹੜਾ ਜਦੋਂ ਇਹਨਾਂ ਨੂੰ ਉੱਥੋਂ ਜਾਣ ਨੂੰ ਕਿਹਾ ਜਾ ਰਿਹਾ, ਮੇਰਾ ਖਿਆਲ ਉਹ ਜਿਹੜਾ ਉੱਥੇ ਜਿਹੜਾ ਮਾਹੌਲ ਬਣ ਗਿਆ ਉਹਨੂੰ ਇੱਕੋ ਹੀ ਤਰੀਕਾ ਆ ਉਹਨੂੰ ਤੁਸੀਂ ਹੈਂਡਲ ਕਰਨ ਦਾ, ਵੀ ਜਦੋਂ ਤੁਸੀਂ ਦੋਹਾਂ ਪਾਰਟੀਆਂ ਨੂੰ ਵੱਖ ਕਰ ਦੋਗੇ ਤਾਂ ਉੱਥੇ ਜਿਹੜੀ ਟੈਨਸ਼ਨ ਆ ਉਹ ਖਤਮ ਹੋ ਸਕਦੀ ਆ। ਜਿਹੜਾ ਉੱਥੇ ਕੰਮ ਕਰ ਰਿਹਾ ਆ ਉਹਨੂੰ ਬਾਅਦ 'ਚ ਡਿਸਿਪਲਿਨ ਕੀਤਾ ਜਾ ਸਕਦਾ। ਜਿਹੜੇ ਦੂਸਰੀ ਪਾਰਟੀ ਬਾਹਰਲੀ ਆ ਪਰ ਸੁਪਰਵਾਈਜ਼ਰ ਤਾਂ ਹੈ ਨਹੀਂ ਸੀ ਪ੍ਰਭਜੋਤ ਭਾਈ ਸਾਹਿਬ, ਹੋਰ ਤਾਂ ਕੋਈ ਹੈ ਨਹੀਂ ਸੀ। ਇਹ ਤਾਂ ਕੁੜੀ ਦਾ ਹੀ, ਆਪਣੀ ਜਿਹੜੀ ਕੁੜੀ ਆ ਅਰਸ਼, ਉਹਦਾ ਹੀ ਡਿਸੀਜਨ ਆ ਵੀ ਯੂ ਗੋ। ਹਾਂਜੀ, ਜੇ ਹੁਣ ਇਹੋ ਗੱਲ ਕਹੀ ਆ ਤਾਂ ਮਾੜੀ ਗੱਲ ਆ, ਨਹੀਂ ਇਹੋ ਜਿਹੀ ਹੋਣੀ ਚਾਹੀਦੀ। ਜਿਹੜਾ ਹੈਗਾ ਡਿਸਕ੍ਰਿਮੀਨੇਸ਼ਨ ਦੇ ਮਿਸਬਿਹੇਵ ਦੀ ਜਿਹੜੀ ਆ ਮੇਰਾ ਖਿਆਲ ਗੱਲ ਬਣਦੀ ਆ। ਮੈਂ ਪੁੱਛਦਾ ਜੀ ਪੁਸ਼ਪਿੰਦਰ ਕੀ ਕਹਿਣਾ ਚਾਹੁੰਦੇ ਹੋ ਜੀ, ਕੀ ਤੁਹਾਡਾ ਤੁਸੀਂ ਐਨਾਲਾਈਜ਼ ਕੀਤਾ? ਲਾਈਨ ਨੰਬਰ 4। ਭਾਜੀ ਮੈਂ ਡੈਲਟਾ 'ਚ ਹੀ ਰਹਿ ਰਿਹਾ ਕਾਫੀ ਸਾਲਾਂ ਤੋਂ। ਵਨ ਆਫ ਦਾ ਬੈਸਟ ਫੈਸਿਲਿਟੀ ਹੈ ਇਹ 'ਚ ਮੈਂ ਇਹ ਸਮਝਦਾ ਵੀ ਗਲਤੀ ਤਿੰਨੇ ਪਾਰਟੀਆਂ ਤੋਂ ਹੋਈ ਆ। ਪਹਿਲਾਂ ਤਾਂ ਜਿਹੜੀਆਂ ਡਾਇਰੈਕਟਲੀ ਇਨਵੋਲਵਡ ਆ, ਜੇ ਰਾਹੁਲ ਜੀ ਲੇਟ ਆਏ, ਉਹਨੇ ਐਂਟਰੀ ਦੇਤੀ, ਦੈਟ ਵਾਜ਼ ਹਰ ਮਤਲਬ ਉਹਨੇ ਚੰਗਾ ਕੀਤਾ ਕਿ ਐਂਟਰੀ ਦੇਤੀ। ਜਦੋਂ ਉਹਨੇ ਦੂਜੀ ਫੈਮਿਲੀ ਨੂੰ ਰੋਕਿਆ, ਦੈਨ ਆਈ ਡੋਂਟ ਥਿੰਕ ਰਾਹੁਲ ਜੀ ਨੂੰ ਕਹਿਣਾ ਚਾਹੀਦਾ ਭਾਈ ਦੁਬਾਰਾ ਪੁੱਛ ਲਾ, ਭਾਈ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਲੇਟ ਆ, ਵਾਈ ਸ਼ੁੱਡ ਸ਼ੀ ਅਲਾਓ ਯੂ, ਜੇ ਰੂਲ ਹੈਗਾ ਆ। ਤੇ ਇਹ ਪ੍ਰੋਬਲਮ ਜਿਹੜੀ ਹੈਗੀ ਆ ਹਰ ਜਗ੍ਹਾ ਤੇ ਹਰ ਬੰਦਾ ਫੇਸ ਕਰਦਾ, ਤੇ ਸਾਡੀ ਕਮਿਊਨਿਟੀ ਦਾ ਇਹਨੂੰ ਜਨਰਲਾਈਜ਼ ਕਰ ਲੋ, ਜੋ ਵੀ ਕਰ ਲੋ। ਆਈ ਐਮ ਨਾਟ ਬਲੇਮਿੰਗ ਥੀਸ ਟੂ ਗਾਇਜ਼, ਦੇ ਹੈਡ ਦ ਬੈਸਟ ਇੰਟੈਂਸ਼ਨਸ, ਦੇ ਜਸਟ ਵਾਂਟਡ ਟੂ ਇੰਜੋਏ देयर ਟਾਈਮ। ਪਰ ਜਦੋਂ ਤੁਸੀਂ ਓਵਰਆਲ ਦੇਖਦੇ ਹੋ ਨਾ, ਆਪਾਂ ਹਰ ਥਾਂ ਤੇ ਜਾ ਕੇ ਆਪਾਂ ਬਾਹਰੋਂ ਵੀ ਧੱਕਾ ਕਰਦੇ ਆ, ਨਾ ਸਿਰਫ ਇਕੱਲੇ ਦਫ਼ਤਰ 'ਚ ਬੈਠੇ। ਪਰ ਪੁਸ਼ਪਿੰਦਰ, ਜੇ ਉਹਨਾਂ ਦਾ ਸਲਾਟ ਹੈ ਤਾਂ ਉਹ ਸਲਾਟ 'ਚ ਕਦੇ ਨਹੀਂ ਆ ਸਕਦੇ ਭਾਜੀ। ਜੇ ਰੂਲ ਆ ਕੀ ਰੂਲ ਹੈ? ਨਹੀਂ ਕਰ ਸਕਦੇ। ਨੋ ਰੂਲ ਉਹਨਾਂ ਨੂੰ ਪਹਿਲਾਂ ਦੱਸਿਆ ਨਹੀਂ ਜੀ, ਉਹਨਾਂ ਨੂੰ ਦੱਸਿਆ ਨਹੀਂ ਰੂਲ ਵੀ ਤੁਸੀਂ ਲੇਟ ਨਹੀਂ ਆ ਸਕਦੇ। ਹਾਂ, ਉਹ ਉੱਥੇ ਤੁਸੀਂ ਉਹਨੂੰ ਜਿਹੜਾ ਹੈਗਾ ਇੱਕ ਪ੍ਰੋਸੀਜਰਲ ਗਲਤੀ ਕਹਿ ਸਕਦੇ ਆ। ਪਰ ਮੈਂ ਇਹ ਸਮਝਦਾ ਵੀ ਜੇ ਇਹਨੂੰ ਰੇਸਿਜ਼ਮ ਤਾਂ ਇਹਨੂੰ ਕਹਿਣਾ ਆਪਦੀ ਸ਼ਿਕਾਇਤ ਨੂੰ ਘੱਟੇ ਪਾਉਣ ਵਾਲੀ ਗੱਲ ਹੈ। ਇਹ 'ਚ ਮਿਸਬਿਹੇਵ ਜ਼ਰੂਰ ਆ, ਮਿਸ ਹੈਂਡਲਿੰਗ ਜ਼ਰੂਰ ਆ। ਜੇ ਜੂਡੀ ਲੈਵਲ ਮੈਨੇਜਰੀਅਲ ਲੈਵਲ ਤੇ ਜਾ ਕੇ ਕਹਿ ਰਹੀ ਆ ਕਿ ਬੈਨ ਇਜ਼ ਰਿਮੂਵਡ ਐਂਡ ਸ਼ੀ ਡਸਨਟ ਰਿਮੂਵ ਦਾ ਬੈਨ, ਤਾਂ ਫਿਰ ਉਸ ਚੀਜ਼ ਨੂੰ ਤੁਸੀਂ ਪ੍ਰੋਸੀਜਰਲ ਸਿਸਟਮ ਦੇ ਵਿੱਚ ਪਾਓ ਕਿ ਜਦੋਂ ਸਾਨੂੰ ਅਪੋਲੋਜੀ ਹੋ ਚੁੱਕੀ ਆ, ਵਾਈ ਆਰ ਵੀ ਬੀਇੰਗ ਡਿਪਰਾਈਵਡ ਆਫ ਫੈਸਿਲਿਟੀ ਜਿਹਨੂੰ ਅਸੀਂ ਪੇ ਕਰ ਰਹੇ ਹਾਂ। ਡੋਂਟ ਮੇਕ ਇਟ ਅਬਾਊਟ ਰੇਸਿਜ਼ਮ, ਕਿਉਂਕਿ ਉਹ ਬਣਨਾ ਨਹੀਂ। ਓਕੇ ਡਾਕਟਰ ਜੰਡੀ ਕੀ ਕਹਿੰਦੇ ਹੋ ਜੀ? ਲਾਈਨ ਨੰਬਰ 5। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਜਿਹੜਾ ਕੋਈ ਵੀ ਆਰਗੇਨਾਈਜ਼ਡ ਡਿਸਕ੍ਰਿਮੀਨੇਸ਼ਨ ਦਾ ਸਿਸਟਮ ਆ ਉਹ ਸਰਵਾਈਵ ਹੀ ਲੌਂਗ ਟਰਮ ਤਾਂ ਚੱਲਦਾ ਜੇ ਇਹਦੇ ਅਗੇਂਸਟ ਤੁਸੀਂ ਡਿਸਕ੍ਰਿਮੀਨੇਟ ਕਰਨਾ, ਜੇ ਉਹਦੇ ਵਿੱਚੋਂ ਥੋੜੀ ਵਾਰੀ ਉਸ ਸਿਸਟਮ ਦੇ ਵਿੱਚ ਬਾੜ ਕੇ ਬੰਦਿਆਂ ਨੂੰ ਯੂਜ਼ ਕੀਤਾ ਜਾਵੇ। ਉਹ ਇਹ ਵੈਲ ਨੋਨ ਆ। ਜਿੱਦਾਂ ਹੁਣ ਅਮਰੀਕਾ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਜੇ ਕਾਲਿਆਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜਿਹੜੇ ਡਿਸਕ੍ਰਿਮੀਨੇਸ਼ਨ ਕਰਦੇ ਆ ਉਹਨਾਂ 'ਚ ਵੀ ਉਹਨੇ 2-4% ਕਾਲੇ ਵੀ ਉਹਨੇ ਇੰਪਲੋਏ ਕੀਤੇ ਹੁੰਦੇ ਤਾਂ ਕਿ ਉਹ ਜਿਹੜਾ ਸਿਸਟਮ ਆ ਉਹ ਫੇਅਰ ਲੱਗੇ।
ਇਹ ਸਰਵਾਈਵਲ ਹੀ ਸਿਸਟਮ ਦਾ ਤਾਂ ਆ। ਜੇ ਸਿਸਟਮ ਦੇ ਵਿੱਚ ਐਂਟਰੀ ਕਰਕੇ ਉਹਨਾਂ ਤੋਂ ਨਹੀਂ ਕਰਾਉਂਦੇ, ਸਿਸਟਮ ਲੌਂਗ ਟਰਮ ਸਰਵਾਈਵ ਨਹੀਂ ਕਰ ਸਕਦਾ। ਜਿੱਦਾਂ ਹੁਣ ਤੁਹਾਨੂੰ ਪਤਾ ਜਦੋਂ ਸਾਡੇ ਆ ਵੈਟਨੇਰੀਅਨ ਵਾਲਾ ਚੱਕੇ ਸੀਗਾ ਡਿਸਕ੍ਰਿਮੀਨੇਸ਼ਨ ਵਾਲਾ, ਉਹਦੇ ਚ ਉਹਨੇ ਇੱਕ ਪੂਰਾ ਗਰੁੱਪ ਆਪਣਾ ਵਿੱਚ ਵਾੜਿਆ ਸੀ ਆਪਣੇ ਪੰਜਾਬੀਆਂ ਦਾ। ਬਿਲਕੁਲ ਠੀਕ। ਤਾਂ ਕਿ ਕੱਲ ਨੂੰ ਮਤਲਬ ਚਲੋ ਅਖੀਰ ਦੇ ਵਿੱਚ ਜੋ ਵੀ ਹੋਇਆ ਉਹ ਮਤਲਬ ਪ੍ਰੂਵਨ ਵਨ ਵੇ ਔਰ ਦੀ ਅਦਰ, ਉਹਦੇ ਵਿੱਚ ਇਹਦਾ ਸਰਵਾਈਵਲ ਹੀ ਇਹ ਹੋਆ। ਬਾਕੀ ਗਿੱਲ ਸਾਹਿਬ ਜਿੱਥੋਂ ਦਾ ਇਹਨਾਂ ਦੀ ਵੀ ਮੈਂ ਇਹ ਨਹੀਂ ਆਊਟਰਾਈਟਲੀ, ਦੇਖੋ ਇੱਕ ਪਬਲਿਕ ਫੈਸਿਲਿਟੀ ਹੈ, ਜੇ ਤੁਸੀਂ ਆਪਣਾ ਟਾਈਮ ਸਲੌਟ ਨਹੀਂ ਆ ਸਕਦੇ ਯੂ ਸ਼ੁਡਨਟ ਬੁੱਕ ਇਟ, ਕਿਉਂਕਿ ਉਹਦੇ ਵਿੱਚ ਮੇਰੇ ਵਰਗੇ ਜਿਹੜੇ ਦੂਜੇ ਲੋਕੀ ਆ ਉਹਨਾਂ ਨੂੰ ਵੀ ਘਾਟਾ ਪੈਂਦਾ। ਪਰ ਉਹ ਥੋੜਾ ਜਿਹਾ 10 ਮਿੰਟ ਲੇਟ ਸੀ, ਕਹਿੰਦੇ ਜੀ ਅਸੀਂ 10 ਮਿੰਟ। ਦੇਖੋ ਜੀ ਮੈਂ ਜੇ ਮੈਂ ਪਬਲਿਕ ਫੈਸਿਲਿਟੀ ਜਿਸ 'ਚ ਹੋਰ ਲੋਕਾਂ ਦਾ ਵੀ ਹੱਕ ਹੈ, ਜੇ ਮੈਂ 20 ਮਿੰਟ ਲੇਟ ਜਾਣਾ ਆਈ ਐਮ ਰੋਂਗ ਟੂ। ਠੀਕ। ਇਹਦੇ ਵਿੱਚ ਬੰਦਾ ਉਹੀ ਗ੍ਰੇਟ ਹੁੰਦਾ ਜਿਹੜਾ ਆਪਣੀ ਮਿਸਟੇਕ ਮੰਨਦਾ। ਠੀਕ ਹੈ। ਜੇ ਆਪਾਂ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਤਾਂ ਦੁੱਧ ਧੋਤੇ ਸੀ, ਅਸੀਂ ਲੇਟ ਵੀ ਆ ਸਕਦੇ, ਨੋ ਯੂ ਕਾਂਟ, ਕਿਉਂਕਿ ਉਹਦੇ ਉੱਤੇ ਸਿਰਫ ਇਹ ਟੈਕਸ ਨਹੀਂ ਦਿੰਦੇ, ਹੋਰ ਵੀ ਡੈਲਟਾ ਦੇ ਵੀ ਜਿਹੜੇ ਬੰਦੇ ਟੈਕਸ ਦਿੰਦੇ ਉਹਨੇ ਵੀ ਜਾਣਾ। ਠੀਕ। ਜੇ ਮੈਂ ਕਹਾਂ ਮੈਂ 10 ਸਲੌਟ ਬੁੱਕ ਕਰਾ ਕੇ ਉਹਨਾਂ ਦੇ 2 ਚ ਜਾਇਆ, ਮੈਂ 8 ਖਾਲੀ ਚਲ ਜਾਣ, ਉਹ ਦੂਜੇ ਬੰਦਿਆਂ ਨਾਲ ਵੀ ਧੱਕਾ ਹੋ ਰਿਹਾ। ਠੀਕ ਡਾਕਟਰ ਸਾਹਿਬ। ਵਿਰਕ ਸਾਹਿਬ ਲਾਈਨ ਨੰਬਰ 6। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਜਿਵੇਂ ਪਿਛਲੇ ਕਾਲਰ ਕਹਿ ਕੇ ਗਏ ਨੇ ਭਾਜੀ, ਮੈਂ 50-50 ਕਸੂਰ ਦੋਨਾਂ ਸਾਈਡ ਤੇ ਮੰਨਦਾ ਵਾਂ ਕਿ ਇਹ ਗਲਤ ਨੇ ਤੇ ਇਹ ਨਹੀਂ ਕਿ ਉਹ ਠੀਕ ਹੈ ਕੁੜੀ। ਅਸਲ ਚ ਕੀ ਹੈ, ਜਦੋਂ ਆਰਗਿਊ ਕਰੀ ਜਾਂਦੇ ਉਹਨਾਂ ਤੇ ਫਿਰ ਗੱਲ ਵੱਧ ਜਾਂਦੀ ਹੈ, ਤੇ ਫਿਰ ਇਹ ਨਹੀਂ ਕਿ ਮੈਂ ਕੁੜੀ ਦੀ ਸਪੋਰਟ ਕਰ ਰਿਹਾ। ਪਰ ਮਿਸਬਿਹੇਵ ਥੋੜਾ ਕੋਈ ਕਰ ਸਕਦਾ ਬਾਈ ਜੀ, ਉਹ ਫੈਸਿਲਿਟੀ ਚ ਕੰਮ ਕਰਦੀ ਆ ਉਹ। ਹਾਂਜੀ, ਮਿਸਬਿਹੇਵ ਨਹੀਂ, ਉਹ ਸਾਰਾ ਸੋਚਣਾ ਚਾਹੀਦਾ, ਕੋਈ ਤਰੀਕੇ ਨਾਲ ਹੈਂਡਲ ਕਰਨੀ ਚਾਹੀਦੀ ਸੀ ਉਹ ਗੱਲ, ਜਿਹੜੀ ਕਿ ਨਹੀਂ ਕੀਤੀ ਉਹਨੇ। ਬਿਲਕੁਲ ਵਿਰਕ ਸਾਹਿਬ। ਸਰਬਜੀਤ ਸਿੰਘ ਤੁਸੀਂ ਰਹਿੰਦੇ ਹੋ ਜੀ ਡੈਲਟਾ ਚ, ਲਾਈਨ ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ। ਬਿਲਕੁਲ ਕੌਸ਼ਲ ਹੋਣ ਦੇ ਨਾਲ ਮੈਨੂੰ ਬਿਲਕੁਲ ਪੂਰੀ ਹਮਦਰਦੀ ਹੈ, ਪਰ ਬਾਈ ਜੀ ਮਾਫ ਕਰਨਾ, ਇੱਕ ਥੋੜੀ ਜਿਹੀ ਗੱਲ ਸਟਾਰਟਿੰਗ ਵਿੱਚ ਬਿਲਕੁਲ ਪੂਰੀ ਹਮਦਰਦੀ ਹੈ, ਮੈਂ 100% ਇਹਨਾਂ ਦੇ ਨਾਲ ਹਾਂ, ਪਰ ਗੱਲ ਇੱਕ ਹੈ ਬਈ ਦੇਖੋ, ਤੁਸੀਂ ਸਾਡੀ ਕੰਪਲੇਂਟ ਹੀ ਗਲਤ ਸੀ, ਇਹ ਰੇਸਿਜ਼ਮ ਦੀ ਤਾਂ ਹੈ ਹੀ ਨਹੀਂ ਹੈ, ਉਹ ਤਾਂ ਉਹਨਾਂ ਨੇ ਕਲੀਅਰ ਕਰ ਦਿੱਤਾ ਟੈਕਨੀਕਲੀ। ਇੰਡੀਆ ਦਾ ਉਹ ਹੈ, ਇੰਡੀਆ ਦੇ ਉਹ ਬੰਦੇ ਆ। ਯੈਸ, ਮਿਸਬਿਹੇਵੀਅਰ ਹੈਗਾ, ਗੁੱਡ ਸਰਵਿਸ ਨਾ ਦੇਣਾ ਉਹ ਕੁੜੀ ਦਾ ਕਸੂਰ ਹੈ ਬਿਲਕੁਲ। ਪਰ ਇੱਕ ਗੱਲ ਯਾਦ ਰੱਖਿਓ, ਇਹ ਡੈਲਟਾ ਉਹੀ ਡੈਲਟਾ ਹੈ, ਇੱਥੇ ਕ੍ਰਿਕਟ ਦਾ ਪਿੱਚ ਨਾ ਗੋਰਿਆਂ ਨੇ ਇੱਥੇ ਲਿਖ ਕੇ ਪਟੀਸ਼ਨ ਇੱਥੇ ਕੀਤੀ ਸੀ ਸਾਡੇ ਆਲੇ ਦੁਆਲੇ, ਕਹਿੰਦੇ ਅਸੀਂ ਇਹ ਨਹੀਂ ਬਣ ਦੇਣਾ। ਸਰੀ ਕ੍ਰਿਕਟ ਦਾ ਹੈ ਨਹੀਂ ਕਿਤੇ ਪਿੱਚ, ਸਰੀ ਵਾਲੇ ਡੈਲਟਾ ਚ ਖੇਲਣ ਆਉਂਦੇ ਆ, ਉਹਨਾਂ ਨੇ ਸਾਡੇ ਲਈ ਇੰਡੀਆ ਵਾਲਿਆਂ ਲਈ ਲੜ ਕੇ ਸਪੈਸ਼ਲ ਬਣਾਇਆ। ਪਰ ਉਹ ਕੁੜੀ ਦੀ ਬਿਲਕੁਲ ਗਲਤੀ ਹੈ, ਜਿਹੜੀ ਉਹ ਕੁੜੀ ਆ ਉਹਦੀ ਸਰਵਿਸ ਦੀ ਕੰਪਲੇਂਟ ਕਰਦੇ, ਮੇਰਾ ਖਿਆਲ ਹੈ ਰੇਸਿਜ਼ਮ ਦਾ ਨਾਮ ਸੁਣਦੇ ਹੀ ਉਹ ਘਬਰਾ ਗਈ ਉਹਨਾਂ ਦੀ ਮੈਨੇਜਮੈਂਟ। ਰੇਸਿਜ਼ਮ ਡਿਸਕ੍ਰਿਮੀਨੇਸ਼ਨ ਦੀ ਗੱਲ ਦੀ ਬਜਾਏ ਮਿਸਬਿਹੇਵੀਅਰ ਇਹ ਕਿਹਾ ਜਾਂਦਾ ਤਾਂ ਦੈਟ ਵੁੱਡ ਬੀ ਮੋਰ ਐਪਰੋਪ੍ਰੀਏਟ। ਤੇ ਬਿਲਕੁਲ ਮੈਂ ਸਫਾਈ ਨਹੀਂ ਕੋਈ ਦੇ ਰਿਹਾ, ਇੱਥੇ ਹੁੰਦਾ ਕਰਦੇ ਆਪਣਿਆਂ ਨਾਲ ਹੀ ਇੱਕ ਦੋ ਵਾਰੀ ਮਾੜੀ ਮੋਟੀ ਹੁੰਦੀ ਆ, ਗੋਰਿਆਂ ਨੇ ਨਹੀਂ ਅੱਜ ਤਾਈਂ ਕਦੇ ਕੀਤੀ ਮੇਰੇ ਨਾਲ। ਆਪਣੇ ਸਾਡਾ ਗੋਤੀਆ ਵੀ ਇੱਕ ਦਿਨ ਆ ਕੇ ਸਾਨੂੰ ਕਹੀ ਜਾਵੇ ਤੁਹਾਡੇ ਘਰ ਦੇ ਮਗਰ ਚਿਕਨ ਰੱਖੇ ਹੋਏ ਆ ਤੇ ਮੈਂ ਚੈੱਕ ਕਰਨੇ ਆ, ਮੈਂ ਤੂੰ ਕੌਣ ਆ ਓਏ, ਕਹਿੰਦਾ ਮੈਂ ਸਜੇੜਾ, ਮੈਂ ਕਿਹਾ ਮੈਂ ਵੀ ਸਜੇੜਾ। ਤੇ ਕਹਿੰਦਾ ਆਖੇ ਮੈਂ ਤੂੰ ਚੱਲਿਆ ਕਿੱਧਰ ਨੂੰ ਮੂੰਹ ਚੱਕਿਆ, ਕਹਿੰਦਾ ਮੈਂ ਸਿਟੀ ਵਾਲਾ। ਮੈਂ ਕਿਹਾ ਮੈਂ ਨਹੀਂ ਉਹ ਬੰਦਾ ਸਿਟੀ ਵਾਲਾ, ਮੈਨੂੰ ਤਾਂ ਲੱਗਦਾ ਤੂੰ ਜਾਲੀ ਇੰਪੋਸਟਰ ਹੈ, ਚੋਰੀ ਕਰਨ ਆਇਆ, ਆਪਦੇ ਬੌਸ ਤੋਂ ਲਿਖਾ ਕੇ ਲਿਆ ਵੀ ਤੂੰ ਰੀਅਲ ਹੈ। ਥੈਂਕ ਯੂ। ਭੁਲਿੰਦਰਪਾਲ ਲਾਈਨ ਨੰਬਰ 4। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਚਲੋ ਜਿਵੇਂ ਵੀ ਸਾਰਿਆਂ ਨੇ ਆਪਦੇ ਵਿਚਾਰ ਦਿੱਤੇ ਆ, ਅਕਸਰ ਕੋਈ ਵੀ ਅਪੁਆਇੰਟਮੈਂਟ ਹੁੰਦੀ ਹੈ ਨਾ, ਜਦੋਂ ਆਪਾਂ ਸਪੈਸ਼ਲੀ ਬੁੱਕ ਕਰਾਉਣਾ, ਜੇ ਤੁਸੀਂ ਲੇਟ ਹੋ ਤਾਂ EMPLOYEE ਦਾ ਹੱਕ ਬਣਦਾ ਕਾਲ ਕਰਨ ਦਾ ਕਿ ਆਰ ਯੂ ਕਮਿੰਗ ਔਰ ਨੋਟ। ਜੇ ਉਹ ਨਹੀਂ ਆ ਰਹੇ ਤਾਂ ਉਹ ਵੀ, ਜੇ ਤੁਸੀਂ ਨਹੀਂ ਆ ਰਹੇ, ਜੇ ਤੁਸੀਂ ਲੇਟ ਹੋ ਪਲੀਜ਼ ਆਇਓ ਨਾ, ਵੀ ਅਸੀਂ ਕੈਂਸਲ ਕਰਨੀ ਆ ਐਜ਼ ਅ ਰੂਲ। ਬਿਲਕੁਲ। ਬੰਦਾ ਰਾਹ ਦੇ ਵਿੱਚ ਹੀ ਹੋ ਜਾਂਦਾ, ਪ੍ਰਪੇਅਰ ਹੋ ਜਾਂਦਾ ਬੰਦਾ। ਡਰ ਤੇ ਆਏ ਤੁਸੀਂ ਬੰਦੇ ਨੂੰ, ਠੀਕ ਆ ਕਿ ਇੱਕ ਗੱਲ ਹੋਰ ਆ ਜੀ, ਜਿੰਨੀਆਂ ਵੀ ਇੱਥੇ ਵੱਡੀ ਨੌਕਰੀਆਂ ਦੇ ਜਵਾਕ ਬੈਠੇ ਆ ਜਾਂ ਕੋਈ ਵੀ ਜਵਾਕ ਨਹੀਂ, ਤੁਸੀਂ ਸੀਨੀਅਰ ਬੰਦੇ ਕਹਿੰਦੇ ਹੋ, ਕੋਈ ਐਜੂਕੇਸ਼ਨ ਨਹੀਂ ਹੈਗੀ ਇਹਨਾਂ ਦੀ, ਜਿੰਨਾ ਕੁ ਮੈਂ ਦੇਖਿਆ ਉਰੇ। ਇਹ ਸਿਰਫ ਐਕਸਪੀਰੀਅੰਸ ਤੌਰ ਤੇ ਲੱਗ ਕੇ ਮੌਕੇ ਤੇ 12 ਪੜ੍ਹ ਕੇ ਮਾੜਾ ਮੋਟਾ, ਕੋਈ ਇਹਨਾਂ ਨੂੰ ਕੋਈ ਐਥਿਕਸ ਵਾਲੀ ਕੋਈ ਟ੍ਰੇਨਿੰਗ ਨਹੀਂ ਹੈਗੀ ਇਹਨਾਂ ਨੂੰ। ਉਹੀ ਸ਼ਿਕਾਰ ਇਹ ਕੁੜੀ ਹੋਈ ਆ। ਇਹ ਕਹਿ ਸਕਦੀ ਸੀ ਕਿ ਆਈ ਐਮ ਰੀਅਲੀ ਸੌਰੀ ਵੀ ਮੈਂ ਤੁਹਾਨੂੰ ਅਲਾਉ ਨਹੀਂ ਕਰਦਾ, ਇੱਥੇ ਗੱਲ ਖਤਮ। ਪਰ ਗਾਹਾਂ ਗੱਲ ਵਧਾਈ ਜਾਣੀ ਜਾਂ ਵੱਧ ਗਈ ਉਹ ਗੱਲ ਮੌਕੇ ਤੇ, ਹਨਾ। ਜੇ ਮੈਂ ਉੱਥੇ ਹੁੰਦਾ, ਮੈਨੂੰ ਜੋ ਫੀਲ ਹੋਇਆ ਮੈਂ ਉਹ ਲਿਖਤਾ, ਠੀਕ ਆ, ਕਿ ਉਹ ਜਿਵੇਂ ਉਹ ਰੇਸਿਜ਼ਮ ਲਿਖਤਾ ਜਾਂ ਡਿਸਕ੍ਰਿਮੀਨੇਸ਼ਨ ਲਿਖਣਾ ਚਾਹੀਦਾ ਸੀ, ਉਹ ਇੱਕ ਅਲੱਗ ਮੈਟਰ ਹੋ ਗਿਆ। ਪਰ ਆ ਗੱਲ ਜਮਾ ਹੀ ਮੂੜੋ ਇਰਾਦਾ ਵੀ ਆਪਣੇ ਬੰਦੇ ਜਿਹੜੇ ਇੱਧਰਲੇ ਬੋਰਨ ਆ ਬੱਚੇ ਜਾਂ ਥੋੜੇ ਜਿਹੇ ਪੁਰਾਣੇ ਆ, ਮੈਂ ਖੁਦ ਬੈਂਕਾਂ 'ਚ ਬਹੁਤ ਵਾਰੀ ਦੇਖਿਆ, ਮੇਰੇ ਸਾਹਮਣੇ ਹੈਪਨ ਹੋਇਆ
ਇਹ ਕਰਦੇ ਆ ਜੀ, ਇਹ ਦੇਸੀਆਂ ਦੇ ਵਿੱਚ ਦੂਜੇ ਵਿੱਚ ਫਰਕ ਰੱਖਦੇ ਆ। ਸੋ ਮੇਰੇ ਹਿਸਾਬ ਨਾਲ ਇਹ ਜਵਾਬ ਦੇ ਕੁੜੀ ਨੂੰ, ਠੀਕ ਆ, ਮੈਂ ਇਹ ਨਹੀਂ ਕਹਿੰਦਾ, ਪਰ ਘੱਟੋ ਘੱਟ ਇਹਨਾਂ ਦੀ ਸੈਟੀਸਫੈਕਸ਼ਨ ਲਈ ਵੀ ਭਾਈ ਤੁਸੀਂ ਇਹ ਰੇਸਿਜ਼ਮ ਨਹੀਂ ਹੈਗਾ, ਬਟ ਸਾਡੇ EMPLOYE ਤੋਂ ਗਲਤੀ ਹੋਈ ਆ ਜਾਂ ਜੋ ਵੀ ਹੋਇਆ, ਬੈਠ ਕੇ ਇੱਕ ਵਧੀਆ ਸੈਟਅਪ ਕਰ ਲੈਣਾ ਚਾਹੀਦਾ ਸੀ। ਬਿਲਕੁਲ। ਅੱਛਾ, ਆਪਾਂ ਆਪਣਾ ਰੰਗ ਨਸਲ ਵੇਖ ਕੇ, ਆਪਣੀ ਭਾਈਚਾਰੇ ਦੀ ਬੱਚੀ ਵੇਖ ਕੇ ਅਸੀਂ ਐਕਸਪੈਕਟ ਹੋਰ ਕਰਦੇ ਹਾਂ ਵੀ ਯਾਰ ਸਾਨੂੰ ਇਹ ਬੱਚੀ ਇੱਜ਼ਤ ਦੇਵੇ, ਖਿਆਲ ਦੇ ਨਾਲ ਗੱਲ ਕਰੇ। ਜੇ ਉਹ ਦਰਵਾਜ਼ਾ ਭੇੜਦੀ ਆ ਜ਼ੋਰ ਦੇ ਨਾਲ, ਫਿਰ ਉਹ ਮਹਿਸੂਸ ਤਾਂ ਹੋਇਆ ਉਹਨਾਂ ਨੇ, ਜਿਹੜਾ ਕੁਝ ਲਿਖਿਆ ਭੋਰਾ, ਪਰ ਬੱਚੀ ਆ ਨਾਲ, ਵਾਈਫ ਹੈ, ਬੰਦੇ ਦੀ ਵੀ ਡਿਗਨਿਟੀ ਆ ਯਾਰ, ਇੱਕ ਫੈਮਿਲੀ ਦਾ ਹੈੱਡ ਹੈ, ਉਹ ਨਾਲ ਉਹਦੀ ਮਿਸਿਸ ਹੈ, ਉਹ ਨਾਲ ਉਹਦੀ ਬੱਚੀ ਹੈ, ਜਿਨ੍ਹਾਂ ਨੂੰ ਉਹ ਨੈਕਸਟ ਲੈਵਲ ਤੇ ਵੀ ਭਾਈ ਬੱਚੇ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ ਹੈ। ਉਹ ਬੇਟੀ ਪ੍ਰਵੀਨ ਦੀ ਉਹ ਕਹਿ ਰਹੀ ਹੈ ਵੀ ਡੈਡ ਸਾਨੂੰ ਤਾਂ ਕਾਲਜ ਸਕੂਲ 'ਚ ਇਸ ਤਰ੍ਹਾਂ ਪੜ੍ਹਾਉਂਦੇ ਵੀ ਐਮਪੈਥੀ ਕਿਵੇਂ ਕਰਨੀ ਹੈ, ਦਿਸ ਇਜ਼ ਰੋਂਗ। ਜਸਤੂਰ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਭਾਈ। ਮੈਂ ਸੁਣਿਆ ਵੈਸੇ ਤਕਰੀਬਨ ਸਾਰੇ ਕਾਲਰ ਆਪੋ ਆਪਣੀ ਜਗ੍ਹਾ ਤੇ ਸਹੀ ਆ, ਕਿਉਂਕਿ ਐਕਚੁਅਲੀ ਨਾ ਜਿਹੜਾ ਟਾਈਮ ਹੁੰਦਾ, ਉਹਨੇ 10 ਮਿੰਟ ਮੈਂ ਕਹਿੰਦਾ ਪਹਿਲਾਂ ਉਹ ਲੇਟ ਸੀਗੇ ਤੇ ਉਹਨੇ ਦੇਖ ਕੇ ਤੇ ਐਡਜਸਟ ਕਰਤਾ, ਉਹ ਬੜੀ ਚੰਗੀ ਗੱਲ ਸੀ। ਫਿਰ ਦੂਜਾ ਬੰਦਾ ਜਿਹੜਾ ਪ੍ਰਵੀਨ ਹੈ ਮੇਰਾ ਖਿਆਲ ਆ, ਉਹ 20 ਮਿੰਟ ਬਾਈ ਜੀ ਲੇਟ ਗਏ ਨੇ। ਮੇਰਾ ਖਿਆਲ ਹੈ ਵੀ ਉਹ ਬਾਏ ਲਾ ਜਾਂ ਪ੍ਰੋਟੋਕਾਲ ਆ ਨਹੀਂ ਅਲਾਉ ਕਰਦੀ, ਕੋਈ ਵੱਡੀ ਗੱਲ ਨਹੀਂ ਸੀ, ਪਰ ਜੇ ਉਹ ਅਲਾਉ ਕਰ ਵੀ ਦਿੰਦੀ ਤਾਂ ਚੰਗੀ ਗੱਲ ਸੀਗੀ, ਬਟ ਨਹੀਂ ਅਲਾਉ ਕੀਤਾ। ਬਟ ਉਹਦੇ 'ਚ ਆਰਗੂਮੈਂਟ ਨਹੀਂ ਤੁਸੀਂ EMPLOYEES ਦੇ ਨਾਲ ਕਦੇ ਵੀ ਕਰ ਸਕਦੇ। ਮੈਂ ਤੁਹਾਨੂੰ 2-3 ਐਗਜ਼ਾਮਪਲ ਦੇਣਾ। ਇੱਕ ਇੱਥੇ ਵੇਵ ਪੂਲ ਆ ਇੱਥੇ ਆਪਣੇ ਸਰੀ ਚ ਬਾਈ, ਇੱਥੇ ਮੈਨੂੰ ਦੱਸਿਆ ਬਜ਼ੁਰਗ, ਕਹਿੰਦੇ ਯਾਰ ਇੱਥੇ ਇੱਕ ਗੋਰਾ ਆਉਂਦਾ, ਉਹਦਾ ਕੋਈ ਬੇਸਮੈਂਟ 'ਚ ਰਹਿੰਦਾ ਸੀ, ਉਹਦਾ ਲੜਾਈ ਝਗੜਾ ਹੋ ਗਿਆ, ਹੇਟ ਕਰਨ ਲੱਗ ਗਿਆ ਆਪਣਿਆਂ ਨੂੰ, ਤੇ ਉਹ ਕਹਿੰਦਾ 50 ਸਾਲ ਦੀ ਉਮਰ ਹੋਣੀ ਆ, ਕਾਫੀ ਲੰਮਾ ਉੱਚਾ ਸੀ, ਕਹਿੰਦਾ ਵੀ ਸਾਨੂੰ ਗਾਲਾਂ ਕੱਢਦਾ ਇਹ, ਤੇ ਸਾਨੂੰ ਅੱਧੀ ਤਾਂ ਸਮਝ ਨਹੀਂ ਆਉਂਦੀ, ਕਹਿੰਦਾ ਵੀ ਤੁਸੀਂ ਪੂਲ ਚੋਂ ਨਿਕਲ ਜਾਓ, ਇਹ ਕਰੋ ਉਹ ਕਰੋ। ਕਹਿੰਦੇ ਇੱਕ ਦਿਨ ਮੈਂ ਬੈਠਾ ਸੀ, ਮੇਰੇ ਕੋਲੇ ਉਹ ਆ ਗਿਆ, ਮੈਂ ਕਿਹਾ ਖੇੜਾ, ਕਹਿੰਦਾ ਆਹੀ ਆ, 7-8 ਬਜ਼ੁਰਗ ਸੀ। ਮੈਂ ਉਸੇ ਵੱਲ ਝਾਕਿਆ, ਮੈਨੂੰ ਕਹਿੰਦਾ ਤੂੰ ਮੇਰੇ ਵੱਲ ਐਂ ਕਿਉਂ ਝਾਕਦਾ? ਮੈਂ ਕਿਹਾ ਮੈਂ ਤਾਂ ਇੱਧਰ ਝਾਕਦਾ, ਮੈਂ ਤੇਰੇ ਵੱਲ ਥੋੜੀ ਝਾਕਿਆ। ਮੈਨੂੰ ਕਹਿੰਦਾ ਤੂੰ ਮੇਰੇ ਵੱਲ ਐਂ ਨਹੀਂ ਝਾਕ ਸਕਦਾ, ਤੇ ਮੈਂ ਕਿਹਾ ਗੱਲ ਥੋੜਾ, ਤੂੰ ਇਹਨਾਂ ਨੂੰ ਗਾਲਾਂ ਕੱਢਦਾ, ਮੈਨੂੰ ਪਤਾ ਇਸ ਗੱਲ ਦਾ, ਇਹਨਾਂ ਨੂੰ ਕਹਿੰਦਾ ਤੂੰ ਗੋ ਬੈਕ ਟੂ ਇੰਡੀਆ, ਇਹ ਤੈਨੂੰ ਪਤਾ ਰੇਸਿਜ਼ਮ ਆ। ਮੈਨੂੰ ਕਹਿੰਦਾ ਜੋ ਕੁਛ ਕਰਨਾ ਕਰ ਲਓ। ਉਹ ਬਾਈ ਜਿਹੜਾ ਸਟੀਮ ਰੂਮ ਹੁੰਦਾ ਨਾ, ਉਹਦੇ ਤੋਂ ਆ ਕੇ ਸ਼ਾਵਰ ਲੈ ਕੇ ਬਾਹਰ ਨਿਕਲੀ ਦਾ ਫੇਰ, ਕਿਉਂਕਿ ਬਿਲਕੁਲ ਠੀਕ ਹੈ, ਇਹ ਸਿੱਧਾ ਆ ਕੇ ਪਾੜ ਗਿਆ ਉਹਦੇ ਚ ਪੂਲ ਚ। ਤੇ ਜਦੋਂ ਬੜਿਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਉੱਥੇ ਸ਼ਾਵਰ ਨਹੀਂ ਲੈ ਕੇ ਆਇਆ, ਮੈਨੂੰ ਬੋਲਣ ਲੱਗ ਗਿਆ। ਫਿਰ ਉਹ ਕੋਲ ਮੈਂ ਉਹਨੂੰ ਫਿਰ ਨਾ ਮੈਂ ਤਾਂ ਮੌਕਾ ਭਾਲਦਾ ਸੀ ਇਹਦੀ ਮੈਂ ਤਸੱਲੀ ਕਿਵੇਂ ਕਰਾਵਾਂ, ਤੁਹਾਨੂੰ ਸਹੀ ਦੱਸਦਾ। ਜਦੋਂ ਮੈਂ ਫਿਰ ਉਹਦੇ ਤੇ ਮੈਂ 20 ਮਿੰਟ ਲਾਏ, ਉਹਨੂੰ ਉਹ ਕਿੱਥੋਂ ਮੂਹਰੇ ਜਾਵੇ, ਮੈਂ ਉਹਦੇ ਮਗਰ, ਤੇ ਉਹਦੇ ਆ ਕੇ ਕੁੜੀ ਕਹਿੰਦੀ ਕੀ ਹੋ ਗਿਆ, ਬੰਦੇ ਉੱਥੇ ਗੋਰੇ ਸੀ, ਦੂਜਾ। ਮੈਂ ਕਿਹਾ ਵੀ ਇਹ ਬੰਦਾ ਐਂ ਕਰਕੇ ਇਹਨਾਂ ਨੂੰ ਗਾਲਾਂ ਕੱਢਦਾ ਸੀ, ਆ ਇਹਦਾ ਮਿਸਬਿਹੇਵੀਅਰ ਸੀ। ਇਹ ਕਹਿੰਦਾ, ਮੈਂ ਕਿਹਾ ਵੀ ਹੁਣ ਆਇਆ ਇਹਨੇ ਸ਼ਾਵਰ ਨੇ, ਮੈਂ ਇਹਨੂੰ ਪੁੱਛ ਹੀ ਲਿਆ ਵੀ ਤੂੰ ਸ਼ਾਵਰ ਲੈ ਕੇ ਆ ਜਾਂਦਾ, ਮੈਂ ਕਿਹਾ ਪੁੱਟਾ ਦਿੱਤਾ, ਬੋਲਣ ਲੱਗ ਗਿਆ। ਉਹਨੂੰ ਜਦੋਂ ਮੈਂ ਚੁੱਪ ਕਰ ਗਿਆ, ਮੈਂ ਕਿਹਾ ਕਿ ਉਹ ਲੱਗ ਗਿਆ ਆਰਗੂਮੈਂਟ ਕਰਨ ਕੁੜੀ ਦੇ ਨਾਲ, ਗੋਰੀ ਦੇ ਨਾਲ। ਉਹਨੇ ਚੱਕ ਕੇ ਮੇਰੇ 2 ਗਵਾਹ ਬਣ ਗਏ, ਇੱਕ ਗੋਰਾ ਤੇ ਗੋਰੀ, ਕਹਿੰਦੇ ਵੀ ਇਹ ਸਹੀ ਆ, ਉਹ ਗਲਤ ਆ। ਫਿਰ 2 ਗਵਾਹ ਆਪਣੇ ਬਣ ਗਏ, ਉਹਨਾਂ ਨੇ ਬਾਈ ਜੀ ਉਹਨੂੰ ਬੈਨ ਕਰਤਾ 3 ਮਹੀਨੇ ਲਈ। ਠੀਕ ਹੈ ਜੀ, ਥੈਂਕ ਯੂ ਬਾਈ ਜੀ। ਅਖੀਰ 'ਚ ਪ੍ਰਵੀਨ ਕੀ ਕਹਿਣਾ ਚਾਹੁੰਦੇ ਹੋ ਇਸ ਨੂੰ? ਅਖੀਰ ਦੇ ਵਿੱਚ ਤੁਸੀਂ ਸਾਰੀ ਗੱਲਬਾਤ ਸੁਣ ਲਈ, ਕੀ ਕਹਿਣਾ ਚਾਹੁੰਦੇ? ਗਿਲ ਸਾਹਿਬ, ਇੱਕ ਚੀਜ਼ ਮੈਂ ਨਾ ਇੱਥੇ ਐਡ ਕਰਨਾ ਚਾਹੁੰਦਾ, ਜਿਹੜੇ ਵੀ ਕਾਲਰਸ ਨੇ ਕਿਹਾ ਆਪਣਾ ਵਿਊ ਦਿੱਤਾ, ਉਹਨਾਂ ਦਾ ਮਾਣ ਆ। ਉੱਥੇ ਨਾ ਅਸੀਂ 2 ਹੀ ਫੈਮਿਲੀ ਸੀਗੇ ਜੀ ਪੂਰੇ ਬੈਡਮਿੰਟਨ ਕੋਰਟ, ਕੋਈ ਉਡੀਕ ਨਹੀਂ ਸੀ ਰਿਹਾ, ਕੋਈ ਨਹੀਂ ਉਡੀਕ ਰਿਹਾ ਸੀ, ਕੋਈ ਫੈਮਿਲੀ ਬੁੱਕ ਨਹੀਂ ਸੀ। ਅਸੀਂ 2 ਹੀ ਸਲਾਟ, ਸਾਡੇ ਸਲਾਟ ਸੀ, ਅਸੀਂ 2 ਹੀ ਬੁੱਕ ਸੀਗੇ, ਦੋਨੋਂ ਅਸੀਂ ਟੁਗੇਦਰ ਸੀਗੇ। ਤੇ ਬੜੇ ਪਿਆਰ ਨਾਲ ਇੱਕ ਰਿਕੁਐਸਟ ਕੀਤੀ ਗਈ ਸੀ ਵੀ ਸਾਨੂੰ ਜੇ ਤੁਸੀਂ ਅਲਾਉ ਕਰ ਦਿਓ। ਇੱਕ ਵਾਰੀ ਅਲਾਉ ਦੀ ਰਿਕੁਐਸਟ ਕੀਤੀ, ਸੈਕਿੰਡ ਟਾਈਮ ਮੈਂ ਕਿਹਾ ਜੀ ਮੈਂ ਤੁਹਾਡੇ ਮੈਨੇਜਰ ਨਾਲ ਗੱਲ ਕਰ ਲੈਣਾ। ਤੇ ਉਹਨਾਂ ਦੋਨਾਂ ਗੱਲਾਂ ਤੇ ਜਿਹੜਾ ਉਹਨਾਂ ਦਾ ਬਿਹੇਵੀਅਰ ਸੀ ਨਾ ਜੀ, ਉਹ ਸਾਡੇ ਤੇ ਹੱਸ ਕੇ ਜੇ ਸਾਡੇ ਤੇ ਉਹ ਗੱਲ ਕਰਦੀ ਸੀ, ਜੋ ਮੈਨੇਜਰ ਨੂੰ ਮੈਨੇਜਰ ਨਹੀਂ ਸੁਪਰਵਾਈਜ਼ਰ ਕਹਿਣਾ ਹੁੰਦਾ, ਇਹ ਹੁਣ ਉਹਨੂੰ ਸਿਖਾ ਰਹੀ ਸੀ ਸਾਨੂੰ। ਠੀਕ, ਇਹ ਜੇ ਗੋਰਾ ਹੁੰਦਾ ਉਹਨੂੰ ਸਿਖਾਉਣਾ ਥੋੜਾ ਸੀ ਜੀ ਉਹਨੇ, ਜੇ ਕੋਈ ਵਾਈਟ ਗਾਇ ਹੁੰਦਾ ਤੇ ਉਹਨੂੰ ਸਿਖਾਉਣਾ ਨਹੀਂ ਸੀ ਕਿ ਕੀ ਕਹੀਦਾ। ਤੇ ਸੋ ਹੁਣ ਅਖੀਰ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਤੁਸੀਂ? ਇਹਨੂੰ ਆਪਾਂ ਸਮ ਅਪ ਕਰਨਾ ਹੋਵੇ ਜੇ ਸਮਾਂ ਮੇਰੇ ਕੋਲ। ਗਿਲ ਸਾਹਿਬ, ਇਹਦੇ ਚ ਨਾ ਜੀ ਸਾਨੂੰ ਬਿਲਕੁਲ ਨਹੀਂ ਆਇਡੈਂਟੀਫਾਈ ਹੋਇਆ ਵੀ ਸਾਡੀ ਗਲਤੀ ਕਿੱਥੇ ਸੀ ਜੀ। ਅਸੀਂ ਕੋਈ ਆਰਗੂਮੈਂਟ ਨਹੀਂ ਕੀਤਾ ਸੀ, ਨਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਕੋਈ ਮਿਸਬਿਹੇਵ ਕੀਤਾ, ਬਟ ਸਾਨੂੰ ਇਹਨਾਂ ਨੇ ਬੈਨ ਕਰਤਾ। ਸਾਡੇ ਕੋਲ ਸਾਡਾ ਇਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਵੀ ਉਹ ਬੈਨ ਜੇ ਤੁਹਾਡੀ ਮੇਲ ਤੋਂ ਬਾਅਦ ਵੀ ਰਿਮੂਵ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ। ਕੋਈ ਟੈਕਨੀਕੈਲਿਟੀ ਪ੍ਰੋਬਲਮ ਨਹੀਂ ਸੀ ਜੀ, ਉਹ ਬੈਨ ਸੀਗਾ ਤੇ ਉਹ ਬੈਨ ਕਿਸ ਲਈ ਸੀ ਮੈਨੂੰ ਸਟੀਵ ਨੈਪਰ ਜੀ ਕਹਿੰਦੇ ਜੀ ਉਹ ਜੂਡੀ ਨੂੰ ਪਤਾ। ਜੂਡੀ ਨੇ ਸਾਡੀ ਮੇਲ ਦਾ ਰਿਪਲਾਈ ਨਹੀਂ ਕੀਤਾ, ਕੈਨ ਨੇ ਰਿਪਲਾਈ ਕੀਤਾ। ਕੈਨ ਜੂਡੀ ਦਾ ਸੀਨੀਅਰ ਹੈ ਜੀ, ਉਹਨੇ ਦੱਸਿਆ ਨਹੀਂ ਕਿ ਉਹ ਮੈਂ ਉਹਨਾਂ ਦਾ ਸੀਨੀਅਰ ਆ। ਉਹ ਮੇਲ ਤੁਸੀਂ ਪੜ੍ਹੀ ਹੈ, ਉਹ ਕਿੰਨੀ ਰੂਡ ਜੀ
ਮੈਂ ਹੈਰਾਨ ਹੋ ਗਿਆ ਉਹ ਮੇਲ ਦੇ ਅੱਖਰ ਪੜ੍ਹ ਕੇ ਵੀ ਐਡੀ ਸੀਨੀਅਰ ਪੋਜੀਸ਼ਨ ਤੇ ਤੁਸੀਂ ਇਸ ਤਰ੍ਹਾਂ ਮੇਲ ਲਿਖਦੇ ਹੋ। ਦੇਖੋ ਜੀ, ਇਹ ਚੀਜ਼ਾਂ ਮਤਲਬ ਅਸੀਂ ਮੈਟਰ ਨੂੰ ਟੇਕ ਅਪ ਅੱਗੇ ਫਰਦਰ ਕਰਨਾ। ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਡੇ ਜਿਹੜੇ ਕੈਂਡੇ ਸੁਪਰਵਾਈਜ਼ਰ ਹੈ ਜਾਂ ਜੇ ਸਿਟੀ ਆਫ ਡੈਲਟਾ ਦੇ ਕਾਉਂਸਲਸ ਨੇ, ਅਸੀਂ ਉਹਨਾਂ ਕੋਲ ਜਾ ਕੇ ਗੱਲ ਕਰਾਂਗੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਰੈਜ਼ੀਡੈਂਟ ਨਾਲ ਬਿਹੇਵ ਕਰਦੇ ਹੋ। ਸੀਨੀਅਰ ਪੀਪਲ ਵੀ ਇਸੇ ਤਰ੍ਹਾਂ ਬਿਹੇਵ ਕਰਦੇ ਆ ਕਿ ਦੇ ਡੋਂਟ ਕੇਅਰ। ਥੈਂਕ ਯੂ ਸ਼ੁਭ ਸ਼ਾਮਾ, ਤੁਸੀਂ ਇਸ ਨੂੰ ਅਪਡੇਟ ਕੀਤਾ, ਮੇਰੇ ਤੱਕ ਲੈ ਕੇ ਆਏ, ਮੈਂ ਆਪਣੀ ਜ਼ਿੰਮੇਵਾਰੀ ਕੀਤੀ। ਪ੍ਰਵੀਨ, ਸ਼ੁਭ ਸ਼ਾਮਾ। ਥੈਂਕ ਯੂ ਗਰਸ਼ਪ, ਥੈਂਕ ਯੂ ਸੋ ਮਚ। ਥੈਂਕ ਯੂ। ਕੌਸ਼ਲ ਜੀ, ਕੀ ਅਖੀਰ 'ਚ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਗਿਲ ਸਾਹਿਬ, ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ ਇਹਦੇ ਜੀ। ਅਸੀਂ ਜੋ ਸਟਾਰਟ ਕੀਤਾ ਸੀ, ਅਸੀਂ ਕੰਪਲੇਨ ਇਸੀ ਮਿਸਬਿਹੇਵ ਦੀ ਕੀਤੀ ਸੀ। ਅਸੀਂ ਸ਼ੁਰੂ 'ਚ ਰੇਸਿਜ਼ਮ ਦਾ ਕੋਈ ਉਹਨਾਂ ਨੂੰ ਕੰਪਲੇਨ ਨਹੀਂ ਕੀਤੀ ਸੀ। ਵੀ ਟੋਲਡ them ਕਿ ਸਾਨੂੰ ਇਦਾਂ ਲੱਗਦਾ ਕਿ ਸਾਡੇ ਨਾਲ ਡਿਸਕ੍ਰਿਮੀਨੇਟ ਕੀਤਾ ਹੈ, ਤਾਂ ਸਾਡੇ ਨਾਲ ਮਿਸਬਿਹੇਵ ਕੀਤਾ ਗਿਆ ਔਰ ਸਾਡੇ ਇਹ ਜਸਟਿਸ ਨਹੀਂ ਹੈ ਸਾਡੇ ਲਈ ਨਾ। ਜਦੋਂ ਇਹਨਾਂ ਨੇ ਬੈਨ ਕਰਤਾ ਸਾਨੂੰ 20 ਦਿਨ ਲਈ, ਤਾਂ ਇਹੀ ਅਸੀਂ ਕੀਤਾ ਸੀ। ਬਟ ਇਵੈਂਚੁਅਲੀ ਜਦੋਂ ਇਹ ਅੱਗੇ ਵੱਧਦਾ ਰਿਹਾ, ਸਟੀਵ ਦਾ ਬਿਹੇਵੀਅਰ ਜਾਂ ਅੱਗੇ ਜਿੰਨੇ ਵੀ ਅਸੀਂ ਟਰਾਈ ਕਾਲ ਕਰਦੇ ਰਹੇ ਇਹਨਾਂ ਨੂੰ ਕਿ ਸਾਡਾ ਪਕਸ਼ ਵੀ ਰੱਖਿਆ ਜਾਏ ਜੀ, ਤਾਂ ਇਹਨਾਂ ਨੇ ਕਿਸੇ ਨੇ ਵੀ ਸਾਨੂੰ ਸਪੋਰਟ ਨਹੀਂ ਕੀਤਾ। ਦੈਨ ਵੀ ਹੈਵ ਟੂ ਮੈਟਰ ਦ ਸੀਨੀਅਰ। ਤਾਂ ਕਰਕੇ ਨਹੀਂ, ਕੁਝ ਕਾਲਰਸ ਏਦਾਂ ਕਹਿ ਰਹੇ ਸੀ ਕਿ ਅਸੀਂ ਸ਼ੁਰੂ 'ਚ ਹੀ ਰੇਸਿਜ਼ਮ ਕਹਿਤਾ। ਰੇਸਿਜ਼ਮ ਤਾਂ ਪ੍ਰੂਵ ਹੁੰਦਾ ਹੈ ਕਿ ਸਾਰੇ ਕਿਸੇ ਨੇ ਵੀ ਸਾਨੂੰ ਸਪੋਰਟ ਕਰਨ ਦੀ ਜਗ੍ਹਾ ਆਪਣੇ ਇੰਪਲੋਈ ਨੂੰ ਸਪੋਰਟ ਕਰਦੇ ਰਹੇ, ਜੋ ਕਿ ਗਲਤ ਸੀ। ਤਾਂ ਥੈਂਕ ਯੂ। ਮੈਂ ਤਾਂ ਹੁਣ ਜਾਂਦਾ ਨਹੀਂ ਜੀ ਕਦੀ। ਨਹੀਂ, ਪ੍ਰਵੀਨ ਨੇ ਵੀ ਕਿਹਾ ਵੀ ਮੈਂ ਨਹੀਂ ਜਾਣਾ। ਬਿਲਕੁਲ ਥੈਂਕ ਯੂ ਕੌਸ਼ਲ ਜੀ। ਇਵੈਂਚੁਅਲੀ ਜਿਹੜਾ ਰੇਸਿਜ਼ਮ ਦਾ ਸ਼ਬਦ ਹੈ ਉਹ ਸਾਰੇ ਇਸ ਨੂੰ ਇਸ ਤਰ੍ਹਾਂ ਕਰ ਗਏ ਵੀ ਉਹ ਕੁੜੀ ਨੂੰ ਕਿਹਾ। ਕੁੜੀ ਤੋਂ ਬਾਅਦ, ਕੁੜੀ ਦੇ ਮਿਸਬਿਹੇਵ ਤੋਂ ਬਾਅਦ ਅੱਗੇ ਜਦ ਮੈਨੇਜਰ ਸਟੀਵ ਨੈਪਰ, ਜੂਡੀ ਕੈਨ ਇਨਵੋਲਵ ਹੋਏ, ਜਿਨ੍ਹਾਂ ਨੇ ਇਹਨੂੰ ਘੱਟੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਇਹਨਾਂ ਨੇ ਰੇਸਿਜ਼ਮ ਕਿਹਾ। ਤੁਸੀਂ ਇੱਕ ਵੱਲੋਂ ਕਹਿ ਰਹੇ ਹੋ ਤੁਹਾਡਾ ਨਾਮ ਕੱਢਤਾ, ਤੁਸੀਂ ਫੈਸਿਲਿਟੀ ਬੁੱਕ ਕਰ ਲਓ। ਫੈਸਿਲਿਟੀ ਬੁੱਕ ਕਰਨ ਲਈ ਫੋਨ ਕਰਦੇ ਆ, ਉਹ ਕਹਿੰਦੇ ਨੋ, ਤੁਸੀਂ ਸਟਿਲ ਬੈਨ ਹੋ। ਇਹ ਕੀ ਹੈ? ਥੱਬਾ ਈਮੇਲਾਂ ਦਾ ਤੁਸੀਂ ਲਿਖ ਰਹੇ ਹੋ। ਇੱਕ ਮੈਨੇਜਰ ਲਿਖ ਰਿਹਾ, ਸਟੀਵ ਲਿਖ ਰਿਹਾ, ਫਿਰ ਜੂਡੀ ਲਿਖ ਰਿਹਾ, ਫਿਰ ਕੈਨ। ਉਹ ਇੱਕ ਬੰਦਾ ਉਹਨਾਂ ਨਾਲ ਕਮਿਊਨੀਕੇਸ਼ਨ ਕਰਕੇ ਤੁਸੀਂ ਜਦ ਉਹਨਾਂ ਦੇ ਨਾਲ ਗੱਲ ਕਰ ਲਈ ਜ਼ੂਮ ਤੇ, ਨੈਕਸਟ ਵਿਦਨ ਮਿੰਟ ਉਹ ਸਿਸਟਮ ਉੱਥੇ ਕਿਤੇ ਜਾ ਕੇ ਕਿਤੇ ਲੌਕ ਖੋਲ੍ਹਣਾ, ਸਿਸਟਮ ਦੇ ਵਿੱਚ ਪਾਉਣਾ ਵੀ ਨੇਮ ਨਾ ਨਿਕਲ ਕੇ ਦੂਜੇ ਦਿਨ ਉਹ ਫੈਸਿਲਿਟੀ ਚੱਲ ਜਾਂਦੇ, ਖਤਮ ਹੋ ਜਾਂਦੀ ਕਹਾਣੀ। ਇਹ ਵੀ ਨਹੀਂ ਨਾ ਹੋਇਆ। ਉਹਨਾਂ ਨੂੰ ਮਜ਼ਾਕ ਫੇਰ ਕੀਤਾ ਜਾਂ ਬੁੱਕ ਕੀਤਾ ਕਿ ਨੋ, ਤੁਹਾਡਾ ਨਾਂ ਸਟਿਲ ਬੈਨ ਆ। ਇਵੈਂਚੁਅਲੀ ਉਹੀ 15 ਦਿਨਾਂ ਬਾਅਦ 20 ਤਰੀਕ ਨੂੰ ਨਾਂ ਕੱਢਿਆ। 5 ਤੋਂ 20 ਦੇ ਵਿੱਚ ਮਿੱਟੀ ਘੱਟੇ ਪਾਈ ਗਏ। ਜੇ ਨਾ ਕੋਈ ਬੋਲਣ ਵਾਲਾ ਹੁੰਦਾ, ਗੱਲ ਖਤਮ ਸੀ। ਜੋਸ਼ਨ ਜੀ, ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 6 ਸਰ ਹਰਪ੍ਰੀਤ ਸਿੰਘ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਸਰ ਇਹੀ ਕਹਿਣਾ ਸੀ ਵੀ ਰੇਸਿਜ਼ਮ ਤਾਂ ਫਸਟ ਉੱਥੇ ਹੀ ਆ ਜਾਂਦਾ ਜਦੋਂ ਤੁਸੀਂ ਕੀ ਨਾਮ ਲੈਂਦੇ ਆ ਵੀ ਇੱਕ ਵਾਈਟ ਕਲਰ ਨੂੰ ਕਿਸੇ ਹੋਰ ਤਰ੍ਹਾਂ ਟ੍ਰੀਟ ਕਰਦੇ ਹੋ ਤੇ ਇੱਕ ਬਰਾਊਨ ਨੂੰ ਤੁਸੀਂ ਕਿਸੇ ਹੋਰ ਤਰ੍ਹਾਂ ਟ੍ਰੀਟ ਕਰਦੇ ਹੋ। ਇਹ ਤੁਸੀਂ ਟਿਮ ਮਾਡਰਨ ਚੱਲ ਜਾਓ, ਬੈਸਟ ਬਾਏ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਇੱਕ ਮਿੰਟ 'ਚ ਪਤਾ ਲੱਗਦਾ। ਮੈਂ ਦੇਖਣ ਨੂੰ ਮਿਲਦਾ। ਮੇਰੇ ਨਾਲ ਆਪ ਹੋਇਆ ਬੈਸਟ ਬਾਏ 'ਚ। ਬਟ ਜਦੋਂ ਉਹਨਾਂ ਦੀ ਮੈਨੇਜਮੈਂਟ ਕਹਿੰਦੀ ਹੈ ਹਾਂ ਵੀ ਤੁਸੀਂ ਇੱਕੋ ਐਥਨੀਸਿਟੀ ਦੇ ਦੋਨੋਂ ਹੈਗੇ ਤਾਂ ਤੁਸੀਂ ਕਿੱਦਾਂ ਡਿਸਕ੍ਰਿਮੀਨੇਟ ਕਰ ਸਕਦੇ ਹੋ, ਉਹ ਵੀ ਅੰਡਰਸਟੈਂਡ ਕਰਦਾ ਵੀ ਉਹਨਾਂ ਦੇ ਚੱਲ ਮੈਨੇਜਮੈਂਟ ਨੂੰ ਨਹੀਂ ਪਤਾ। ਪਰ ਜਿਹੜੇ ਆਪਣੇ ਬੰਦੇ ਅਸੀਂ ਕਹਿੰਦੇ ਹਾਂ ਵੀ ਚੱਲ ਆਪਣੇ ਬੰਦੇ, ਆਪਣੀ ਕੁੜੀ ਹੈਗੀ ਆ ਵੀ ਚੱਲ ਵੀ ਬੰਦੇ ਖੁਸ਼ ਹੁੰਦੇ ਹਾਂ ਵੀ ਚੱਲ ਥੋੜਾ ਈਜ਼ੀ ਹੋ ਜਾਏਗਾ। ਬਟ ਉਹਦੇ ਬਿਲਕੁਲ ਕਾਲਜ ਵਿੱਚ ਵੀ ਇਹ ਸਮਝਾਇਆ ਜਾਂਦਾ ਵੀ ਜਦੋਂ ਤੁਸੀਂ ਰੇਸ ਖੁਦ ਇਨਵੋਲਵ ਕਰ ਦਿੰਦੇ ਹੋ, ਡਿਸਕ੍ਰਿਮੀਨੇਸ਼ਨ ਆਪਣੇ ਆਪ ਹੀ ਆ ਜਾਂਦਾ। ਤੁਸੀਂ ਉਹਨੂੰ ਕਹਿ ਨਹੀਂ ਸਕਦੇ ਹਾਂ ਵੀ ਇਹ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ। ਬਿਲਕੁਲ ਜੀ। ਹਿਟਲਰ ਨੇ ਕਿਹਾ, ਕਹਿੰਦਾ ਗੁਲਾਮ ਕੌਮਾਂ ਤੇ ਜੇ ਜ਼ੁਲਮ ਕਰਨਾ, ਗੁਲਾਮ ਕੌਮਾਂ ਦੇ ਵਿੱਚੋਂ ਇੱਕ ਬੰਦਾ ਕੱਢ ਕੇ ਉਹਦੇ ਹੱਥ 'ਚ ਛਾਂਟਾ ਫੜਾਓ। ਉਹ ਛਾਂਟਾ। ਇਹ ਸੀ ਅੱਜ ਦਾ ਪ੍ਰੋਗਰਾਮ। ਕੋਸ਼ਿਸ਼ ਕੀਤੀ ਹੈ ਕਿ ਪ੍ਰਵੀਨ ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚੇ। ਰਲਮਾ ਮਿਲਮਾ ਤੁਹਾਡਾ ਹੰਗਾਰਾ ਸੀ, ਪਰ ਸਿਸਟਮ ਕਿਤੇ ਨਾ ਕਿਤੇ ਜਿਹੜਾ ਸੂਤ ਕਰਨ ਵਾਲਾ ਹੈ, ਇਹ ਜਿਹੜੀ ਗੜਬੜ ਹੈ ਤਾਂ ਹੈ। ਸ਼ੁਰੂਆਤ ਕਿੱਥੋਂ ਹੋਈ? ਪਿੱਥੋਂ ਸੀਨੀਅਰ ਮੈਨੇਜਰ ਜਿਹੜੇ ਨੇ ਉਹ ਇਨਵੋਲਵ ਹੁੰਦੇ ਨੇ। ਉਹ ਇਨਵੋਲਵ ਹੋਣ ਤੋਂ ਬਾਅਦ ਫਿਰ ਨੈਕਸਟ ਜਿਹੜਾ ਉਹ ਰਿਜ਼ਲਟ ਕੀ ਹੈ? ਰਿਜ਼ਲਟ ਕੋਈ ਨਹੀਂ।